ਸਤ ਗੁਰਪ੍ਰਸਾਦ। ਇੱਕ ਆਂਦਾ ਹੈਗਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਇੱਥੇ ਖਤਮ ਹੋ ਜਾਂਦਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਕਰਤੇ ਪੁਰਖ ਤੋਂ ਬਾਅਦ ਸਿੱਧਾ ਗੁਰਪ੍ਰਸਾਦ। ਇਹ ਆਏਗਾ 8 ਜਾਂ 9 ਵਾਰ ਆਉਂਦਾ, ਮੈਨੂੰ ਹੁਣ ਪੂਰਾ ਕਨਫਰਮ 8 ਜਾਂ 9 ਹੈ ਸ਼ਾਇਦ, ਮੈਂ ਕੱਲ ਤੁਹਾਨੂੰ ਦੇਖ ਕੇ ਦੱਸਾਂਗਾ। ਇੱਕ ਆਂਦਾ ਹੈਗਾ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ, ਬਸ। ਸੁਣਿਆ ਤੁਸੀਂ ਕਦੇ? ਇਹ 2 ਵਾਰੀ ਆਂਦਾ। ਹਾਂਜੀ, ਇੱਕ ਓੰਕਾਰ ਸਤਨਾਮ ਗੁਰਪ੍ਰਸਾਦ। ਹੁਣ ਇਹ ਸਰੂਪ ਆਂਦਾ 2 ਵਾਰੀ। ਹੁਣ ਸਾਡੇ ਕੋਲ 4 ਹੋ ਗਏ ਜੀ। ਜਿਹੜਾ ਸਭ ਤੋਂ ਵੱਧ ਆਇਆ ਉਹ ਹੈ 524 ਵਾਰ ਇੱਕ ਓੰਕਾਰ ਸਤ ਗੁਰਪ੍ਰਸਾਦ। ਦੂਜਾ ਹੋ ਗਿਆ ਉਹ ਤੋਂ ਘੱਟ 33 ਵਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ, ਇਹ 33 ਵਾਰ। ਇਹ ਤੋਂ ਬਾਅਦ ਆਉਂਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ 8 ਜਾਂ 9 ਵਾਰ। ਸਭ ਤੋਂ ਘੱਟ ਹੈ 2 ਵਾਰ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ। ਹੁਣ ਤੁਸੀਂ ਦੇਖੋ, ਧਿਆਨ ਦਿਓ, 4 ਮੂਲ ਮੰਤਰ ਦੇ ਵਿੱਚ ਇੱਕ ਸਮਾਨਤਾ ਆ ਰਹੀ ਆ। ਇੱਕ ਸਮਾਨਤਾ 4 ਚ ਕੀ ਹੈ? ਇੱਕ ਓੰਕਾਰ ਤੋਂ ਸ਼ੁਰੂ ਹੁੰਦੇ ਨੇ ਤੇ ਗੁਰਪ੍ਰਸਾਦ ਤੇ ਸਮਾਪਤ ਹੋ ਜਾਂਦੇ ਨੇ, 4 ਹੀ। ਵਿੱਚ ਘਾਟਵਾਦ ਹੈਗੀ ਆ, ਪਰ ਆਰੰਭ ਅਤੇ ਐਂਡ ਵਿੱਚ ਕੋਈ ਫਰਕ ਨਹੀਂ ਪਾਇਆ ਗੁਰੂ ਸਾਹਿਬ ਨੇ। ਠੀਕ ਹੈ ਜੀ ਗੱਲ। ਇਸ ਕਰਕੇ ਬਾਕੀ ਤਾਂ 33 ਵਾਰ ਵੀ ਉਹੀ ਆਇਆ। ਸੋ ਚਲੋ ਅੱਗੇ ਪੁਰਾਣੇ ਬਜ਼ੁਰਗ ਕੋਈ ਪੜ੍ਹ ਲੈਂਦੇ ਹੋਣਗੇ, ਪੜ੍ਹਿਆ ਕਰਦੇ ਸੀ ਪੁਰਾਣੇ ਸਮੇਂ 'ਚ। ਜਿਹੜੀ ਗੱਲ ਕੋਈ ਕਹਿ ਦਿੰਦਾ ਸੀ ਉੱਪਰ ਪ੍ਰਚਲਿਤ ਹੋ ਜਾਂਦੀ ਸੀ, ਰਵਾਇਤ ਬਣ ਜਾਂਦੀ ਸੀ, ਜਿਸ ਕਰਕੇ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਸਾਰਾ ਹੀ ਮੂਲ ਮੰਤਰ ਆ, ਬਾਣੀ ਜਿੰਨੇ ਮਰਜ਼ੀ ਪੜ੍ਹੋ, ਪਰ ਉਹਦਾ ਸਰੂਪ ਅਸੀਂ ਵਧਾਈਏ ਘਟਾਈਏ ਨਾ, ਬੇਨਤੀ ਇਹ ਹੈ। ਜਿੱਦਾਂ ਆਪਾਂ ਪਾਠ ਕਰਦੇ ਆ ਮੂੰਹ ਚੜਿਆ ਹੈ ਨਾ, ਮੈਨੂੰ ਵੈਸੇ ਤਾਂ ਇੰਨਾ ਕੁ ਤਾਂ ਫਰਕ ਦਾ ਪਤਾ ਸੀ ਕਿ ਮੂਲ ਮੰਤਰ ਇੱਥੇ ਮੁੱਕਦਾ, ਜਾਂ ਉਹ ਜਿੱਦਾਂ ਆਪਣੇ ਜ਼ੁਬਾਨ ਦੀ ਸਪੀਡ ਚ ਹੁੰਦੀ ਹੈ ਨਾ। ਹਾਂਜੀ ਹਾਂਜੀ, ਨਹੀਂ ਇਹ ਹੈਗੀ ਆ, ਜ਼ਿਆਦਾ ਪ੍ਰਚਲਿਤ ਹੈ ਜਾਂ ਜ਼ਿਆਦਾ ਅਸੀਂ ਪੜ੍ਹਿਆ ਸੁਣਿਆ ਉਹੀ ਆ। ਹਾਂਜੀ ਹਾਂਜੀ, ਮਤਲਬ ਮੈਂ ਬੇਨਤੀ ਕਰਾਂ ਵੀ ਆਪਾਂ ਗੁਰਬਾਣੀ ਦੇ ਦਾਇਰੇ ਵਿੱਚ ਰਹੀਏ। ਦੇਖੋ ਹੋਰ ਸਾਨੂੰ ਕੀ ਨੁਕਸਾਨ ਹੁੰਦਾ। ਰਹਿ ਰਸ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਸਰੂਪ ਆ ਉਹ ਸੋਦਰ ਤੋਂ ਸ਼ੁਰੂ ਹੁੰਦਾ। 3 ਵਾਰ ਆਈ ਹੈ, 3 ਵਾਰ ਸੋਦਰ ਤੋਂ ਸ਼ੁਰੂ ਹੋ ਰਹੀ ਹੈ। ਠੀਕ ਹੈ ਜੀ। ਪਰ ਹੁਣ ਕੁਛ ਡੇਰੇ ਵਾਲਿਆਂ ਨੇ ਇਹਦੇ ਅੱਗੇ 2 ਸ਼ਬਦ ਐਡ ਕਰਤੇ, ਪਿੱਛੇ ਵਧਾਤੇ, ਅੱਗੇ ਵੀ ਵਧਾਤੇ ਪਿੱਛੇ ਵੀ ਵਧਾਤੇ, ਤੇ ਕਈਆਂ ਨੇ ਵਿੱਚ ਵੀ ਐਡ ਕਰ ਲਿਆ। ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲਾ ਜਾਂ ਸਿੱਖ ਰਹਿਤ ਮਰਿਆਦਾ ਵਾਲਾ ਸਰੂਪ ਤਾਂ ਸਾਡੇ ਕੋਲ ਰਿਹਾ ਹੀ ਨਹੀਂ, ਉਹ ਵੀ ਅਸੀਂ ਬਦਲਤਾ। ਇਸ ਤਰ੍ਹਾਂ ਫਿਰ ਕੀ ਹੁੰਦਾ ਹੈ, ਕੁਛ ਗਲਤ ਰਵਾਇਤਾਂ ਪ੍ਰਚਲਿਤ ਹੋ ਜਾਂਦੀਆਂ ਨੇ ਜਿਹੜੀਆਂ ਸਾਨੂੰ ਮੂਲ ਤੋਂ ਤੋੜਦੀਆਂ ਨੇ, ਮੂਲ ਤੋਂ। ਕੱਲ ਨੂੰ ਕੋਈ ਹੋਰ ਉੱਠੇਗਾ ਮੇਰੇ ਵਰਗੇ ਨੂੰ, ਮੇਰਾ ਜੇ ਥੋੜਾ ਜਿਹਾ ਨਾਮ ਬਣ ਗਿਆ, ਡੇਰਾ ਜਿਹਾ ਬਣ ਗਿਆ, ਮੈਂ ਕਹਿਣਾ ਮੇਰੇ ਨਾਲ 2-4 ਲੱਖ ਬੰਦਾ ਜੁੜ ਗਿਆ ਜੀ, ਅਸੀਂ ਬਾਣੀ ਇੱਥੋਂ ਪੜ੍ਹਿਆ ਕਰਨੀ ਤੇ ਇੱਥੇ ਸਮਾਪਤ ਕਰਿਆ ਕਰਨੀ ਹੈ। ਹੁਣ ਸੰਗਤ ਭੋਲੀ ਹੁੰਦੀ ਹੈ, ਸੰਗਤ ਨੇ ਮੰਨ ਲੈਣੀ ਹੈ, ਵਿਚਾਰਨਾ ਕਿਸੇ ਨੇ ਨਹੀਂ ਹੈਗਾ। ਇਹ ਗੱਲ ਗੁਰਮਤ ਅਨੁਸਾਰ ਸਹੀ ਆ, ਗੁਰਬਾਣੀ ਇਸ ਗੱਲ ਦੀ ਪ੍ਰਮਾਣਿਕਤਾ ਦਿੰਦੀ ਆ। ਅਸੀਂ ਗੁਰਮਤ ਦੇ ਸਿਧਾਂਤ ਤੋਂ ਤਾਂ ਨਹੀਂ ਦੂਰ ਜਾ ਰਹੇ, ਉੱਥੇ ਸਾਡੀ ਸੋਚ ਨਹੀਂ ਹੁੰਦੀ ਇੰਨੀ। ਸੋ ਇਸ ਤਰ੍ਹਾਂ ਪ੍ਰਪਾਟੀਆਂ ਕਈ ਤਰ੍ਹਾਂ ਦੀਆਂ ਪੈ ਜਾਂਦੀਆਂ ਹੁੰਦੀਆਂ ਨੇ, ਉਹ ਫਿਰ ਅੱਗੇ ਜਾ ਕੇ ਨਾ ਭਰਮ ਬਣਨਾ ਸ਼ੁਰੂ ਹੋ ਜਾਂਦਾ ਹੈ। ਹੁਣ ਸਾਡੇ ਚ ਅੱਜ ਮਰਿਆਦਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਦੁਵਿਧਾਵਾਂ ਖੜੀਆਂ ਨੇ। ਕੋਈ ਕਹਿੰਦਾ ਜੀ ਸਾਡੀ ਰਹਿ ਰਸ ਇੱਥੇ ਤੱਕ ਹੈ, ਦੂਜਾ ਕਹਿੰਦਾ ਇੱਥੇ ਤੱਕ ਹੈ, ਤੀਜਾ ਕਹਿੰਦਾ ਇੱਥੇ ਤੱਕ ਹੈ, ਚੌਥਾ ਕਹਿੰਦਾ ਇੱਥੇ ਤੱਕ ਹੈ। ਜਿਹੜੀ ਨਵੀਂ ਜਨਰੇਸ਼ਨ ਆ, ਬੱਚੇ ਪੁੱਛਦੇ ਨੇ ਵੀ ਅਸੀਂ ਪੜ੍ਹੀਏ ਕਿਹੜੀ, ਹੁਣ ਪ੍ਰਮਾਣਿਕ ਕਿਹੜੀ ਹੈ, ਕੀ ਕਹੋਗੇ ਹੁਣ ਤੁਸੀਂ? ਜਾਂ ਤੇ ਉਹਨਾਂ ਨੂੰ ਅਲੱਗ-ਅਲੱਗ ਡੇਰਿਆਂ ਵਾਲੀ ਦੱਸੋ, ਸੰਸਥਾਵਾਂ ਵਾਲੀ ਦੱਸੋ। ਸਾਨੂੰ ਇਹ ਮੁੜ ਕੇ ਕਿੱਥੇ ਆਉਣਾ ਪੈਣਾ ਹੈ? ਇਮਾਨਦਾਰੀ ਨਾਲ ਵੀ ਬੇਟਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਸੀ ਉਹੀ ਪੜ੍ਹਨੀਆਂ ਬਸ। ਇਹ ਤਾਂ ਠੀਕ ਹੋ ਗਈ ਨਾ ਗੱਲ। ਜਿਹੜਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਨਾ, ਅਸੀਂ ਉਹਨੂੰ ਪ੍ਰਮਾਣਿਕਤਾ ਦੇਣੀ ਹੈ। ਅਸੀਂ ਨਹੀਂ ਕਿਸੇ ਦੇਖੋ ਬੰਦਾ ਹੈ, ਕੋਈ ਬਾਬਾ ਹੈ, ਕੋਈ ਸੰਤ ਮਹਾਂਪੁਰਖ, ਚਲੋ ਸਤਿਕਾਰਯੋਗ ਨੇ, ਆਪਾਂ ਕਹਿੰਦੇ ਠੀਕ ਹੈ ਜੀ, ਸਾਰੇ ਚਲਾ ਰਹੇ ਨੇ ਗੁਰਬਾਣੀ ਦੀ, ਪਰ ਭੁੱਲ ਤਾਂ ਹੋ ਸਕਦੀ ਹੈ ਨਾ ਬੰਦੇ ਤੋਂ। ਬੰਦਾ ਕੋਈ ਰੱਬ ਤਾਂ ਨਹੀਂ ਬਣ ਜਾਂਦਾ। ਜਿੰਨਾ ਚਿਰ ਮਨੁੱਖੀ ਜਾਮਾ ਹੈ, ਬਾਣੀ ਕਹਿੰਦੀ ਹੈ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਭੁੱਲ ਵਿੱਚ ਰਵਾਂਗੇ ਅਸੀਂ, ਭੁੱਲਾਂ ਹੁੰਦੀਆਂ ਰਹਿਣਗੀਆਂ, ਭੁੱਲਾਂ ਦੀ ਗੁੰਜਾਇਸ਼ ਰਹੇਗੀ। ਹਾਂਜੀ, ਇਹ ਬੇਨਤੀ ਇਸੇ ਕਰਕੇ ਮੈਂ ਸਾਰਿਆਂ ਪ੍ਰਤੀ ਕੀਤੀ ਆ। ਚਲੋ ਵਧੀਆ ਹੋਇਆ, ਬਲਕਿ ਤੁਸੀਂ ਜਪ ਬੋਲਿਆ, ਮੈਂ ਇਹਨੂੰ ਪੋਜ਼ਿਟਿਵ ਇਸ ਤਰ੍ਹਾਂ ਲੈਣਾ ਹੁੰਦਾ
ਵੀ ਜਦੋਂ ਸਾਨੂੰ ਨਵੀਂ ਚੀਜ਼ ਸਮਝਣ ਨੂੰ ਮਿਲ ਗਈ ਸਾਰਿਆਂ ਨੂੰ। ਹਾਂਜੀ ਹਾਂਜੀ, ਜੇ ਤੁਸੀਂ ਨਾ ਬੋਲਦੇ ਮੈਂ ਵੀ ਚੁੱਪ ਕਰਕੇ ਲੰਘ ਜਾਣਾ। ਹਾਂਜੀ, ਆਪਾਂ ਨੂੰ ਕਹਿੰਦਾ ਹੁੰਦਾ ਤਾਂ ਦਿਮਾਗ ਚ ਹੈਗਾ, ਪਰ ਜਿੱਦਾਂ ਆਪਣੇ ਜਪਜੀ ਸਾਹਿਬ ਤੋਂ ਸ਼ੁਰੂ ਕਰਕੇ ਬਸ ਮੂਲ ਤੋਂ ਸ਼ੁਰੂ ਕੀਤਾ ਤੁਰਤੇ ਪਹੁੰਚਣਾ। ਦੇਖੋ ਆਪਾਂ ਕਹਿੰਦੇ ਵੀ ਬਾਣੀ ਦੇਖੋ ਸਾਰੀ ਇੱਕੋ, ਬਾਣੀ ਦਾ ਕੋਈ ਫਰਕ ਨਹੀਂ। ਹਾਂਜੀ, ਸਾਹਮਣੇ ਵੀ ਗੁਰਪ੍ਰਸਾਦ ਤੱਕ ਹੈਗਾ। ਹਾਂਜੀ, ਇੱਥੇ ਆ ਪਹਿਲਾਂ ਵੀ ਜਾਣਦੇ ਦੱਸਿਆ ਤੁਸੀਂ ਇੱਥੇ ਸਾਨੂੰ ਆ ਕੇ ਦੱਸਿਆ ਸੀ, ਪਰ ਇੱਥੇ ਮੈਂ ਗਲਤੀ ਕਰਤੀ। ਚਲੋ ਸਾਨੂੰ ਸਾਰੇ ਚਲੋ ਆਪਾਂ ਇਹਨੂੰ ਨੈਗੇਟਿਵ ਵੀ ਨਹੀਂ ਲਵਾਂਗੇ, ਆਪਾਂ ਪੋਜ਼ਿਟਿਵ ਹੀ ਰੱਖਾਂਗੇ ਕਿ ਸਾਨੂੰ ਫਾਇਦਾ ਹੀ ਹੋ ਗਿਆ। ਹਾਂਜੀ, ਬਹੁਤ ਨਾ ਬੋਲਦੇ ਹੋ ਸਕਦਾ ਕਿਸੇ ਹੋਰ ਨਾ ਪਤਾ ਲੈ ਵੀ ਆਪਾਂ ਚੁੱਪ ਕਰਕੇ ਅੱਗੇ। ਚਲੋ ਅੱਛਾ, ਦਵਿੰਦਰ ਵੀਰ ਜੀ ਨੇ ਆਉਣਾ ਸੀਗਾ, ਉਹ 8ਵੀਂ ਪੌੜੀ ਦਾ ਦੂਸਰਾ ਸ਼ਲੋਕ। ਲਓ ਜੀ, ਤੁਹਾਡੀ ਸਾਰਿਆਂ ਦੀ ਸਕਰੀਨ ਤੇ ਆ ਗਿਆ। ਹੁਣ ਇਹਦੇ ਵਿੱਚ ਨਾ ਇਹ ਜਿਹੜਾ ਸ਼ਲੋਕ ਹੈ, ਸ਼ਲੋਕ ਮਹੱਲਾ ਇਹ ਹੈਗਾ ਕੱਲਾ ਮਹੱਲਾ ਪਹਿਲਾ। ਹੁਣ ਇੱਥੇ ਸ਼ਲੋਕ ਨੇ ਲਿਖਿਆ ਮਹੱਲਾ ਪਹਿਲਾ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇ ਤੂੰ ਲਵਿਆ। ਪਿਛਲੀ ਪੌੜੀ ਚ ਗੱਲ ਆਈ ਸੀ ਪੜ੍ਹਾਈ ਦੀ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ। ਇਹ ਤਕਰੀਬਨ ਉਹਦੇ ਨਾਲ ਰਿਲੇਟਡ ਹੈ, ਪਰ ਇੱਥੇ ਇਕੱਲੀ ਪੜ੍ਹਾਈ ਦੀ ਗੱਲ ਨਹੀਂ ਆਈ, ਇੱਥੇ ਨਾਲ ਹੋਰ ਵੀ ਗੱਲਾਂ ਗੁਰੂ ਸਾਹਿਬ ਨੇ ਬਹੁਤ ਐਡ ਕਰ ਲਈਆਂ। ਹੁਣ ਆਹ ਜਿਹੜਾ ਪੂਰਾ ਸ਼ਬਦ ਹੈ ਨਾ, ਬਹੁਤ ਸੋਹਣਾ ਸ਼ਬਦ ਹੈ, ਤੇ ਸਾਰੇ ਸ਼ਬਦ ਨੂੰ ਪੜ੍ਹ ਕੇ, ਸੁਣ ਕੇ, ਵੇਖ ਕੇ, ਸਮਝ ਕੇ ਤੁਹਾਨੂੰ ਇੱਕ ਗੱਲ ਪਤਾ ਲੱਗਣੀ ਚਾਹੀਦੀ ਹੈ। ਉਹ ਕੀ ਹੈ ਮੈਂ ਬਾਅਦ ਚ ਜਾ ਕੇ ਸ਼ੇਅਰ ਕਰੂੰਗਾ, ਤੇ ਜੇ ਮੈਂ ਭੁੱਲ ਗਿਆ ਤਾਂ ਮੈਨੂੰ ਦੱਸ ਦਿਓ ਵੀ ਵੀਰ ਜੀ ਤੁਸੀਂ ਆਹ ਗੱਲ ਕਹੀ ਸੀਗੀ, ਕਿਉਂਕਿ ਦਿਮਾਗ ਚੋਂ ਕਈ ਵਾਰੀ ਵਿਸਰ ਜਾਂਦਾ ਹੈ। ਹੁਣ ਇਹ ਜਿਹੜਾ ਸ਼ਬਦ ਹੈ, ਇਹਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਅਖੀਰਲੀ ਪੰਕਤੀ ਤੋਂ ਤੁਸੀਂ ਤੇ ਆਓ ਇੱਕ ਵਾਰ ਸਾਰੇ। ਅਖੀਰਲੀ ਪੰਕਤੀ ਸ਼ਬਦ ਆ ਗਈ ਜੀ, ਤੁਹਾਡੇ ਕੋਲ ਸਾਰਿਆਂ ਕੋਲ ਆ ਗਈ ਹੋਣੀ ਹੈ। ਉਹ ਹੈਗੀ ਆਸ ਅੰਦੇਸੇ ਤੇ ਨੇਹ ਕੇਵਲ, ਹਉ ਮੈਂ ਸ਼ਬਦ ਜਲਾਏ। ਜਿੱਥੇ ਅਸੀਂ ਪਹੁੰਚਣਾ ਹੈ, ਜਿੱਥੇ ਮਨੁੱਖ ਨੇ ਪਹੁੰਚਣਾ ਹੈ, ਜਿਹੜਾ ਸਾਡਾ ਮਨੋਰਥ ਹੈ, ਜੋ ਅਸੀਂ ਸੰਸਾਰ ਚ ਕਰਨਾ ਹੈ ਕੰਮ, ਉਹ ਹੈ ਹਉਮੈ ਮਾਰਨੀ, ਹਉਮੈ ਖਤਮ ਕਰਨੀ, ਹਉਮੈ ਮਿਟਾਉਣੀ, ਹਉਮੈ ਨੂੰ ਸਾੜਨਾ, ਹਉਮੈ ਨੂੰ ਜਲਾਉਣਾ, ਹਉਮੈ ਨੂੰ ਬਿਲਕੁਲ ਗਵਾ ਦੇਣਾ। ਕੋਈ ਸ਼ਬਦ ਵਰਤ ਲਈਏ, ਮਤਲਬ ਹਉਮੈ ਨੂੰ ਡਿਲੀਟ ਕਰਨਾ, ਟੋਟਲੀ ਰਿਮੂਵ। ਮੰਜ਼ਿਲ ਤਾਂ ਹੈਗੀ ਹੈ ਵੀ ਹਉਮੈ ਦੀ ਛੱਡਣੀ ਹੈ। ਹਉਮੈ ਨੂੰ ਛੱਡਣ ਵਾਸਤੇ ਕੋਈ ਕਰਮ ਕਰਨਾ ਹੈ, ਕੁਛ ਸਿੱਖਣਾ ਹੈ, ਪੜ੍ਹਨਾ ਹੈ, ਗਾਵਣਾ ਹੈ, ਕਮਾਵਣਾ ਹੈ, ਉਹਦੇ ਚ ਹਉਮੈ ਮੰਨਫੀ ਕਰਦੇ ਚਲੇ ਜਾਣਾ। ਪਰ ਹੁਣ ਜਿਹੜਾ ਪੂਰਾ ਸ਼ਬਦ ਹੈ, ਇਹ ਸ਼ਬਦ ਧਿਆਨ ਦਿਓ, ਇੱਥੋਂ ਇਹ ਪਤਾ ਲੱਗ ਰਿਹਾ ਵੀ ਜਿਹੜੇ ਕਰਮ ਇਹਨੇ ਕੀਤੇ ਨੇ ਹਉਮੈ ਵਧਾਉਣ ਵਾਲੇ ਕੀਤੇ ਨੇ। ਵੀ ਆਏ ਤਾਂ ਸੀ ਅਸੀਂ ਰੋਗ ਗਵਾਉਣ ਵਾਸਤੇ, ਹਸਪੀਟਲ ਚ ਤਾਂ ਆ ਗਿਆ, ਅਸੀਂ ਐਡਮਿਟ ਹੋ ਗਏ ਵੀ ਸਾਡਾ ਰੋਗ ਖਤਮ ਕਰੋ, ਪਰ ਅਸੀਂ ਹਸਪੀਟਲ ਚ ਐਡਮਿਟ ਹੋਣ ਤੋਂ ਬਾਅਦ ਅਸੀਂ ਹਰ ਉਹ ਪੁੱਠਾ ਕੰਮ ਕੀਤਾ ਜਿਹਦੇ ਨਾਲ ਰੋਗ ਵਧੇ। ਆ ਗਈ ਗੱਲ ਸਮਝ? ਭਾਵ ਕੀ ਹੈ ਮੇਰਾ, ਸਮਝੋ ਤੁਸੀਂ। ਸਾਹਮਣੇ ਆ ਜਾਓ, ਸਾਹਮਣੇ ਆ, ਵਧੀਆ ਲੱਗਾ ਬੇਟਾ। ਟਿੱਕੇ ਤੋਂ ਸ਼ਰਾਰਤ ਨਾ ਕਰੋ, ਟਿੱਕੇ ਬਜਾ। ਹੁਣ ਦੇਖੋ, ਸਮਝ ਗਏ ਜੀ ਤੁਸੀਂ ਸਾਰੀ ਬੇਨਤੀ ਨੂੰ। ਹਉਮੈ ਸ਼ਬਦ ਜਲਾਏ ਲੈ ਕੇ ਗੁਰੂ ਸਾਹਿਬ ਸਾਨੂੰ ਕਿੱਥੇ ਗਏ ਨੇ? ਸ਼ਬਦ ਨੂੰ ਆਰੰਭ ਕਰਨ ਤੋਂ ਬਾਅਦ ਸਮਾਪਤੀ ਹੋਈ ਹਉਮੈ ਸ਼ਬਦ ਜਲਾਏ। ਕਹਿੰਦੇ ਕਰਨ ਵਾਲਾ ਕੰਮ ਹੈ ਵੀ ਅਸੀਂ ਹਉਮੈ ਨੂੰ ਸ਼ਬਦ ਦੁਆਰਾ ਜਾਲਣਾ, ਸ਼ਬਦ ਦੁਆਰਾ ਮਿਟਾ ਦੇਣਾ, ਸ਼ਬਦ ਦੁਆਰਾ ਖਤਮ ਕਰਨਾ। ਪਰ ਦੇਖੋ ਗੁਰੂ ਸਾਹਿਬ ਕਹਿੰਦੇ ਕਮਾਲ ਇਹ ਆ ਵੀ ਇਹਨੇ ਹਰ ਕਰਮ ਉਹ ਕੀਤਾ, ਭਾਵੇਂ ਧਰਮ ਨਾਲ ਜੁੜ ਕੇ ਕੀਤਾ, ਜਿਹਦੇ ਨਾਲ ਹਉਮੈ ਵਧੀ। ਕੀ ਵਧੀ? ਹੁਣ ਕੀ ਕੀਤਾ? ਕਹਿੰਦੇ ਲਿਖ ਲਿਖ ਪੜਿਆ ਤੇਤਾ ਕੜਿਆ, ਪੜਿਆ ਤੇ ਕੜਿਆ। ਹੁਣ ਇਹਨੂੰ ਨਾ ਅਸੀਂ ਜ਼ੋਰ ਦੇ ਕੇ ਪੜ੍ਹਦਾ, ਥੋੜਾ ਜਿਹਾ ਜ਼ੋਰ ਦੇਣਾ, ਅੜਾੜੇ ਦੇ ਉੱਪਰ ਜ਼ੋਰ ਦੇਣਾ। ਪੰਜਾਬੀ ਭਾਸ਼ਾ ਸਮਝਦੇ ਹੋ? ਅੜਾੜੇ ਦੇ ਥੱਲੇ ਅਸੀਂ ਹਾ ਬੁਲਾਣਾ, ਇੱਥੇ ਲਿਖਿਆ ਨਹੀਂ ਪਰ ਬੁਲਾਣਾ। ਜੇ ਆਪਾਂ ਨਹੀਂ ਬੁਲਾਵਾਂਗੇ ਇਹ ਹੋ ਜਾਊਗਾ ਪੜਿਆ ਤੇ ਕੜਿਆ, ਕੜਾ ਤੇ ਕੜਿਆ, ਕੜਾ। ਪੜਿਆ ਮਤਲਬ ਪਿਆ, ਪੜਿਆ ਦਾ ਅਰਥ ਹੁੰਦਾ ਪਿਆ, ਪੜਾ ਹੁਆ, ਕਹਾਂ ਪੜਾ ਹੁਆ ਹੈ। ਹਿੰਦੀ ਚ ਕਹਿੰਦੇ ਆ ਕਿਆ ਪੜਾ ਹੈ, ਕਹਾਂ ਤੱਕ ਪੜਾ। ਇੱਥੇ ਪੜਿਆ, ਲਿਖ ਲਿਖ ਕੇ ਪੜਿਆ, ਬੜਾ ਕੁਝ ਲਿਖਿਆ ਤੇ ਬੜਾ ਕੁਝ ਪੜ੍ਹ ਲਿਆ। ਪਰ ਕਹਿੰਦੇ ਕਮਾਲ ਦੀ ਗੱਲ ਹੈ, ਜਿੰਨਾ ਲਿਖਿਆ ਤੇ ਜਿੰਨਾ ਪੜਿਆ ਤੇਤਾ ਕਰਿਆ, ਉਨਾ ਹੀ ਹੰਕਾਰ ਹੋ ਗਿਆ। ਲਿਖਣ ਦਾ ਵੀ ਹੰਕਾਰ ਹੋ ਗਿਆ, ਲਿਖੇ ਹੋਏ ਨੂੰ ਪੜ੍ਹਨ ਦਾ ਵੀ ਹੰਕਾਰ ਹੋ ਗਿਆ। ਹੁਣ ਆ ਗਈ ਪਰਸੋਂ ਵਾਲੀ ਗੱਲ ਆਪਣੀ ਕਿ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ। ਕਹਿੰਦੇ ਤੂੰ ਲਿਖ ਵੀ ਬਹੁਤ ਲਿਆ, ਪੜ ਵੀ ਬਹੁਤ ਲਿਆ। ਹੁਣ ਧਿਆਨ ਦਿਓ, ਦੇਖੋ
ਕਿੰਨਾ ਕੁਝ ਨਾ ਸਾਨੂੰ ਸਿੱਖ ਜਗਤ ਅੰਦਰੋਂ ਹੀ ਉਹ ਗੱਲਾਂ ਮਿਲ ਜਾਣਗੀਆਂ ਜਿਨ੍ਹਾਂ ਦਾ ਗੁਰੂ ਸਾਹਿਬ ਨੇ ਖੰਡਨ ਕੀਤਾ ਤੇ ਕਿੱਡੇ ਮਿੱਠਾ ਬਣਾ ਕੇ, ਕਿੰਨਾ ਚੰਗਾ ਬਣਾ ਕੇ ਇਹਨਾਂ ਨੂੰ ਸਾਡੇ 'ਚ ਧਰਮ ਬਣਾ ਕੇ ਪੇਸ਼ ਕੀਤਾ ਗਿਆ। ਇੱਕ ਪਿੱਛੇ ਜਿਹੀ ਰਵਾਇਤ ਚੱਲੀ ਸੀ ਜੀ, ਲਿਖਣ ਭਗਤੀ। ਲਿਖਣ ਭਗਤੀ ਤੁਸੀਂ ਸੁਣੀ ਹੋਣੀ ਆ ਕਈਆਂ ਨੇ, ਮੇਰੇ ਖਿਆਲ 'ਚ ਗੁਰੂ ਇਕਬਾਲ ਸਿੰਘ ਉਹਨਾਂ ਨੇ ਸ਼ੁਰੂ ਕੀਤੀ ਸੀ। ਲਿਖਣ ਭਗਤੀ, ਗੁਰਮਤਿ ਲਿਖਣ ਭਗਤੀ ਹੈ ਹੀ ਨਹੀਂ। ਲਿਖਿਆ ਹੋਇਆ ਤਾਂ ਗੁਰਬਾਣੀ ਹੈ ਸਾਡੇ ਕੋਲ, ਅਸੀਂ ਗੁਰਬਾਣੀ ਤੋਂ ਉੱਪਰ ਜੇ ਤਾਂ ਲਿਖ ਸਕਦੇ ਫਿਰ ਤਾਂ ਲਿਖੀਏ। ਜੇ ਤਾਂ ਗੁਰਬਾਣੀ ਤੋਂ ਉੱਪਰ ਸਾਡੇ ਕੋਲ ਕੋਈ ਗੱਲ ਹੈ ਵੀ ਇਹਦੇ 'ਚ ਕੋਈ ਕਮੀ ਰਹਿ ਗਈ, ਘਾਟ ਰਹਿ ਗਈ, ਜੀ ਇੱਥੇ ਆਹ ਚੀਜ਼ਾਂ ਨਹੀਂ ਸੀ ਲਿਖੀਆਂ ਹੋਈਆਂ, ਅਸੀਂ ਲਿਖਣ ਲੱਗਿਆ, ਫਿਰ ਤਾਂ ਤੁਸੀਂ ਲਿਖੋ। ਪਰ ਸਾਡੇ ਕੋਲ ਇੰਨੀ ਵੱਡੀ ਲਿਖਤ ਪਈ ਹੈ, ਸੱਚੀ ਲਿਖਤ ਪਈ ਹੈ, ਇਹਦੇ ਬਾਵਜੂਦ ਸਾਨੂੰ ਕੀ ਲਿਖਣ ਦੀ ਲੋੜ ਪੈ ਗਈ? ਹਿੰਦੂ ਮਤ ਨੇ ਇੱਕ ਰਵਾਇਤ ਤੋਰੀ ਸੀ, ਮੇਰੇ ਯਾਦ ਹੈ, ਤੇ ਮੇਰੀ ਉਮਰ ਦੇ ਜਿਹੜੇ ਤੁਹਾਡੇ 'ਚ ਸੱਜਣ ਬੈਠੇ ਹੋਣਗੇ ਨੀਅਰ ਅਬਾਊਟ 40 ਜਾਂ 40+, ਉਹਨਾਂ ਨੂੰ ਵੀ ਸ਼ਾਇਦ ਯਾਦ ਹੋਏਗਾ। ਸਾਡੇ ਵੇਲੇ ਨਾ ਸਕੂਲਾਂ ਦੇ ਵਿੱਚ ਅਸੀਂ ਸ਼ਾਇਦ ਤੀਸਰੀ ਚੌਥੀ ਮਤਲਬ ਅੰਡਰ ਪ੍ਰਾਇਮਰੀ ਸੀਗੇ, ਪ੍ਰਾਇਮਰੀ ਤੱਕ ਦੇ ਸੈਕਸ਼ਨ ਦੇ ਵਿੱਚ ਇੱਕ ਰਵਾਇਤ ਆਈ ਸੀ ਵੀ ਆਪਣੀਆਂ ਕਾਪੀਆਂ ਤੇ ਤੁਸੀਂ ਰਾਮ ਰਾਮ ਲਿਖਣਾ ਹੈ। ਮੈਥਮੈਟਿਕਸ ਦੀ ਕਾਪੀ ਹੁੰਦੀ ਸੀ ਬਾਕਸ ਵਾਲੀ, ਹਰੇਕ ਬਾਕਸ ਦੇ ਵਿੱਚ ਰਾਮ ਰਾਮ ਰਾਮ। ਫਿਰ ਉਹ ਗੱਲ ਚੱਲੀ ਵੀ ਸਿੱਖਾਂ ਨੇ ਵੀ ਲਿਖਿਆ, ਕਹਿੰਦੇ ਸਿੱਖ ਵਾਹਿਗੁਰੂ ਲਿਖੋ ਜੀ। ਚਲੋ ਕੋਈ ਨਹੀਂ, ਬੱਚੇ ਦੇ ਮਨ ਚੋਂ ਭਾਵ ਉਠਾਉਣਾ, ਇੱਥੋਂ ਤੱਕ ਆਪਾਂ ਮੰਨ ਲਿਆ। ਪਰ ਜਦੋਂ ਸਿਆਣਾ ਬੰਦਾ ਬੱਚਿਆਂ ਵਾਲੇ ਕੰਮ ਕਰੇ ਉਹਨੂੰ ਸਿਆਣਾ ਕੌਣ ਕਹੇਗਾ? ਇਹ ਲਿਖਣ ਭਗਤੀ ਵੱਡੇ ਵੀ ਲਾ ਦਿੱਤੇ, ਵੱਡੇ ਨੂੰ ਲਿਖਣ ਪੜ੍ਹਨ ਦੀ ਲੋੜ ਨਹੀਂ ਹੁੰਦੀ। ਵੱਡੇ ਵਾਸਤੇ ਇਹ ਤੋਂ ਅਗਲਾ ਸਟੈਪ ਹੈ ਵਿਚਾਰਨਾ। ਲਿਖ ਗੁਰੂ ਸਾਹਿਬ ਨੇ ਦਿੱਤਾ, ਬਚਪਨ ਤੇ ਜਵਾਨੀ ਤੱਕ ਅਸੀਂ ਪੜ੍ਹ ਬਹੁਤ ਲਿਆ, ਹੁਣ ਤੀਸਰਾ ਕਰਮ ਸੀ ਵਿਚਾਰਨਾ। ਵਿਚਾਰਨ ਨਾਲ ਸਿਆਣਪ ਉਪਜਦੀ ਹੈ, ਅਕਲ ਮਤ ਬੁੱਧ ਤਿੱਖੀ ਹੁੰਦੀ ਹੈ, ਬੜੇ ਭਰਮ ਸਾਡੇ ਮਨ ਚੋਂ ਮਿਟਦੇ ਨੇ, ਬੜਾ ਹਨੇਰਾ ਦੂਰ ਹੁੰਦਾ, ਬਹੁਤ ਕੁਝ ਪਤਾ ਲੱਗਦਾ, ਵਿਚਾਰ ਕੇ ਪਤਾ ਲੱਗਦਾ। ਵਿਚਾਰਨ ਵਾਲੇ ਪਾਸੇ ਧਿਆਨ ਨਾ ਗਿਆ, ਆਪਣਾ ਲਿਖਾ ਕੇ ਆਪਣਾ ਹੀ ਪੜਾਤਾ। ਕਹਿੰਦੇ ਲਿਖਣ ਵਾਲਿਆਂ ਦੇ ਮਨ ਚ ਫਿਰ ਬੜਾ ਹੰਕਾਰ ਆ ਜਾਂਦਾ। ਕੋਈ ਕਹਿੰਦਾ ਜੀ ਮੈਂ 1000 ਵਾਰੀ ਲਿਖਿਆ, ਦੂਜਾ ਕਹਿੰਦਾ ਮੈਂ 2000 ਵਾਰੀ ਲਿਖਿਆ, ਤੀਜਾ ਕਹਿੰਦਾ ਮੈਂ ਕਾਪੀ ਲਿਖਤੀ, ਚੌਥਾ ਕਹਿੰਦਾ ਮੈਂ 2 ਲਿਖੀਆਂ, ਪੰਜਵਾਂ ਕਹਿੰਦਾ ਮੈਂ 5 ਕਾਪੀਆਂ ਲਿਖੀਆਂ। ਫਿਰ ਅੱਗੇ 10 ਵਾਲਾ ਬੈਠਾ, ਫਿਰ 20 ਵਾਲਾ ਬੈਠਾ, 50 ਵਾਲਾ ਬੈਠਾ। ਇਹ ਫਿਰ ਕੀ ਹੋ ਗਿਆ? ਇਹ ਪੜ ਗੱਡੀ ਲੱਦੀਆਂ ਵਾਲਾ ਕੰਮ ਹੋ ਗਿਆ। ਜਿਹੜਾ ਲਿਖਿਆ ਵੀ ਪੜਿਆ ਵੀ ਹੋਏਗਾ, ਉਹਨੂੰ ਮਾਣ ਵੀ ਹੋਊਗਾ। ਅਸੀਂ ਹਉਮੈ ਗਵਾਉਣੀ ਸੀ, ਹਉਮੈ ਉਪਜਾਉਣ ਵਾਲੇ ਤੇ ਵਧਾਉਣ ਵਾਲੇ ਕੰਮ ਕਰਨ ਲੱਗੇ। ਇੱਕੋ ਸ਼ਬਦ ਨੂੰ ਬਾਰ-ਬਾਰ ਲਿਖਣ ਨਾਲ ਪ੍ਰਾਪਤੀ ਕੀ ਹੈ? ਜੇ ਇੱਕੋ ਸ਼ਬਦ ਨੂੰ, ਧਿਆਨ ਦਿਓ, ਬਹੁਤ ਬਰੀਕ ਗੱਲ ਹੈ, ਇਹਨੂੰ ਸਮਝੋ ਥੋੜਾ ਜਿਹਾ। ਇੱਕੋ ਸ਼ਬਦ ਨੂੰ ਬਾਰ-ਬਾਰ ਲਿਖਣ ਦੀ ਕੋਈ ਪ੍ਰਾਪਤੀ ਹੁੰਦੀ, ਜਾਂ ਰਾਮ ਰਾਮ ਦੀ ਗੱਲ ਕਰ ਲਈ, ਵਾਹਿਗੁਰੂ ਦੀ ਗੱਲ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁਝ ਹੋਰ ਨਾ ਲਿਖਣ ਦਾ, ਸਿਰਫ ਰਾਮ ਰਾਮ ਤੇ ਵਾਹਿਗੁਰੂ ਵਾਹਿਗੁਰੂ ਲਿਖਿਆ ਹੁੰਦਾ। ਕਿਵੇਂ ਕਰਿਓ? ਇਹਨੂੰ ਸਮਝੋ ਥੋੜਾ ਗਿਆ ਇਹਨਾਂ। ਫਿਰ ਆਹ ਪੰਕਤੀ ਵੀ ਮਹਾਰਾਜ ਲਿਖਦੇ ਨੇ, ਇੱਥੇ ਐਡ ਨਾ ਕਰਦੇ, ਲਿਖ ਪੜਿਆ। ਕਿਉਂਕਿ ਇਹ ਕੁਝ ਹਿੰਦੂ ਮਤ ਵਿੱਚ ਪ੍ਰਚਲਿਤ ਸੀ, ਰਵਾਇਤਾਂ ਚੱਲੀਆਂ ਆ ਰਹੀਆਂ ਸੀ। ਉਹਨਾਂ ਨੇ ਕਿਹਾ ਸੀ ਬਸ ਲਿਖੀ ਜਾਓ, ਪੜ੍ਹੀ ਜਾਓ। ਵਿਚਾਰਨ ਵਾਲੀਆਂ ਨਾ ਗੱਲਾਂ ਕੀਤੀਆਂ, ਨਾ ਦੱਸੀਆਂ, ਨਾ ਵਿਚਾਰਨ ਵਾਲੇ ਸੋਚ ਉਹਨਾਂ ਨੇ, ਮਤਲਬ ਉਹ ਸਾਡੀ ਸੋਚ ਵਿੱਚ, ਉਹ ਸਾਡੀ ਸੋਚ ਨਹੀਂ ਉਸ ਪਾਸੇ ਜਾਣ ਦਿੱਤੀ। ਵੇਦਾਂ ਨੂੰ ਪੜ੍ਹਨ ਵਿਚਾਰਨ ਤੇ ਪਾਬੰਦੀ ਕਿਉਂ ਸੀ? ਕਿਉਂਕਿ ਵੇਦਾਂ ਵਿੱਚ ਗਿਆਨ ਸੀ ਤੱਤ ਸੱਚ ਦਾ, ਵੀ ਜੇ ਇਹ ਪਬਲਿਕ ਇਹ ਪੜ੍ਹ ਗਈ, ਪੰਡਤਾਂ ਨੂੰ ਪਤਾ ਵੀ ਸਾਡੀਆਂ ਦੁਕਾਨਾਂ ਬੰਦ ਹੋਣਗੀਆਂ। ਉਹ ਕਹਿੰਦੇ ਵੀ ਇਹਨਾਂ ਨੂੰ ਕਹੋ ਵੀ ਤੁਸੀਂ ਵੇਦਾਂ ਦੇ ਨੇੜੇ ਵੀ ਨਹੀਂ ਜਾਣਾ। ਸ਼ੂਦਰਾਂ ਦੇ ਤਾਂ ਖਾਸ ਤੌਰ ਤੇ ਵੀ ਸ਼ੂਦਰ ਜਾਗਰੂਕ ਹੋਊਗਾ, ਉਹ ਗਿਆਨਵਾਨ ਹੋਊਗਾ, ਸੂਝੂਗਾ, ਉਹਨੇ ਮੈਨੂੰ ਮੱਥਾ ਨਹੀਂ ਟੇਕਣਾ, ਉਹਨੇ ਮੇਰੇ ਅੰਦਰ ਨਹੀਂ ਰਹਿਣਾ, ਉਹਨੇ ਮੇਰੀ ਗੁਲਾਮੀ ਨਹੀਂ ਕਬੂਲਣੀ, ਮੈਨੂੰ ਦਾਨ ਪੁੰਨ ਆਉਣਾ ਬੰਦ ਹੋ ਜਾਊਗਾ, ਮੇਰੀ ਰੋਜ਼ੀ ਰੋਟੀ ਬੰਦ ਹੋ ਜਾਊਗੀ। ਇਸ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਇਹਨਾਂ ਦੇ ਨੇੜੇ ਵੀ ਨਹੀਂ ਜਾਣਾ, ਗ੍ਰੰਥਾਂ ਦੇ, ਮੰਦਿਰ ਦੇ ਨੇੜੇ ਨਹੀਂ ਜਾਣਾ, ਕੰਨ 'ਚ ਤੇਰੇ ਰਾਮ ਨਾਮ ਦੀ ਗੱਲ ਨਹੀਂ ਪੈਣੀ ਚਾਹੀਦੀ, ਅੱਖ ਨਾਲ ਦੇਖਣਾ ਨਹੀਂ ਚਾਹੀਦਾ, ਮੂੰਹ ਤੋਂ ਬੋਲਣਾ ਨਹੀਂ ਚਾਹੀਦਾ। ਉਸ ਸਾਜ਼ਿਸ਼ ਦਾ ਇੱਕ ਹਿੱਸਾ ਸੀ। ਤੇ ਗੁਰੂ ਸਾਹਿਬ ਕਹਿੰਦੇ ਵੀ ਰਿਜ਼ਲਟ ਪਤਾ ਕੀ ਨਿਕਲਿਆ? ਕਹਿੰਦੇ ਤੁਸੀਂ ਲਿਖ ਲਿਆ, ਪੜ੍ਹ ਲਿਆ, ਰਿਜ਼ਲਟ ਕੀ ਨਿਕਲਿਆ? ਤੇਤਾ ਕੜਿਆ, ਕੱਢ ਗਏ, ਆਕੜ ਆ ਗਈ, ਹੋਰ ਆਕੜ ਆ ਗਈ, ਹੰਕਾਰ ਵੱਧ ਗਿਆ। ਇਹ ਨੁਕਸਾਨ ਹੋਇਆ। ਮੈਂ ਫੇਰ ਬੇਨਤੀ ਕਰਦਾ, ਬਾਰ-ਬਾਰ ਮੈਂ ਬੇਨਤੀ ਕਰਦਾ, ਗੱਲ ਨੂੰ ਗਲਤ ਪਾਸੇ ਨਾ ਲੈ ਕੇ ਜਾਏ, ਨਾ ਚਲੀ ਜਾਵੇ। ਇਹਦੇ ਪਿਛਲੇ ਭਾਵ ਨੂੰ ਸਾਨੂੰ ਸਮਝਣਾ ਪਏਗਾ। ਹੋ ਸਕਦਾ ਮੇਰੇ ਕੋਲ ਪ੍ਰੋਪਰ, ਮੈਂ
ਪੂਰਨ ਤੌਰ ਤੇ ਨਾ ਉਸ ਗੱਲ ਨੂੰ ਖੋਲ ਪਾ ਰਿਹਾ ਹਾਂ, ਪਰ ਤੁਸੀਂ ਇਹਦਾ ਪਿਛਲਾ ਭਾਗ ਤੁਸੀਂ ਆਪ ਵੀ ਸਮਝਣ ਦਾ ਯਤਨ ਕਰਿਓ। ਹਉਮੈ ਗਵਾਉਣ ਵਾਲਾ ਕਰਮ ਜਿਹੜਾ ਹੈ ਉਹ ਸਫਲ ਹੈ, ਉਹ ਸਾਰਥਕ ਹੈ, ਪਰ ਜਿਹੜਾ ਹਉਮੈ ਵਧਾ ਰਿਹਾ ਹੈ ਉਹ ਕੋਈ ਵੀ ਮਹਾਰਾਜ ਕਹਿੰਦੇ ਭਰਮ ਹੈ, ਪਖੰਡ ਹੈ, ਕਿਤੇ ਕਰਮ ਕਾਂਡ ਹੈ। ਕਰਮ ਕਾਂਡ ਪਤਾ ਇਹ ਹੁਣ ਕੀ ਹੈ? ਇਹ ਹੋ ਗਿਆ ਕਰਮ ਕਾਂਡ। ਤਨ ਨਾਲ ਕੀਤਾ ਗਿਆ ਕਰਮ, ਜਿਹਦੇ ਮਨ ਨੂੰ ਕੋਈ ਪ੍ਰਾਪਤੀ ਨਾ ਹੋਵੇ, ਮਨ ਦੀ ਮੈਲ ਨਾ ਖੋਵੇ, ਮਨ ਧਰਮ ਸੱਚ ਰੱਬ ਗੁਰੂ ਪਰਮੇਸ਼ਰ ਵਾਲੇ ਪਾਸੇ ਨਾ ਤੁਰ ਪਾਵੇ, ਮਨ ਜਕੜਿਆ ਜਾਏ, ਮਨ ਬੰਨਿਆ ਜਾਏ, ਮਨ ਚ ਮੈਲ ਪੈਦਾ ਹੋ ਜਾਏ, ਉਹ ਕਰਮ ਕਰਮ ਕਾਂਡ ਬਣ ਜਾਂਦਾ ਹੈ। ਕਰਮ ਕਾਂਡ ਕਿੱਥੇ ਬਣਦਾ? ਕਰਮ ਤੇ ਕਰ ਰਿਹਾ ਸੀ ਸਰੀਰ ਨਾਲ ਝਾੜੂ ਲਾਇਆ, ਪੋਚਾ ਲਾਇਆ, ਭਾਂਡੇ ਮਾਂਜੇ, ਲੰਗਰ ਬਣਾਇਆ, ਸਰੀਰ ਨਾਲ ਹੋ ਗਿਆ। ਪਰ ਜੇ ਹੁਣ ਉਹ ਮਨ ਦੀ ਮੈਲ ਉਤਾਰਨ ਦੇ ਬਾਵਜੂਦ ਮਨ ਦੀ ਮੈਲ ਲੱਗ ਜਾਏ, ਹੋਰ ਵੱਧ ਜਾਏ, ਗੁਰੂ ਸਾਹਿਬ ਕਹਿੰਦੇ ਵੀ ਕਰਮ ਕਾਂਡ ਹੈ। ਇਹ ਹੁਣ ਸਾਰੀ ਕਰਮ ਕਾਂਡ ਦੀ ਲਿਸਟ ਦੱਸੀ ਹੈ ਮਹਾਰਾਜ ਨੇ। ਇਹ ਕੁਝ ਹੁਣ ਕੀ ਹੈ? ਕਹਿੰਦੇ ਜੋ ਦੁਨੀਆ ਚ ਹੋ ਰਿਹਾ, ਲਿਖ ਲਿਖ ਪੜਿਆ ਤੇਤਾ ਖੜਿਆ, ਬਹੁਤ ਤੀਰਥ ਭਵਿਆ, ਭਵਿਆ ਦਾ ਅਰਥ ਹੈ ਭਟਕਿਆ, ਬਹੁਤ ਤੀਰਥਾਂ ਤੇ ਗਿਆ, ਤੇਤੋਂ ਲਵਿਆ, ਉਹਨੇ ਕਾਂਵਾਂ ਰੋਲੀ ਸ਼ੁਰੂ ਪਾਈ, ਉਹਨਾਂ ਦਿਖਾਵਾ ਕੀਤਾ, ਉਹਨਾਂ ਲੋਕਾਂ ਚ ਆ ਕੇ ਢੰਡੋਰਾ ਪਿੱਟਿਆ। ਲਵੇ ਦਾ ਅਰਥ ਕੀਤਾ ਜੀ ਕਾਂ ਵਾਂਗ ਬੋਲਣਾ, ਕਹਿੰਦੇ ਬੋਲੀ ਜਾਂਦਾ, ਜਿਤਾਈ ਜਾਂਦਾ, ਮੈਂ ਇੰਨੇ ਤੀਰਥਾਂ ਤੇ ਗਿਆ, ਮੈਂ ਉੱਥੇ ਗਿਆ, ਉਹ ਵੀ ਮੇਰੀ ਯਾਤਰਾ, ਉਹ ਵੀ ਮੈਂ ਦੇਖਿਆ, ਉੱਥੇ ਵੀ ਇਸ਼ਨਾਨ ਕੀਤਾ, ਉੱਥੇ ਵੀ ਦਾਨ ਪੁੰਨ ਕੀਤਾ। ਬਹੁਤ ਤੀਰਥ ਭਵਿਆ, ਕਹਿੰਦੇ ਭਟਕਣਾ ਹੀ ਹੈ, ਹੋਰ ਕੁਛ ਵੀ ਨਹੀਂ ਹੈ। ਤੇਤੋਂ ਲਵਿਆ, ਉਹਨਾਂ ਹੰਕਾਰ, ਉਹਨੇ ਜ਼ਹਿਰ, ਉਹਨਾਂ ਦਿਖਾਵਾ ਪ੍ਰਗਟ ਹੋ ਗਿਆ ਅੰਦਰ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਭੇਖ ਬੜੇ ਕੀਤੇ, ਕਦੇ ਭਗਵੇਂ ਕੱਪੜੇ ਪਾ ਲੈਂਦਾ, ਕਦੇ ਚਿੱਟੇ ਪਾ ਲੈਂਦਾ, ਕਦੇ ਕਾਲੇ ਪਾ ਲੈਂਦਾ, ਕਦੇ ਖੋਲ ਹੀ ਦਿੰਦਾ, ਕਦੇ ਕੋਈ, ਕਦੇ ਤਿਲਕ ਲਾਉਂਦਾ, ਕਦੇ ਬੁੱਧੀ ਰੱਖਦਾ, ਕਦੇ ਜਨੇਊ ਪਾਉਂਦਾ, ਕਦੇ ਕੁਛ ਕਰਦਾ, ਕਦੇ ਕੁਛ, ਸਾਰਾ ਕੁਛ ਚੱਲਦਾ। ਭੇਖ ਜਿਹੜਾ ਬੋਡੀ ਦੇ ਰੂਪ ਬਦਲਦਾ। ਤਾਂ ਹੀ ਕਿ ਅਸੀਂ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀਨ। ਗੁਰੂ ਸਾਹਿਬ ਕਹਿੰਦੇ ਜਿਹੜਾ ਭੇਖ ਧਾਰਿਆ ਜਾ ਰਿਹਾ ਨਾ, ਇੱਕ ਧਾਰਮਿਕ ਪੁਜਾਰੀ ਵੱਲੋਂ, ਪੰਡਿਤ ਹੈ, ਬ੍ਰਾਹਮਣ ਹੈ, ਮੌਲਵੀ ਹੈ, ਕਾਜ਼ੀ ਹੈ, ਜੋਗੀ ਹੈ, ਸੰਨਿਆਸੀ ਹੈ, ਬ੍ਰਹਮਚਾਰੀ ਹੈ, ਤਪਸਵੀ ਹੈ, ਤੇ ਅੱਜ ਦੇ ਭੇਖ ਚ ਕਹਿ ਦਈਏ ਗ੍ਰੰਥੀ ਹੈ, ਪ੍ਰਚਾਰਕ ਹੈ, ਜਥੇਦਾਰ ਹੈ, ਭੇਖ ਧਾਰ ਕੇ ਹੀ ਚੱਲਦੇ ਨੇ ਨਾ ਸਾਰੇ। ਬਹੁਤ ਭੇਖ ਕੀ ਆ, ਬੜੇ ਭੇਖ ਕੀਤੇ ਨੇ, ਪਰ ਦੇਹੀ ਦੁੱਖ ਦੀ ਹੈ, ਕੇਵਲ ਦੇਹ ਨੂੰ ਦੁੱਖ ਹੀ ਦਿੱਤਾ, ਹੋਰ ਕੁਝ ਨਹੀਂ ਕੀਤਾ। ਦੇਹ ਨੂੰ ਦੁੱਖ ਦੇ ਰਹੇ ਹੋ। ਫਿਰ ਹੁਣ ਨਤੀਜਾ ਕੀ ਹੈ? ਸੋਹ ਵੇ ਜੀਆ, ਉਹ ਜੀਆ, ਇਹ ਬੰਦੇ ਸਹਿ, ਕਹਿੰਦੇ ਆਪਣਾ ਕਿਤੇ ਸਹਿ ਰਿਹਾ, ਆਪਣਾ ਕੀ ਆ, ਜੋ ਜਿੰਨਾ ਕੁ ਤੂੰ ਕੀਤਾ ਸੀ ਉਨਾ ਕੁ ਪਾ ਲਿਆ, ਪਰ ਕਿ ਪ੍ਰਾਪਤੀ ਤਾਂ ਤੈਨੂੰ ਹੋਈ ਨਹੀਂ। ਮਨ ਚ ਹੁਣ ਤੂੰ ਆਪਣੇ ਕਿੱਤੇ ਦੀ ਮੈਲ ਪਾ ਲਈ, ਹੰਕਾਰ ਭਰ ਲਿਆ, ਨਿੰਦਾ ਭਰ ਲਈ, ਈਰਖਾ ਭਰ ਲਈ, ਨਫ਼ਰਤ ਭਰ ਲਈ, ਦੂਜੇ ਨੂੰ ਮਾੜਾ ਮੰਨਦਾ, ਦੂਜੇ ਨੂੰ ਛੋਟਾ ਮੰਨਦਾ, ਦੂਜੇ ਨੂੰ ਨਿਗੁਣਾ ਮੰਨਦਾ, ਦੂਜੇ ਨੂੰ ਅਨਪੜ੍ਹ ਮੰਨਦਾ। ਇਹ ਮੈਲ ਵਧਾ ਲਈ। ਆਪਣਾ ਕੀ ਆ? ਆਪਣੀ ਤੇਰੀ ਮੱਤ ਸੀ, ਆਪਣੀ ਮੱਤ ਨਾਲ ਹੀ ਕਰਦਾ ਰਿਹਾ ਨਾ, ਗੁਰਮਤ ਨਹੀਂ ਹੈ ਉਹਦੇ ਵਿੱਚ। ਆਪਣਾ ਕੀ ਆ? ਆਪਣੀ ਮੱਤ ਨਾਲ ਤੂੰ ਕਹਿੰਦਾ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਜੀ, ਇਸ ਤਰ੍ਹਾਂ ਤੀਰਥਾਂ ਤੇ ਜਾਓ, ਆਹ ਲਿਖ ਲਓ, ਆਹ ਪੜ੍ਹ ਲਓ, ਆਹ ਦਾਨ ਦੇ ਦਿਓ, ਆਹ ਪੁੰਨ ਦੇ ਦਿਓ, ਇੱਥੇ ਨਹਾ ਲਓ, ਇੱਥੇ ਭੁੱਖੇ ਰਹਿ ਲਓ, ਇੱਥੇ ਧੂੜੀ ਮਲ ਲਓ, ਇੱਥੇ ਸਵਾਹ ਮਲ ਲਓ। ਇਹ ਆਪਣਾ ਕੀ ਹੈ? ਤੇਰਾ ਕਹਿੰਦੇ ਸਹਿ ਹੋਣਾ, ਸੋਵੇ ਜੀ ਆ, ਆਪਣਾ ਕੀ ਆ? ਅੰਨ ਨਾ ਖਾਇਆ, ਆਪਣਾ ਕੀ ਆ? ਕੀ ਹੈ? ਅੰਨ ਨਹੀਂ ਖਾਣਾ। ਸਾਧ ਗਵਾਇਆ, ਜਿਹੜਾ ਅੰਨ ਛਕ ਕੇ, ਜਿਹੜਾ ਕੁਦਰਤ ਨੇ ਖਾਣਾ ਪੀਣਾ ਪਵਿੱਤਰ ਹੈ ਦਿੱਤਾ ਸੀ, ਜਿਸ ਨਾਲ ਇਹ ਹੀਰੇ ਜੈਸੇ ਜਨਮ ਨੂੰ, ਇਸ ਸੋਨੇ ਵਰਗੀ ਦੇਹੀ ਨੂੰ ਪਾਲਣਾ ਸੀ, ਉਹ ਸਾਧ, ਉਹ ਰਸ, ਜਿਹੜੇ ਅੰਨ ਦੇ ਰਸ ਸਨ, ਜਿਨ੍ਹਾਂ ਨੂੰ ਛਕ ਕੇ ਬੰਦਾ ਰੱਬ ਦੇ ਸ਼ੁਕਰ ਵਿੱਚ ਜੁੜਦਾ ਹੈ, ਜਿਨ੍ਹਾਂ ਨੂੰ ਛਕ ਕੇ ਤਨ ਤ੍ਰਿਪਤ ਹੁੰਦਾ, ਤਨ ਦੇ ਨਾਲ ਕਿਤੇ ਆਤਮਾ ਤੋਂ ਵੀ ਆਵਾਜ਼ ਨਿਕਲਦੀ ਰੱਬ ਦੇ ਸ਼ੁਕਰ ਦੀ, ਉਹ ਸਾਰਾ ਟੇਸਟ ਤਨ ਦਾ ਤੇ ਮਨ ਦਾ ਵੀ ਤੂੰ ਗਵਾ ਚੁੱਕਿਆ, ਕਿਉਂਕਿ ਤੂੰ ਅੰਨੇ ਤਿਆਗ ਤਾਂ ਕਹਿੰਦੇ ਅੰਨ ਖਾਣਾ ਹੀ ਨਹੀਂ ਜੀ, ਮੈਂ ਤੇ ਵਰਤ ਰੱਖ ਲਿਆ, ਅਸੀਂ ਤੇ ਅੰਨ ਦੇ ਤਿਆਗੀ ਹਾਂ ਜੀ, ਅਸੀਂ ਪੌਣਹਾਰੀ ਹਾਂ, ਕੋਈ ਦੁੱਧਾਹਾਰੀ ਹੈ। ਹੁਣ ਜਿਹੜੇ ਸਾਡੇ ਚ ਅੰਨ ਦਾ ਤਿਆਗ ਕਰਦੇ ਨੇ, ਜਿਹੜੇ ਸਾਡੇ ਚ ਸਾਰੀ ਉਮਰ ਤੀਰਥਾਂ ਦੀ ਭਟਕੀ ਜਾਂਦੇ ਨੇ, ਬੜੇ ਭੇਖ ਧਾਰਨ ਕਰਦੇ ਨੇ, ਇੱਥੇ ਹੀ ਖੜੇ ਨੇ ਉਹ ਪਾਂਡੇ ਵਾਲੀ ਲਿਸਟ ਚ। ਅੰਨ ਨਾ ਖਾਇਆ, ਸਾਧ ਗਵਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ। ਇਹ ਸਾਰੇ ਟੋਟਲੀ ਕਰਮਕਾਂਡੀ ਬੰਦੇ ਦੀ ਲਿਸਟ ਹੈ। ਬਹੁਤ ਦੁੱਖ ਪਾਇਆ, ਬੜਾ ਦੁੱਖ ਪਾਇਆ, ਕਿੱਥੋਂ ਪਾਇਆ? ਦੂਜਾ ਪਾਇਆ, ਸੈਕਿੰਡ ਵੇਵ। ਅਸੀਂ ਕਹਿੰਦੇ ਜਿਵੇਂ ਸੈਕਿੰਡ ਵੇਵ ਆ ਗਈ, ਲਹਿਰ ਆ ਗਈ ਦੂਜੀ। ਇਸੇ ਤਰ੍ਹਾਂ ਇੱਕ ਹੈ ਪਰਮੇਸ਼ਰ, ਦੂਜੀ ਹੈ ਮਾਇਆ। ਭਾਏ ਦਾ ਅਰਥ ਹੁੰਦਾ ਹੈ ਪਿਆਰ,
ਦੂਜੇ ਪਾਸੇ ਪਿਆਰ ਲੱਗ ਗਿਆ, ਕਿੱਥੇ ਲੱਗ ਗਿਆ? ਮਾਇਆ ਨਾਲ। ਮਾਇਆ ਕੀ ਹੈ? ਸੰਸਾਰ, ਵਾਹਵਾ, ਰੰਗ ਤਮਾਸ਼ੇ, ਦੀਨ ਦੁਨੀਆ ਦੀ ਵਡਿਆਈ, ਧਨ ਦੌਲਤ ਦਾ ਵੱਧ ਜਾਣਾ, ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ ਨਾ। ਦੂਜੇ ਮਾਇਆ ਦੇ ਭਾਵ ਵਿੱਚ ਫਸ ਗਿਆ, ਦੂਜੇ ਭਾਵ ਚ ਫਸਿਆ ਹੋਇਆ ਹੈ, ਉੱਥੇ ਫਸ ਕੇ ਬਹੁਤ ਦੁੱਖ ਪਾਇਆ, ਕਹਿੰਦੇ ਬੜਾ ਦੁੱਖ ਪਾ ਰਿਹਾ। ਦੂਜਾ ਭਾਵ ਬਹੁਤ ਖਤਰਨਾਕ ਹੁੰਦਾ, ਦੂਜੇ ਭਾਵ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ। ਗੁਰੂ ਸਾਹਿਬ ਨੇ ਕਿਹਾ ਸੀ ਦੂਜਾ ਭਾਵ ਵਿਸਾਰੀਏ ਇਹ ਤੰਬੋਲਾ ਖਾਏ ਰੀ, ਦੂਜਾ ਭਾਵ ਵਿਸਾਰੋ। ਮਨ ਰੇ ਦੂਜਾ ਭਾਵ ਚੁਕਾਏ, ਭਾਈ ਰੇ ਜਗ ਦੁਖੀਆ ਦੂਜਾ ਭਾਏ। ਦੂਜੇ ਭਾਵ ਚ ਲੱਗਿਆ ਸੀ, ਸਾਰੇ ਫਸੇ ਆ ਦੂਜਾ ਭਾਵ ਕਿਤੇ ਨਾ ਕਿਤੇ। ਪਹਿਲਾ ਭਾਵ, ਫਸਟ ਭਾਵ, ਪਹਿਲਾ ਪਿਆਰ, ਉਹ ਤੇ ਹੈਗਾ ਇੱਕ ਦਾ। ਜੇ ਤਾਂ ਇੱਕ ਦਾ ਪਿਆਰ ਹੈ, ਪਹਿਲਾ ਪਿਆਰ ਹੈ, ਇੱਕ ਨਾਲ ਪਿਆਰ ਹੈ, ਭਾਵ ਹੈ ਸਾਡਾ ਸੱਚ ਨਾਲ, ਪਰਮੇਸ਼ਰ ਨਾਲ, ਆਪਣੇ ਅੰਦਰ ਵਸਦੀ ਅੰਤਰਾਤਮਾ ਨਾਲ, ਸਾਡੇ ਗੁਰ ਨਾਲ, ਸਾਡੇ ਮੂਲ ਨਾਲ। ਉੱਥੇ ਜਦੋਂ ਜੁੜਦਾ ਉਹ ਤੇ ਬਣ ਜਾਂਦੀ ਪ੍ਰੇਮਾ ਭਗਤੀ। ਤੇਰਾ ਪਿਆਰ, ਤੇਰੇ ਭਰੋਸੇ ਪਿਆਰੇ ਮੈਂ ਲੜ ਲੜਾਇਆ। ਉਹ ਤੋਂ ਬਿਨਾਂ ਜਿਹੜਾ ਬਾਹਰ, ਹੁਣ ਉਹ ਤੋਂ ਬਿਨਾਂ ਜਿਹੜਾ ਦੂਜਾ ਭਾਵ ਕਿੱਥੇ ਹੁੰਦਾ? ਦੂਜਾ ਭਾਵ ਹੁੰਦਾ ਮਾਇਆ ਨਾਲ, ਸੰਸਾਰ ਨਾਲ। ਅੱਖਾਂ ਨਾਲ ਅਸੀਂ ਇਸ ਆਈਸ ਨਾਲ, ਇਹਨਾਂ ਨਾਲ ਜੋ ਵਸਤੂ ਸੰਸਾਰ ਚ ਦੇਖਦੇ ਆ A to Z ਜੋ ਦਿਸਦਾ ਸਾਨੂੰ, ਉਹ ਸਾਰਾ ਦੂਜਾ ਭਾਵ ਹੈ। ਬਾਣੀ ਦਾ ਫੈਸਲਾ ਸਾਰਾ ਹੀ ਦੂਜਾ ਹੈ। ਹੁਣ ਇਹਦੇ ਵਿੱਚ ਇੱਕ ਆਮ ਚੀਜ਼ਾਂ ਤਾਂ ਵੀ ਸਾਡਾ ਘਰ ਹੈ ਜੀ, ਫਿਰ ਇੱਕ ਨਹੀਂ 4 ਘਰ ਨੇ ਜੀ, 10 ਘਰ ਨੇ, ਜ਼ਮੀਨ ਹੈ, ਜਾਇਦਾਦ ਹੈ, ਵੱਡੇ ਕਾਰੋਬਾਰ ਨੇ, ਹਨਾ, ਮਾਇਆ। ਫਿਰ ਅੱਗੇ ਪ੍ਰਭੁਤਾ ਹੈਗੀ ਆ, ਰਾਜ ਭਾਗ, ਚੌਧਰਾਂ, ਕੁਰਸੀਆਂ, ਪਦਵੀਆਂ, ਰੁਤਬੇ। ਇਹ ਤੋਂ ਬਾਅਦ ਫਿਰ ਥੋੜਾ ਹੋਰ ਨੇੜੇ ਆ ਜੀ ਵੀ ਇਹਨਾਂ ਨੂੰ ਚਲੋ ਛੱਡ ਦਿੰਦੇ ਆ। ਫਿਰ ਆ ਗਿਆ ਮੋਹ ਪਰਿਵਾਰ ਦਾ, ਬੱਚਿਆਂ ਦਾ, ਮਾਂ-ਬਾਪ ਦਾ, ਭੈਣਾਂ ਭਰਾਵਾਂ ਦਾ। ਜੇ ਬੰਦਾ ਇਹ ਤੋਂ ਵੀ ਚਲੋ ਖਹਿੜਾ ਛਡਾ ਲੇ, ਇਹ ਵੀ ਦੂਜਾ ਭਾਵ ਚ ਆਏਗਾ। ਉਹ ਤੋਂ ਫਿਰ ਮੈਂ, ਆ ਸਰੀਰ ਹੈ ਜਿਹੜਾ, ਪਹਿਲਾਂ ਤਾਂ ਮੈਂ ਆ, ਮੈਂ ਮੀਨਸ ਮਨ, ਜੋਤ। ਦੂਜੀ ਕੀ ਹੈ? ਦੂਜੀ ਹੈ ਕਾਇਆ, ਸਰੀਰ, ਬੋਡੀ। ਬੋਡੀ ਵੀ ਦੂਸਰੀ ਹੈ ਸਰੀਰ। ਗੁਰੂ ਸਾਹਿਬ ਕਹਿੰਦੇ ਸਰੀਰ ਨਾਲ ਵੀ ਤੈਨੂੰ ਪਿਆਰ ਤੋੜਨਾ ਪੈਣਾ। ਪਿਆਰ ਦਾ ਅਰਥ ਹੈ ਮੋਹ, ਧਿਆਨ ਵਿੱਚ ਰੱਖਿਓ। ਇਹਨੂੰ ਪਾਲਣਾ ਵੀ ਹੈ ਪਰ ਇਹਦੇ ਮੋਹ ਚ ਨਹੀਂ ਫਸਣਾ। ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਨ ਕਰ ਰਿਹਾ। ਬਹੁਤ ਵਧੀਆ ਪੰਕਤੀ ਯਾਦ ਕਰਾਤੀ, ਤਕਰੀਬਨ ਇਹ ਪੰਕਤੀ ਮੈਂ ਵਰਤਦਾ ਨਾ, ਅੱਜ ਵਿਸਰ ਗਈ। ਹਾਂਜੀ, ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਨ ਜਾ ਰਿਹਾ। ਬਸ ਦੂਜੇ ਤੋਂ ਬਚਣਾ। ਦੁੱਖ ਦੂਜਾ ਦਿੰਦਾ, ਜਦੋਂ ਵੀ ਦਿੰਦਾ। ਜਦੋਂ ਕਹਾਣੀ ਵਿਗੜ ਜਾਏ ਦੂਜੇ ਤੋਂ ਵਿਗੜ ਜਾਏ। ਅਸੀਂ ਕਹਿੰਦੇ ਕੋਈ ਆਮ ਸੰਸਾਰ ਚ ਤੀਜਾ ਕਹਿ ਦਿੰਦੇ, ਪਰ ਅਸੀਂ ਕਹਿੰਦੇ ਕੋਈ ਦੂਜਾ ਆ ਗਿਆ ਕੰਮ ਵਿਗਾੜ ਗਿਆ। ਪਤੀ ਪਤਨੀ ਚ ਦੂਜਾ ਆ ਗਿਆ, ਕਹਾਣੀ ਵਿਗੜ ਗਈ। ਪਰਿਵਾਰ ਦੇ ਮਾਹੌਲ ਚ ਕਿਸੇ ਬਾਹਰਲੇ ਦੀ, ਦੂਜੇ ਦੀ ਇੰਟਰਫੇਅਰ ਹੋ ਗਈ, ਗੱਲ ਵਿਗੜ ਗਈ। ਦੂਜਾ ਖਤਰਨਾਕ ਹੁੰਦਾ ਹੈ। ਭਾਦੇ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਦੂਜੇ ਕਿੱਥੇ? ਕਹਿੰਦੇ ਭਾਦ ਹੋਏ, ਦੂਸਰੇ ਭਾਵ ਚ, ਭਰਮ ਚ ਪੈ ਕੇ ਸਭ ਕੁਝ ਭੁੱਲ ਗਿਆ, ਸੱਚ ਭੁੱਲ ਗਿਆ। ਹੇਤ ਕਿੱਥੇ ਲੱਗ ਗਿਆ? ਦੂਜੇ ਨਾਲ, ਸੰਸਾਰ ਨਾਲ, ਮਾਇਆ ਨਾਲ, ਚੌਧਰਾਂ ਨਾਲ, ਵਡਿਆਈਆਂ ਨਾਲ। ਹੁਣ ਕਹਿੰਦੇ ਭਾਵੇਂ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਹੇਤ। ਮੈਂ ਇੱਕ ਐਗਜ਼ਾਮਪਲ ਕਾਫੀ ਅਸੀਂ ਵਰਤਦੇ ਆ ਕੈਨੇਡਾ ਵਾਲੀ ਕਲਾਸ ਚ, ਸਾਰੇ ਭੈਣ ਜਿਹਨਾਂ ਨੂੰ ਪਤਾ ਹੀ ਹੈ। ਇਹਨੂੰ ਮੈਂ ਰਿਸ਼ਤਿਆਂ ਦੇ ਵਿੱਚੋਂ ਲੈ ਰਿਹਾ, ਇੱਥੋਂ ਗੱਲ ਸਾਨੂੰ ਸੌਖੀ ਸਮਝ ਆਏਗੀ। ਉਹ ਜਿਹੜਾ ਸ਼ਬਦ ਹੈ ਭਾਵੇਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਖੇਤ। ਪਤੀ ਪਤਨੀ ਦਾ ਰਿਸ਼ਤਾ ਬੜੇ ਭਰੋਸੇ ਵਾਲਾ ਰਿਸ਼ਤਾ ਹੈ, ਬੜਾ ਪਿਆਰ ਵਾਲਾ ਰਿਸ਼ਤਾ ਹੈ, ਬੜਾ ਨੇਹ ਦਾ ਰਿਸ਼ਤਾ, ਬੜਾ ਨੇੜੇ ਦਾ ਰਿਸ਼ਤਾ ਹੈ, ਸਮਰਪਣ ਦਾ ਰਿਸ਼ਤਾ ਹੈ, ਵਿਸ਼ਵਾਸ ਦਾ ਰਿਸ਼ਤਾ ਹੈ। ਜੇ ਪਤਨੀ ਪਤੀ ਨੂੰ ਖੁਸ਼ ਕਰਨ ਲਈ ਸ਼ਿੰਗਾਰ ਕਰਦੀ ਹੈ ਜੀ, ਚਲੋ ਮੰਨਿਆ ਵੀ ਸ਼ਿੰਗਾਰ ਕਿਉਂ ਕਰਨਾ? ਕਹਿੰਦੇ ਪਤੀ ਨੂੰ ਰੁਝਾਉਣ ਵਾਸਤੇ, ਖੁਸ਼ ਕਰਨ ਵਾਸਤੇ, ਹਨਾ, 32 ਸ਼ਿੰਗਾਰ ਹੁੰਦੇ ਨੇ। ਸ਼ਿੰਗਾਰ ਦਾ ਅਰਥ ਹੁੰਦਾ ਅਸਲ ਚ ਗੁਣ ਹੁੰਦੇ ਨੇ, ਗੁਣਾਂ ਦਾ ਸ਼ਿੰਗਾਰ ਹੋਣਾ ਚਾਹੀਦਾ ਹੈ। ਪਰ ਹੁਣ ਆਰਟੀਫਿਸ਼ਲ ਚੱਲ ਪਿਆ ਵੀ ਸੁਰਖੀ ਬਿੰਦੀ ਲਾਈ ਹੈ ਜੀ, ਗਹਿਣਾ ਗੱਟਾ ਲਾਇਆ, ਇਹ ਝੂਠਾ ਸ਼ਿੰਗਾਰ ਹੈ। ਇਹ ਤੇ ਮਾਇਆ ਦਾ, ਇਹ ਕੋਈ ਬਹੁਤਾ ਵਧੀਆ ਸ਼ਿੰਗਾਰ ਨਹੀਂ ਹੁੰਦਾ। ਹੁਣ ਮੈਂ ਬੇਨਤੀ ਕਰਨ ਲੱਗਾ, ਜੇ ਉੱਥੇ ਆਪਣੇ ਖਸਮ ਪਤੀ ਨੂੰ ਛੱਡ ਕੇ ਦੂਜੇ ਪਾਸੇ ਪਿਆਰ ਪਾ ਕੇ ਲੱਖ ਸ਼ਿੰਗਾਰ ਕਰੀ ਜਾਵੇ, ਖੁਸ਼ੀ ਮਿਲ ਜਾਏਗੀ? ਪਤੀ ਦੀ ਨਹੀਂ ਮਿਲੇਗੀ। ਇਹ ਕੁਛ ਇਸ ਜੀਵ ਨਾਲ ਹੋ ਰਿਹਾ ਹੈ। ਇਹ ਆਪਣੇ ਖਸਮ ਨੂੰ ਛੱਡ ਕੇ, ਆਪਣੇ ਮੂਲ ਨੂੰ ਛੱਡ ਕੇ, ਆਪਣੇ ਗੁਰ ਨੂੰ ਛੱਡ ਕੇ, ਇਹ ਹੁਣ ਬਾਹਰ ਕਈ ਖਸਮ ਬਣਾ ਕੇ ਹੁਣ ਲੱਖਾਂ ਤਰ੍ਹਾਂ ਦੇ ਕਰਮ ਕਰੀ ਜਾਏ, ਲੱਖਾਂ ਤਰ੍ਹਾਂ ਦੇ ਵਰਤ ਰੱਖੀ ਜਾਏ, ਲੱਖਾਂ ਤਰ੍ਹਾਂ ਦੀ ਪਾਠ ਪੂਜਾ ਕਰੀ ਜਾਏ। ਤਾਈ ਮਹਾਰਾਜ ਨੇ ਕਿਹਾ ਆਪਣਾ ਖਸਮ ਛੱਡ ਲਿਆ, ਬਾਹਰ ਖਸਮ ਬਣਾ ਲਿਆ, ਦੂਜਾ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਖੇਤ। ਕਿਹੜੇ ਕੰਮ ਆ? ਆਪਣਾ ਤੇ ਖਸਮ ਛੱਡਤਾ।
ਵਣਜਾਰਿਆ ਡੁੱਬੇਗਾ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋ। ਸੋ ਇਹ ਆ, ਹੁਣ ਗੁਰੂ ਸਾਹਿਬ ਕਹਿੰਦੇ ਇਹ ਕਿਉਂ ਦੁਖੀ ਹੋਇਆ, ਜੀਵ ਦੁਖੀ ਕਿਉਂ ਆ? ਬਹੁਤ ਦੁੱਖ ਪਾਇਆ, ਬਹੁਤ ਦੁੱਖ ਪਾਇਆ, ਦੂਜਾ ਪਾਇਆ, ਇਹਨੂੰ ਦੂਜਾ ਪਾ ਗਿਆ। ਉਹ ਕਹਿੰਦਾ ਮੈਨੂੰ ਤਾਂ ਜੀ ਉਹ ਚੰਗਾ ਲੱਗਿਆ, ਦੂਜਾ ਆਪਣਾ ਛੱਡਤਾ ਦੂਜਾ ਪਾ ਗਿਆ। ਵਸਤਰ ਨਾ ਪਹਿਰੈ, ਵਸਤਰ ਇੱਕ ਹੁੰਦਾ ਵਸਤਰ ਪੂਰਾ ਰਾਰਾ, ਵਸਤਰ ਤ੍ਰ ਅੱਧਾ ਰਾਰਾ ਪੈਰ ਚੱਲਦਾ, ਵਸਤਰ ਨਹੀਂ ਪਾਉਂਦਾ। ਕਹਿੰਦਾ ਨਗਨ ਰਹਿਣਾ ਜੀ। ਨਾਗੇ ਸਾਧੂ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਹੁੰਦੇ ਨਾਗੇ, ਪੈਰ ਨਹੀਂ ਪਹਿਰਦਾ, ਇਹਨੂੰ ਵੀ ਧਰਮ ਮੰਨਦਾ ਵੀ ਨਹੀਂ ਮੈਂ ਤਾਂ ਏਦਾਂ ਰੱਬ ਪਾਊਂਗਾ, ਐਨਿਸ ਕਹਿ ਰਿਹਾ ਦਿਨ ਰਾਤ। ਕਹਿੰਦੇ ਦੁੱਖ ਸਹਾਰ ਰਿਹਾ, ਸਰਦੀ ਦਾ ਵੀ ਦੁੱਖ ਸਹਾਰਨਾ ਪਊਗਾ, ਗਰਮੀ ਦਾ ਵੀ, ਭਾਵ ਕਿ ਸਰੀਰ ਨੂੰ ਕਸ਼ਟ ਦੇ ਰਿਹਾ। ਗੁਰੂ ਸਾਹਿਬ ਨੇ ਇੱਕ ਥਾਂ ਤੇ ਲਿਖਿਆ ਸੀ, ਹਾਂ ਅਗਲੀ ਪੰਕਤੀ ਪੜ੍ਹਦੇ ਉੱਥੇ ਕਲੀਅਰ ਹੋਗਾ। ਮੋਨੀ ਵਿਗੁੱਤਾ, ਮੋਨੀ ਨੰਨੇ ਨੂੰ ਹੁਸ਼ਿਆਰੀ ਪੜਾਂਗੇ ਜੀ, ਇਹਨੂੰ ਬਿਹਾਰੀ ਦੀ ਸੱਚ ਪੜਦਾ ਮੋਨੀ, ਪਰ ਪੂਰਾ ਮੋਨੀ ਨਹੀਂ ਪੜਾਂਗੇ, ਮੋਨੀ। ਮੋਨੀ ਵਿਗੁੱਤਾ, ਮੋਨੀ ਹੋ ਗਿਆ, ਵਿਗੁੱਤੇ ਦਾ ਅਰਥ ਹੈ ਫਸ ਗਿਆ, ਟੇਢਾ ਚੱਲ ਪਿਆ, ਪੁੱਠੇ ਪਾਸੇ ਪੈ ਗਿਆ, ਕੁਰਾਹੇ ਪੈ ਗਿਆ, ਭਟਕ ਗਿਆ। ਮੋਨ ਧਰ ਲਿਆ, ਭਟਕ ਗਿਆ। ਮੋਨ ਵੀ ਕੱਟਤਾ ਉਰੇ, ਸਾਡੇ ਚ ਵੀ ਮੋਨੀ ਬਾਬੇ ਹੈਗੇ ਨੇ, ਹਿੰਦੁਸਤਾਨ ਚ ਬਹੁਤ ਨੇ। ਔਰ ਮੋਨੀਆਂ ਦੀ ਪੂਜਾ ਬੜੀ ਹੁੰਦੀ ਹੈ। ਕਹਿੰਦੇ ਜੀ ਬੋਲਦਾ ਨਹੀਂ, ਗੁਰੂ ਸਾਹਿਬ ਕਹਿੰਦੇ ਮਨ ਬੋਲਦਾ, ਜ਼ੁਬਾਨ ਚੁੱਪ ਹੈ, ਮਨ ਬੋਲ ਰਿਹਾ, 24 ਘੰਟੇ ਬੋਲ ਰਿਹਾ। ਉਹ ਫਿਰ ਕਈ ਕਹਿੰਦਾ ਜੀ ਬਾਬਾ ਜੀ ਬੋਲਦੇ ਨੇ, ਜੇ ਉਹਨਾਂ ਨੂੰ ਕੁਛ ਲੋੜ ਪੈ ਜਾਵੇ ਕੀ ਕਰਦਾ? ਕਹਿੰਦੇ ਫਿਰ ਉਹ ਲਿਖ ਕੇ ਦੇ ਦਿੰਦੇ ਨੇ। ਕਮਲੇ ਮਨ ਤਾਂ ਫਿਰ ਬੋਲੇ ਯਾ, ਜ਼ਬਾਨ ਤੇ ਵੀ ਉਹੀ ਬੋਲਣਾ ਸੀ ਜੋ ਮਨ ਬੋਲਦਾ, ਹੱਥ ਨੇ ਵੀ ਉਹੀ ਲਿਖਤਾ ਜੋ ਮਨ ਬੋਲਿਆ। ਤਾਂ ਹੀ ਕਿਹਾ ਸੀ ਚੁੱਪ ਹੈ ਚੁੱਪ ਨਾ ਹੋਵੇ ਜਲਾਏ ਰਹਾ ਲਿਵਤਾਰ। ਕਿੱਥੋਂ ਚੁੱਪ ਹੋ ਜਾਵੇ? ਲੱਖਾਂ ਤਰ੍ਹਾਂ ਦੀ ਸਮਾਧੀ ਲੈ ਲੈ, ਨਹੀਂ ਹੋ ਸਕਦਾ। ਮਨ ਕਿਵੇਂ ਚੁੱਪ ਹੋਏਗਾ? ਚੁੱਪ ਇਹਨੂੰ ਕਰਾਉਣਾ ਸੀ, ਕਹਿੰਦੇ ਜੀਭ ਨੂੰ ਬੰਦ ਕਰ, ਕਹਿੰਦੇ ਮੈਂ ਮੋਨੀ ਆ। ਇੱਕ ਪੰਕਤੀ ਆਉਂਦੀ ਆ, ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਆ ਜੋਨੀ। ਕਹਿੰਦੇ ਜ਼ੁਬਾਨ ਤੋਂ ਬੋਲਦਾ ਨਹੀਂ, ਕਹਿੰਦਾ ਜੀ ਮੋਨੀ ਆ, ਅੰਦਰੋਂ ਕਲਪਨਾ ਲੱਗੀ ਹੈ ਪੂਰੀ ਤਰ੍ਹਾਂ, ਕਲਪ ਰਿਹਾ, ਬੜੀ ਤਰ੍ਹਾਂ ਦੀ ਕਲਪਨਾ ਵੀ ਹਾਏ ਮੇਰੇ 40 ਦਿਨ ਕੱਲ ਪੂਰੇ ਹੋਣਗੇ। ਹੁਣ ਬੋਲਣ ਨੂੰ ਦਿਲ ਕਰਦਾ ਹੈ, ਕਿਉਂਕਿ ਕੋਈ ਵੀ ਹੈ, ਤੁਸੀਂ ਕੁਦਰਤ ਦੇ ਨਿਯਮ ਤੋਂ ਬਾਹਰ ਜਾਓਗੇ ਫਿਰ ਦੁੱਖ ਖੜੇ ਹੋਣਗੇ। ਦਿਲ ਕਰਦਾ ਪਰ ਹੁਣ ਪੰਗਾ ਲੈ, ਮੈਂ 40 ਦਿਨ ਬੋਲਣਾ ਨਹੀਂ, ਅੰਦਰ ਕਲਪਨਾ ਲੱਗੀ ਹੋਈ ਹੈ। ਭਵਾਈਆ ਜੋਨੀ, ਕਹਿੰਦੇ ਐਸਾ ਬੰਦਾ ਜੋਨਾਂ ਚ ਪ੍ਰਾਪਤੀ ਕੁਛ ਨਹੀਂ ਹੁੰਦੀ। ਕਿਉਂ ਜਾਗੈ ਗੁਰ ਬਿਨ ਸੂਤਾ, ਇਹਨੂੰ ਵਿਸ਼ਰਾਮ ਬਿਨ ਤੇ ਲੱਗਣਾ, ਬਿਨ ਤੇ। ਕਿਉਂ ਜਾਗੈ ਗੁਰ ਬਿਨ, ਅਸੀਂ ਪੜ੍ਹਦੇ ਹਾਂ ਕਿਉਂ ਜਾਗੈ ਗੁਰ ਬਿਨ ਸੂਤਾ, ਵੀ ਗੁਰੂ ਤੋਂ ਬਿਨਾਂ ਸੌਂ ਗਿਆ। ਗੁਰ ਬਿਨ ਸੁੱਤੇ ਦਾ ਅਰਥ ਹੀ ਹੋਗਾ ਨਾ ਗੁਰੂ ਤੋਂ ਬਿਨਾਂ ਸੌਂ ਗਿਆ। ਨਹੀਂ, ਕਿਉਂ ਜਾਗੈ ਗੁਰ ਬਿਨ, ਗੁਰੂ ਤੋਂ ਬਿਨਾਂ ਕਿਵੇਂ ਜਾਗੇ? ਕੌਣ? ਸੁੱਤਾ, ਜਿਹੜਾ ਸੁੱਤਿਆ ਹੋਇਆ, ਲੰਮੀ ਨੀਂਦ ਸੌ ਗਿਆ। ਸੁੱਤਾ ਤਾਂ ਕਿਹਾ ਲੰਮੀ ਨੀਂਦ ਸੋਇਆ। ਇੱਕ ਹੁੰਦਾ ਸੁੱਤਾ, ਇੱਥੇ ਲਿਖਿਆ ਸੁੱਤਾ। ਸੁੱਤੇ ਦਾ ਅਰਥ ਹੈ ਵੀ ਜਿਹੜਾ ਥੋੜੇ ਚਿਰ ਲਈ, ਵੀ 2-4 ਘੰਟੇ ਲਈ ਸੌਂ ਗਿਆ ਜੀ। ਸੁੱਤਾ ਜਿਹੜਾ ਬਹੁਤ ਲੰਮੀ ਨੀਂਦ ਚ ਸੌਂ ਗਿਆ, ਉੱਠਣਾ ਹੀ ਨਹੀਂ, ਪਤਾ ਨਹੀਂ ਕਿੰਨੇ ਜਨਮਾਂ ਦਾ ਸੁੱਤਾ ਹੈ, ਤਾਂ ਸੁੱਤਾ ਕਿਹਾ ਇਹਨੂੰ। ਹੁਣ ਇਹ ਜਿਹੜਾ ਅਗਿਆਨਤਾ, ਲੰਮੀ ਨੀਂਦ ਕੀ ਹੈ? ਅਗਿਆਨਤਾ ਦੀ ਨੀਂਦ। ਅਗਿਆਨਤਾ ਦੀ ਨੀਂਦ ਬੜੀ ਲੰਮੀ ਹੁੰਦੀ ਹੈ। ਉਹ ਆਉਂਦਾ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਕਹਿੰਦੇ ਆਪਾਂ ਜਾਗ ਨਹੀਂ ਰਹੇ ਹਲੇ, ਜਾਗਣ ਦੀ ਕੋਸ਼ਿਸ਼ ਵਿੱਚ ਆ। ਇਸ ਗ੍ਰਹਿ ਵਿੱਚ, ਇਸ ਹਿਰਦੇ ਘਰ ਚ ਕੋਈ ਵਿਰਲਾ ਜਾਗਦਾ। ਸਾਬਤ ਵਸਤੂ ਆਪਣੇ ਲਈ ਉਹ ਸਾਬਤ ਵਸਤੂ ਲੈਂਦਾ ਜਿਹੜਾ ਜਾਗਦਾ। ਹੁਣ ਜੀਵ ਸੁੱਤਾ ਲੰਮੇ ਸਮੇਂ ਤੋਂ ਅਗਿਆਨਤਾ ਵਿੱਚ ਹੈ। ਸੁੱਤੇ ਦਾ ਅਰਥ ਕਰਾਂਗੇ ਅਗਿਆਨਤਾ ਚ, ਦੂਜੇ ਭਾਉ ਚ ਫਸਿਆ ਹੋਇਆ, ਮਾਇਆ ਨੂੰ, ਸੰਸਾਰ ਨੂੰ, ਪਖੰਡਾਂ ਨੂੰ, ਕਰਮਕਾਂਡਾਂ ਨੂੰ ਸੱਚ ਮੰਨੀ ਬੈਠਾ। ਇਸ ਸੰਸਾਰ ਨੂੰ ਸੱਚ ਮੰਨਿਆ ਹੋਇਆ ਇਹ ਸੁੱਤਾ। ਜਦੋਂ ਜਾਗੇਗਾ ਸਾਰਾ ਝੂਠ ਨਜ਼ਰ ਆਏਗਾ, ਜਾਂ ਇੰਜ ਕਹੋ ਜਦੋਂ ਇਹ ਝੂਠ ਨਜ਼ਰ ਆਉਣ ਲੱਗ ਗਿਆ, ਜਾਂ ਇਹਦੇ ਨਾਲੋਂ ਮੂੰਹ ਟੁੱਟ ਗਿਆ, ਸੰਸਾਰ ਚ ਰਹਿ ਕੇ ਮੂੰਹ ਟੁੱਟ ਗਿਆ, ਨੋਰਮਲ ਹੋ ਗਿਆ, ਕਿਸੇ ਮਨ ਦੀ ਭਟਕਣਾ ਮੁੱਕ ਗਈ, ਮਨ ਦੀ ਭੜਕਾਹਟ ਮੁੱਕ ਗਈ, ਲੋਭ ਲਾਲਚ ਮੁੱਕ ਗਏ, ਵਿਕਾਰ ਖਤਮ ਹੋ ਗਏ, ਕੋਈ ਕਲਪਨਾ ਨਹੀਂ ਹੈਗੀ, ਕੋਈ ਭੜਕਾਹਟ ਵਿਚਕਾਹਟ ਨਹੀਂ ਹੈਗੀ, ਉਦੋਂ ਕੀ ਹੋ ਗਿਆ? ਗੁਰੂ ਸਾਹਿਬ ਕਹਿੰਦੇ ਹੁਣ ਕੀ? ਕਹਿੰਦੇ ਇਹ ਹੁਣ ਜਾਗ ਗਿਆ, ਹੁਣ ਜਾਗਿਆ ਹੈ, ਗੁਰੂ ਨੇ ਜਗਾਇਆ ਇਹਨੂੰ ਸ਼ਬਦ ਨਾਲ। ਇਸ ਤਰ੍ਹਾਂ ਜਾਗਣਾ ਸੀ, ਅੱਖ ਨਾਲ। ਇੱਕ ਤਾਂ ਸਰੀਰ ਦਾ ਜਾਗਣਾ, ਉਹ 7-8 ਘੰਟੇ ਬਾਅਦ ਸਾਨੂੰ ਜਾਗ ਆ ਜਾਂਦੀ ਹੈ,
ਪਰ ਮਨ ਮਹਾਰਾਜ ਕਹਿੰਦੇ ਇਹ ਕਈ ਜਨਮ ਲੱਗ ਜਾਂਦੇ ਨੂੰ ਜਾਗਣ ਨੂੰ। ਕਿਆ ਤੂੰ ਸੋਇਆ, ਉਹ ਹੈ ਜੀ ਵੀਰ ਜੀ, ਹਾਂ ਤੁਸੀਂ ਲਿਖਤੀ ਹੈ ਸਰਬਜੋਤ ਸਿੰਘ ਨੇ, ਪਰ ਸਹੀ ਪੰਕਤੀ ਆ ਗਈ ਮੇਰੇ ਧਿਆਨ ਚ, ਕਿਆ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਨਾ। ਬਹੁਤ ਧੰਨਵਾਦ। ਕਿਆ ਤੂੰ ਸੋਇਆ ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਨਾ। ਕਹਿੰਦੀ ਇਸ ਜੀਵਨ ਨੂੰ, ਇਸ ਜੱਗ ਨੂੰ, ਇਸ ਸਰੀਰ ਨੂੰ ਸੱਚ ਮੰਨੀ ਬੈਠਾ, ਕਮਲਿਆ ਜਾਗ। ਜਾਗ ਲਿਓ ਰੇ ਮਨ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਉਹ ਤਨ ਦੇ ਨਾਲ ਦੇ ਜਾਣਾ, ਤੂੰ ਇੱਕ ਲੇਖੇ ਜੇ ਸੁੱਤਾ ਪਿਆ ਤੂੰ, ਭਾਵ ਕਿ ਸੁੱਤੇ ਦਾ ਅਰਥ ਅਗਿਆਨਤਾ ਚ, ਹਨੇਰਾ, ਅਗਿਆਨਤਾ ਹਨੇਰਾ, ਹਨੇਰੇ ਚੋਂ ਨਿਕਲਣੇ ਜਾਗਣਾ। ਬਸ ਸਮਝ ਆ ਗਈ, ਗਿਆਨ ਹੋ ਗਿਆ, ਸੋਝੀ ਹੋ ਗਈ, ਪ੍ਰਕਾਸ਼ ਹੋ ਗਿਆ, ਗੁਰੂ ਸਾਹਿਬ ਕਹਿੰਦੇ ਜਾਗ ਗਿਆ। ਦੇਖੋ ਸੱਜਣ ਠੱਗ ਕੀ ਸੀਗਾ, ਹੁਣ ਆਪਾਂ ਜਾਗੇ ਦਾ ਅਰਥ ਸਮਝੀਏ ਥੋੜਾ ਜਿਹਾ, ਕਿਵੇਂ ਜਾਗਣਾ ਸੀ। ਸੱਜਣ ਠੱਗ ਹੁਣ ਅੱਖਾਂ ਕਰਕੇ ਨੀਂਦ ਚੋਂ ਤਾਂ ਜਾਗਿਆ, ਸਰੀਰ ਕਰਕੇ ਜਾਗਦਾ ਹੈ, ਪਰ ਜ਼ਮੀਰ ਕਰਕੇ ਸੁੱਤਾ ਹੋਇਆ ਸੀ। ਸੁੱਤਾ ਕਿਉਂ ਸੀ? ਭਰਮ ਸੀ, ਅਗਿਆਨ ਭਰਿਆ ਸੀ, ਹਨੇਰਾ ਸੀ, ਨਾ ਸਮਝੀ ਸੀ, ਲੋਕਾਂ ਨੂੰ ਲੁੱਟਣ ਲੱਗ ਗਿਆ, ਪਾਪ ਦੀ ਕਮਾਈ ਨੂੰ, ਧਨ ਦੌਲਤ ਨੂੰ ਸੱਚ ਮੰਨ ਲਿਆ, ਵੱਡਾ ਮੰਨ ਲਿਆ, ਉਹਨੂੰ ਜੀਵਨ ਦਾ ਮਨੋਰਥ ਮੰਨ ਲਿਆ। ਤੇ ਸਤਿਗੁਰੂ ਨਾਨਕ ਦੇਵ ਜੀ ਨੇ ਉਹਨੂੰ ਸ਼ਬਦ ਨਾਲ ਜਗਾਇਆ, ਸ਼ਬਦ ਨਾਲ। ਹਾਂ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਹਨਾਂ ਹਰ ਮਨ ਵਸਿਆ, ਬੋਲਿਆ ਅੰਮ੍ਰਿਤ ਬਾਣੀ, ਗੁਰ ਕਿਰਪਾ ਨਾਲ ਜਾਗਿਆ। ਮਹਾਰਾਜ ਨੇ ਸ਼ਬਦ ਸੁਣਾਇਆ, ਸ਼ਬਦ ਉਹਦੇ ਹਿਰਦੇ ਚ ਚੋਟ ਕਰ ਗਿਆ, ਸ਼ਬਦ ਨੇ ਉਹਨੂੰ ਜਗਾਤਾ। ਸ਼ਬਦ ਤੋਂ ਕੀ ਮਿਲਿਆ? ਉਹਨੂੰ ਸੋਝੀ ਮਿਲ ਗਈ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਣ, ਜਿੱਥੇ ਲੇਖਾ ਮੰਗੇ ਤਿੱਥੇ ਖੜੇ ਸਨ, ਬੱਗਾ ਬੱਗੇ ਕੱਪੜੇ ਤੀਰਥ ਮੰਝ ਬਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ। ਉਹ ਸਮਝ ਕੇ ਵੀ ਗੱਲ ਤਾਂ ਮੇਰੀ ਹੋ ਰਹੀ ਹੈ। ਫਿਰ ਬੈਠ ਕੇ ਉਹਨੇ ਪੁੱਛਿਆ, ਬਾਬਾ ਜੀ ਆਹ ਕੀ ਹੈ? ਫਿਰ ਮਹਾਰਾਜ ਨੇ ਦੱਸਿਆ ਕਿ ਵੀ ਆ ਜਿਹੜਾ ਕੁਝ ਕਰਦਾ ਸਭ ਝੂਠ ਹੈ, ਡੰਬਰ ਇੱਥੇ ਰਹਿ ਜਾਣਾ। ਜੀਵਨ ਕੀਮਤੀ ਹੈ, ਜਿਸ ਵਾਸਤੇ ਮਿਲੇ ਉਹ ਕੰਮ ਕਰ। ਕਬੀਰ ਸੂਤਾ ਕਿਆ ਕਰੇ, ਬੈਠਾ ਰੋੜ ਜਾ ਖਾਲੀ। ਉਹਨੂੰ ਜਗਾਇਆ, ਕਾਹਦੇ ਨਾਲ ਜਗਾਇਆ? ਸ਼ਬਦ ਨਾਲ। ਗੁਰ ਕੀ ਦਿੰਦਾ, ਗੁਰ ਤੋਂ ਸਾਨੂੰ ਸ਼ਬਦ ਮਿਲਦਾ। ਤਾਂ ਹੀ ਕਿਹਾ ਕਿਉਂ ਜਾਗੇ ਗੁਰ ਬਿਨ ਸੁੱਤਾ। ਇਹ ਜਿਹੜਾ ਲੰਮੀ ਨੀਂਦ ਚ ਸੁੱਤਾ ਪਿਆ ਨਾ ਸਮਝ ਹੈ, ਅਗਿਆਨਤਾ ਸਾਡੇ ਵਿੱਚ, ਉਹ ਗੁਰ ਦੇ ਗਿਆਨ ਨਾਲ, ਗੁਰ ਦੀ ਮੱਤ ਨਾਲ ਉਹ ਨੀਂਦ ਸਾਡੀ ਟੁੱਟਦੀ ਹੈ। ਆ ਬੇਨਤੀ ਸਾਰੇ ਜੁੜ ਜਾਇਓ, ਮੀਟਿੰਗ ਸਮਾਪਤ ਹੋਣ ਲੱਗੇ, ਪਹਿਲੇ ਨਾਲ ਹੀ ਰੀਜੁਆਇਨ ਹੋ ਜਾਏ, ਉਸੇ ਵੇਲੇ ਲੜੀ ਬਣੀ ਰਹੇ। ਸ਼ਬਦ ਵਿਚਾਰ ਕਈ ਵਾਰ ਹਲੇ ਅੱਗੇ ਕੁਛ ਹੋਰ ਆਪਾਂ ਖੋਲਣੇ ਨੇ, ਤੇ ਅੱਜ ਆਪਣੇ 10 ਮਿੰਟ ਉੱਪਰ ਵੀ ਲੰਘ ਗਏ ਸੀਗੇ, ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਰੀਜੁਆਇਨ ਜ਼ਰੂਰ ਕਰਿਓ, ਤਾਂ ਕਿ ਆਪਾਂ ਅਗਲੀ ਪੂਰਾ ਲਾਹਾ ਲੈ ਸਕੀਏ। ਹਾਂ, ਕਿਉਂ ਜਾਗਿਆ ਗੁਰ ਬਿਨ, ਦਵਿੰਦਰ ਜੀ, ਕਿਉਂ ਜਾਗਿਆ ਗੁਰ ਬਿਨ ਸੁੱਤਾ। ਅਸੀਂ ਬਸ ਇਸ ਤਰ੍ਹਾਂ ਹੁਣ ਅਗਿਆਨਤਾ ਦੀ ਨੀਂਦ ਚੋਂ ਸਾਨੂੰ ਗੁਰ ਸ਼ਬਦ ਜਗਾਉਂਦਾ ਹੈ। ਗੁਰ ਜਗਾਉਂਦਾ ਜਾਂ ਗੁਰ ਸ਼ਬਦ ਜਗਾਉਂਦਾ, ਗੱਲ ਦੋਵੇਂ ਇੱਕੋ ਹੈ, ਕਿਉਂਕਿ ਗੁਰ ਤੋਂ ਬਿਨਾਂ ਸ਼ਬਦ ਨਹੀਂ, ਸ਼ਬਦ ਗੁਰ ਰਾਹੀਂ ਆਉਂਦਾ, ਗੁਰ ਰਾਹੀਂ ਸ਼ਬਦ ਆਉਂਦਾ, ਦੋਨੇ ਗੱਲਾਂ ਇੱਕੋ ਹੀ ਨੇ। ਪੱਗ ਉੱਪੇ ਤਾਣਾ, ਉੱਪੇ ਤਾਣਾ ਦਾ ਅਰਥ ਹੈ ਪੈਰਾਂ ਤੋਂ ਨੰਗਾ। ਪੱਗ ਪੈਰ, ਉੱਪੇ ਤਾਣਾ ਪੈਰਾਂ ਵਿੱਚ ਕੁਛ ਨਹੀਂ ਪਾਣਾ, ਪੈਰਾਂ ਤੋਂ ਨੰਗੇ ਰਹਿਣਾ ਜੀ। ਆਹ ਦੇਖੋ ਹੁਣ ਮਾਤਾਵਾਂ ਭੈਣਾਂ ਤੁਸੀਂ ਜਿੰਨੇ ਵੀ ਬੈਠੇ ਹੋ, ਚਲੋ ਤੁਸੀਂ ਤੇ ਸਾਰੇ ਬੜੀ ਕਿਰਪਾ ਵਾਲੇ ਹੋ, ਸਾਨੂੰ ਗੁਰੂ ਸਾਹਿਬ ਨੇ ਜਗਾਇਆ ਹੋਇਆ, ਪਰ ਤੁਸੀਂ ਕਈ ਵਾਰ ਦੇਖਿਆ ਹੋਣਾ ਕਈ ਬੀਬੀਆਂ ਸਾਡੀਆਂ ਨੰਗੇ ਪੈਰੀ ਗੁਰਦੁਆਰੇ ਜਾਂਦੀਆਂ ਨੇ। ਹੁਣ ਮਨ ਦੇ ਵਿੱਚ ਇਹ ਹੁੰਦਾ ਵੀ ਜੇ ਨੰਗੇ ਪੈਰੀ ਜਾਵਾਂਗੇ ਤਾਂ ਸ਼ਾਇਦ ਵੱਧ ਮਿਲ ਜੂ, ਜ਼ਿਆਦਾ ਮਿਲ ਜੂ, ਰੱਬ ਖੁਸ਼ ਹੋ ਜੂ, ਜਾਂ ਸਾਡਾ ਜਾਇਆ ਹੋਇਆ ਲੱਗੂਗਾ। ਉਹ ਮਨ ਦਾ ਜਾਇਆ ਹੋਇਆ ਲੱਗਣਾ, ਤਨ ਦਾ ਤਾਂ ਲੱਗਣਾ ਹੀ ਨਹੀਂ ਕੁਛ। ਪੈਰ ਬਲਕਿ ਢੱਕ ਕੇ ਜਾਣਾ ਚਾਹੀਦਾ, ਕਵਰ ਕਰਕੇ। ਰਸਤੇ ਦੀਆਂ ਗਲੀਆਂ 'ਚ ਕਿਸੇ ਨੇ ਥੁੱਕ ਸੁੱਟਿਆ, ਗੰਦ ਮੰਦ, ਕੂੜਾ ਕਰਕਟ, ਪਾਨ ਮਸਾਲੇ ਵੀ, ਸਾਡੇ ਇੰਡੀਆ 'ਚ ਤੇ ਵੈਸੇ ਬੁਰਾ ਹਾਲ ਹੁੰਦਾ। ਉਹ ਪੈਰ ਫਿਰ ਅਸੀਂ ਜਾ ਕੇ ਉੱਥੇ ਧੋਨੇ ਆ ਜਿੱਥੇ ਜੀ ਚੋਂ ਕਈ ਵਾਰੀ ਸੰਗਤ ਚੂੜਾ ਵੀ ਲੈ ਲੈਂਦੀ ਹੈ। ਇਹ ਸੱਚੀ ਗੱਲ ਹੈ ਕਿ ਨਹੀਂ? ਹੁਣ ਆਪਾਂ ਫਤਿਹਗੜ੍ਹ ਸਾਹਿਬ ਆਪਣੇ ਨੇੜੇ, ਹੁਣ ਵੱਡਾ ਬੱਚਾ, ਹੁਣ ਜਿਹੜਾ ਮੇਰੇ ਵਰਗਾ ਮੰਨ ਲਓ ਨੰਗੇ ਪੈਰੀ ਚੱਲ ਗਿਆ, ਮਿੱਟੀ ਘੱਟਾ ਜਾ ਕੇ ਮੈਂ ਉਸ ਪਾਣੀ 'ਚ ਸਾਰਾ ਸਾਫ਼ ਕਰਤਾ, ਉਹ ਪਾਣੀ ਨਾਲ ਦੀ ਨਾਲ ਕਿਸੇ ਨੇ ਚੂੜਾ ਲੈ ਲਿਆ। ਪਾਣੀ ਦੇ ਵਿੱਚੋਂ ਜਿਹੜੇ ਮਿੱਟੀ ਦੇ ਵਿੱਚ ਜ਼ਹਿਰੀਲੇ ਕਣ ਨੇ, ਕੀਟਾਣੂ ਵਿਸ਼ਾਣੂ ਜੀਵਾਣੂ, ਜੋ ਬੈਕਟੀਰੀਆ ਵਗੈਰਾ ਹੈਗੇ ਨੇ, ਉਹ ਤਾਂ ਵਿੱਚ ਹੀ ਰਹਿਣਾ ਹੈ ਨਾ, ਕਿ ਉਹ ਸਾਨੂੰ ਨੁਕਸਾਨ ਨਹੀਂ ਕਰਦੇ। ਕਿਸੇ ਦੇ ਪੈਰ ਤੇ ਕੋਈ ਜ਼ਖਮ ਹੈ, ਕੋਈ ਸੱਟ ਲੱਗੀ ਹੋਈ ਹੈ, ਤੇ ਫਿਰ
ਆਹੀ ਤਾਂ ਲਿਖਿਆ ਸੀ, ਇਸੇ ਕਰਕੇ ਤਾਂ ਲਿਖਿਆ ਸੀ ਸਾਰਾ ਕੁਝ ਵੀ ਆਹ ਕੁਝ ਨਹੀਂ ਕਰਨਾ ਤੁਸੀਂ। ਪੱਗ ਉੱਤੇ ਤਾਣਾ, ਪੈਰਾਂ ਤੋਂ ਨੰਗਾ ਫਿਰਦਾ, ਆਪਣਾ ਕੀ ਆ ਕਮਾਣਾ। ਕਹਿੰਦੇ ਫਿਰ ਆਪਣਾ ਕੀਤੇ ਪਾਉਂਦੇ ਹੋ ਸਾਰੇ ਜਾਣੇ, ਤਾਂ ਹੀ ਪੱਲੇ ਕੁਛ ਨਹੀਂ, ਤਾਂ ਹੀ ਅਗਿਆਨਤਾ ਚ ਭਰਮਾਂ ਚ ਫਸੇ ਆ। ਇਸੇ ਕਰਕੇ ਭਰਮਾਂ ਚ ਪਏ ਪਏ ਦੁਖੀ ਹੋਈ ਜਾਂਦੇ ਆ, ਨਿੱਕੀ ਨਿੱਕੀ ਗੱਲ ਤੋਂ ਕੜੀ ਜਾਂਦੇ, ਕਿਉਂਕਿ ਸੱਚ ਦੀ ਸਮਝ ਨਹੀਂ, ਮੂਲ ਨਾਲ ਟੁੱਟੇ ਆ, ਗੁਰ ਸ਼ਬਦ ਦੀ ਸਾਰ ਨਹੀਂ, ਅਗਿਆਨਤਾ ਚ ਸੁੱਤੇ ਪਏ ਆ। ਮਹਾਰਾਜ ਜੀ ਕਹਿੰਦੇ ਆਪਣੀ ਕੀ ਕਮਾਣਾ ਦਾ ਅਰਥ ਹੈ ਆਪਣੀ ਮੱਤ ਅਨੁਸਾਰ ਹੀ ਚੱਲਿਆ, ਮਨ ਮਤੀਏ ਬਣ ਕੇ ਹੀ ਦੁੱਖ ਪਾਏ ਨੇ ਅਸੀਂ। ਜਿਹੜੀ ਮੋਨੇ ਦੀ ਗੱਲ ਆਈ ਸੀ, ਉੱਥੇ ਆਉਂਦਾ ਇੱਕ 10ਵੇਂ ਪਾਤਸ਼ਾਹ ਨੇ ਲਿਖਿਆ, ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਕਹਿੰਦੇ ਜਿਹੜੇ ਦਰਖਤ ਨੇ ਨਾ, ਉਹ ਤੇ ਵਿਚਾਰੇ ਸਦਾ ਹੀ ਮੋਨੀ ਨੇ, ਦਰਖਤ ਕਿਹੜਾ ਬੋਲਦੇ ਨੇ, ਜੂਨ ਹੈਗੀ ਆ, ਜੀਵ ਉੱਥੇ ਵੀ ਹੈ, ਜੀਵ ਤਾਂ ਹੈਗਾ ਉਹਨਾਂ ਚ, ਉਹਨਾਂ ਨੇ ਮੋਨ ਧਾਰਿਆ ਹੋਇਆ। ਉਹਨਾਂ ਵਰਗਾ ਮੁੰਨੀ ਤੂੰ ਕਿੱਥੋਂ ਹੋ ਜਾਏਗਾ? ਬੰਦੇ ਨੂੰ ਕਿਹਾ, ਉਹਨੇ ਪੂਰੀ ਉਮਰ ਮੋਨ ਚ ਲਗਾਤੀ, ਤੂੰ ਕਹਿੰਦਾ ਮੈਂ 40 ਦਿਨ ਮੋਨ ਧਾਰ ਕੇ ਵੱਡਾ ਬਣ ਗਿਆ। ਤੇਰੇ ਨਾਲ ਤਾਂ ਫਿਰ ਦਰਖਤ ਦਾ ਮੋਨ ਵੱਡਾ। ਅੰਨ ਦੀ ਗੱਲ ਆਉਂਦੀ, ਅੰਨ ਨਾ ਖਾਹੇ ਦੇਹੀ ਦੁੱਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਤੀਜੈ। ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਉਹ ਰੰਨ। ਸਾਰੇ ਕਰਮ ਕਾਂਡਾਂ ਦੀ ਲਿਸਟ ਗੁਰੂ ਸਾਹਿਬ ਨੇ ਇੱਥੇ ਬਣਾ ਕੇ ਦਿੱਤੀ। ਆਪਣਾ ਕੀ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ। ਅਲਮਲ ਨਾ ਇੱਧਰ ਆਪਣੇ ਹੈਗੇ ਨੇ ਮੱਧ ਪ੍ਰਦੇਸ਼, ਬਿਹਾਰ ਵਾਲੇ ਪਾਸੇ, ਬੜੀ ਗੰਦਗੀ ਖਾਂਦੇ ਨੇ, ਬੜੀ ਗੰਦਗੀ ਖਾ ਜਾਂਦੇ ਨੇ, ਵਿਸ਼ਟਾ ਤੱਕ ਖਾ ਜਾਂਦੇ ਨੇ। ਸਿਰ ਛਾਈ ਪਾਈ, ਸਵਾਹ ਪਾ ਲਏ, ਉਹਨਾਂ ਦਾ ਮਤਲਬ ਉਹ ਕਹਿੰਦੇ ਗੰਦੇ ਮੰਦੇ ਰਹਿਣਾ, ਹਰ ਤਰ੍ਹਾਂ ਪੂਰੀ ਤਰ੍ਹਾਂ ਗੰਦੇ ਮੰਦੇ ਰਹਿਣਾ, ਹਨਾ, ਸਾਰਾ ਕੁਝ ਖਾਈ ਪੀ ਜਾਣਾ, ਗੰਦਾ ਜੀਵਨ ਰੱਖਣਾ, ਨਹਾਉਣਾ ਨਹੀਂ ਹੈਗਾ, ਤੇ ਸਿਰ 'ਚ ਸਵਾਹ ਪਾ ਕੇ ਰੱਖਣੀ, ਮਿੱਟੀ 'ਚ ਲਿਪਟੀ ਜਾਣਾ। ਇਹਨੂੰ ਧਰਮ ਨਹੀਂ ਮੰਨਦੇ ਆ, ਇਹਨੂੰ ਉਹ ਧਰਮ ਮੰਨਦੇ ਨੇ। ਉਹ ਹੈਗੇ ਨੇ ਬੜੇ ਲੋਕ ਦੁਨੀਆ 'ਚ ਏਦਾਂ ਦੇ ਵੀ ਨੇ। ਅਲਮਲ ਖਾਈ ਸਿਰ ਛਾਈ ਪਾਈ, ਹੋਇਆ ਕਿ ਇਹ ਮੂਰਖ ਅੰਧਾ, ਅੰਨੇ ਮੂਰਖ ਨੇ, ਅੰਨਾ ਵੀ ਹੈ ਤੇ ਮੂਰਖ ਵੀ ਹੈ, ਪੱਤ ਗਵਾਈ ਆਪਣੀ ਇੱਜ਼ਤ ਗਵਾ ਰਹੇ। ਜਿਹੜੀ ਮਾੜੀ ਮੁੱਟੀ ਸੰਸਾਰ ਦੇ ਵਿੱਚ ਪੱਤ ਸੀ ਨਾ, ਉਹ ਵੀ ਕਹਿੰਦੇ ਨੇ ਗਵਾ ਲਈ। ਵਿਣ ਨਾਵੇਂ ਕਿਛ ਥਾਏ ਨਾ ਪਾਈ, ਇਹਨੂੰ ਸਮਝਾਓ, ਬੰਦੇ ਨੂੰ ਸਮਝ ਆ ਜੇ, ਨਾਮ ਤੋਂ ਬਿਨਾ, ਸੱਚ ਤੋਂ ਬਿਨਾ, ਸੱਚੀ ਮੱਤ ਗੁਰਮਤਿ ਤੇ ਗਿਆਨ ਤੋਂ ਬਿਨਾ ਕੁਛ ਵੀ ਤੇਰਾ ਥਾਏ ਨਹੀਂ ਪੈਣਾ, ਕੁਛ ਵੀ ਥਾਂ ਨਹੀਂ ਪੈਣਾ ਸਾਡਾ। ਜਿੰਨਾ ਨਾਮ, ਜਿੰਨੇ ਮੱਤ, ਜਿੰਨੇ ਗੁਰਮਤ ਸਾਡੇ ਕੋਲ, ਉਹੀ ਥਾਂ। ਅਘੋਰੀ ਮੱਤ ਵਾਲੇ, ਹਾਂਜੀ ਧੰਨਵਾਦ, ਮੈਂ ਇਹ ਸ਼ਬਦ ਮੇਰੇ ਆਣੇ ਸੀ ਧਿਆਨ ਚ। ਅਘੋਰ ਮਤੀ ਹੁੰਦੇ ਨੇ ਉਹ, ਜਿਹੜੇ ਅੱਲ ਵੱਲ ਖਾਂਦੇ ਨੇ, ਗੰਦਗੀ ਤੱਕ ਖਾ ਜਾਂਦੇ ਨੇ ਸਾਰੀ, ਅਘੋਰ ਮਤੀਏ। ਨਾਮ ਤੋਂ ਬਿਨਾਂ ਜੋ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਮੌਨ ਧਾਰ ਲਓ, ਜਿੰਨੇ ਮਰਜ਼ੀ ਤੁਸੀਂ ਪਖੰਡ ਕਰ ਲਓ, ਯਾਤਰਾਵਾਂ ਕਰ ਲਓ, ਤੇ ਆਇਆ ਸੀਗਾ ਅੰਨ ਦਾ ਤਿਆਗ ਕਰ ਲਓ, ਭੇਖ ਧਾਰਨ ਕਰ ਲਓ, ਜਿੰਨਾ ਮਰਜ਼ੀ ਲਿਖੀ ਜਾਓ, ਪੜ੍ਹੀ ਜਾਓ, ਤੀਰਥਾਂ ਤੇ ਭਟਕੀ ਜਾਓ, ਹਨਾ, ਦੂਜੇ ਭਾਵ 'ਚ ਫਸੇ ਰਹੋ, ਤੇ ਨਾਮ ਤੋਂ ਬਿਨਾਂ ਕੁਛ ਵੀ ਸਾਡਾ ਥਾਂ ਨਹੀਂ ਪੈਣਾ, ਕਿਸੇ ਲਿਖੇ ਨਹੀਂ ਪੈਣਾ। ਰਹਿ ਬਿਬਾਣੀ ਮੜੀ ਮਸਾਣੀ, ਕਹਿੰਦੇ ਜੰਗਲਾਂ 'ਚ ਜਾ ਕੇ, ਜੰਗਲਾਂ 'ਚ ਰਹਿਣ ਲੱਗ ਜਾਂਦੇ ਜੀ, ਮੜੀ ਮਸਾਣੀ, ਮੜੀਆਂ ਮਸਾਣਾ 'ਚ ਰਹਿੰਦੇ ਨੇ। ਕਬੀਰ ਜੀ ਨੇ ਤਾਂ ਹੀ ਕਿਹਾ ਸੀ, ਗ੍ਰਹਿ ਤਜ ਬਨਖੰਡ ਜਾਈਐ, ਚੁਨ ਖਾਈਐ ਕੰਧਾ, ਅਜਹੂ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ। ਸੱਚ ਬੋਲਿਆ ਕਬੀਰ ਜੀ ਨੇ ਆਪਣੇ ਅੰਦਰ ਦਾ, ਕਹਿੰਦੇ ਘਰ-ਬਾਰ ਛੱਡ ਕੇ ਗ੍ਰਹਿ ਤਜ ਬਨਖੰਡ ਜਾਈਐ, ਜੰਗਲਾਂ 'ਚ ਜਾ ਕੇ ਵਸ ਗਏ, ਚੁਨ ਖਾਈਐ ਕੰਧਾ। ਫਿਰ ਸੋਚਿਆ ਵੀ ਕੋਈ ਹੈਵੀ ਖੁਰਾਕ, ਭਾਰੀ ਖੁਰਾਕ ਨਹੀਂ ਖਾਣੀ, ਮਨ 'ਚ ਵਿਕਾਰ ਪੈਦਾ ਹੁੰਦਾ। ਕਹਿੰਦੇ ਕੰਦ ਮੂਲ, ਪੱਤੇ, ਫਲ ਫੁਲ ਖਾ ਕੇ, ਮਾੜਾ ਮੋਟਾ ਉਹ ਖਾ ਕੇ ਗੁਜ਼ਾਰਾ ਕਰਦੇ ਸੀ। ਪਰ ਕਮਾਲ ਦੀ ਗੱਲ, ਕਹਿੰਦੇ ਮਨ ਏਡਾ ਉਹ ਨਿਕਲਿਆ, ਅਜਹੂ ਵਿਕਾਰ ਨਾ ਛੋਡੇ ਪਾਪੀ ਮਨ ਮੰਦਾ। ਜੰਗਲਾਂ 'ਚ ਜਾ ਕੇ ਵੀ ਕੁਛ ਨਹੀਂ ਬਣਿਆ। ਤੂੰ ਕਹਿੰਦੀ ਉੱਥੇ ਡੇਰਾ ਲਾ ਲੈ ਭਾਵੇਂ, ਬੜੀ ਮਸਾਣੀ। ਅੰਧ ਨਾ ਜਾਣਾ, ਧਿਆਨ ਦਿਓ, ਅੰਧ ਅੰਨਾ ਨਾ ਜਾਣਾ ਫਿਰ ਪਛਤਾਣੀ। ਅੰਧ ਨਾ ਜਾਣਾ ਨਹੀਂ ਪੜਨਾ, ਜਿਸੇ ਪੜਤਾ ਨਾ ਅੰਧ ਨਾ ਜਾਣਾ, ਫਿਰ ਹੋਊਗਾ ਅੰਧ ਨੂੰ ਨਹੀਂ ਜਾਣਿਆ, ਅੰਧ ਨੂੰ ਨਹੀਂ ਜਾਣਿਆ ਨਹੀਂ ਹੈਗਾ। ਅੰਧ ਇਹ ਅੰਨੇ ਨੇ, ਅੰਧ ਨੇ, ਨਾ ਜਾਣੇ ਨੇ, ਕੁਛ ਵੀ ਨਹੀਂ ਜਾਣਿਆ, ਕੁਛ ਵੀ ਪਤਾ ਨਾ ਲੱਗਿਆ, ਫਿਰ ਪਛਤਾਣੀ, ਕੇਵਲ ਪਛਤਾਵਾ ਹੀ ਪੱਲੇ ਰਹਿ ਗਿਆ। ਹੁਣ ਇੱਥੋਂ ਹੁਣ ਅੱਗੇ ਗੁਰਮਤਿ ਸ਼ੁਰੂ ਹੁੰਦੀ ਹੈ। ਇੱਥੇ ਤੱਕ ਹੁਣ ਦੇਖੋ, ਸਾਰੀ ਲਿਸਟ ਆ ਗਈ ਕਰਮ ਕਾਂਡਾਂ ਦੀ, ਪਖੰਡਾਂ ਦੀ, ਅਡੰਬਰਾਂ ਦੀ। ਅੰਧ ਨਾ ਜਾਣੈ, ਅੰਧ ਨਾ ਜਾਣੈ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ। ਸੁਖੀਆ ਕੌਣ ਹੈ? ਆਤਮਾ ਦਾ ਸੁਖ, ਜਿਹਨੂੰ ਕਹਿੰਦਾ ਸੱਚਾ ਤੇ ਸਦੀਵੀ ਸੁਖ, ਉਹ ਕਿਹਨੂੰ ਮਿਲਿਆ? ਜਿਹੜਾ ਸਤਿਗੁਰ ਨੂੰ ਮਿਲ ਗਿਆ। ਸਤਿਗੁਰ ਕੀ ਹੈ? ਸਤਿਗੁਰ ਹੈ ਸ਼ਬਦ, ਸਤਿਗੁਰ ਹੈ ਸਾਡੇ ਅੰਦਰਲੇ ਗੁਰ ਕੀ ਮੱਤ ਜਾਂ ਗੁਰਬਾਣੀ ਦਾ ਗਿਆਨ।
ਗੁਰਬਾਣੀ ਦੀ ਸੂਝੀ, ਗੁਰਬਾਣੀ ਵੀ ਸਾਡੇ ਲਈ ਸਤਿਗੁਰ ਹੈ। ਇਹ ਗੁਰਬਾਣੀ ਸਾਨੂੰ ਸਾਡੇ ਅੰਦਰਲੇ ਚਸ਼ਮੇ ਨਾਲ ਜੋੜਦੀ ਹੈ। ਜਦੋਂ ਸੁਰਤ, ਐਂ ਕਹੇ ਜਦੋਂ ਸੁਰਤ ਸ਼ਬਦ ਨਾਲ ਜੁੜਦੀ ਹੈ, ਸੋ ਸੁਖ ਪਾਏ, ਉਹ ਸਦੀਵ ਸੁਖ ਪਾਉਂਦਾ ਹੈ। ਸੁਖ ਦੇ ਖੱਖੇ ਨੂੰ ਔਂਕੜ ਹੈ ਜੀ, ਇਹ ਹੋ ਗਿਆ ਸ੍ਰੇਸ਼ਟ ਸੁਖ। ਹੁਣ ਇਹ ਆਮ ਸੁੱਖ ਦੀ ਗੱਲ ਨਹੀਂ ਹੈ, ਇਹ ਜਿਹੜਾ ਸੁੱਖਾਂ ਦੇ ਵਿੱਚੋਂ ਸਭ ਤੋਂ ਵੱਡਾ ਸੁੱਖ ਹੈ ਨਾ, ਜੋ ਸੁੱਖ ਕੋ ਚਾਹੇ ਸਦਾ, ਉਹ ਸੁੱਖ ਹੈ। ਇਹ ਸੁੱਖ ਤੋਂ ਬਾਅਦ ਕਦੀ ਦੁੱਖ ਨਹੀਂ ਹੁੰਦਾ। ਇੱਕ ਸੁੱਖ ਨੇ ਸੰਸਾਰੀ ਸੁੱਖ, ਵੀ ਜਿਵੇਂ ਹੁਣ ਜਿੰਨਾ ਚਿਰ ਪੈਸੇ ਸੁੱਖ ਹੈ, ਪੈਸੇ ਖਤਮ ਹੋ ਗਏ, ਦੁੱਖ ਸ਼ੁਰੂ। ਹੁਣ ਲਾਈਟ ਚੱਲਦੀ ਹੈ, ਸੁੱਖ ਹੈ, ਲਾਈਟ ਚਲੀ ਗਈ, ਦੁੱਖ ਸ਼ੁਰੂ। ਪੱਖਾ ਏਸੀ ਲੱਗਿਆ, ਗਰਮੀ ਤੋਂ ਸੁੱਖ ਹੈ, ਇਹ ਲਾਈਟ ਚਲੀ ਗਈ, ਦੁੱਖ ਸ਼ੁਰੂ। ਉਹ ਸਦੀਵੀ ਨਹੀਂ ਹੁੰਦੀ। ਇਹ ਸੁੱਖ ਜਿਹੜਾ ਸਦੀਵੀ ਸੁੱਖ ਹੈ, ਜਿਹੜਾ ਤੱਤੀ ਤਵੀ ਤੇ ਬੈਠ ਕੇ ਖਤਮ ਨਹੀਂ ਹੁੰਦਾ, ਜਿਹੜਾ ਬੰਦ ਕਟਾ ਕੇ ਖਤਮ ਨਹੀਂ ਹੁੰਦਾ, ਕੁੱਕਰ ਲਹਾ ਕੇ ਖਤਮ ਨਹੀਂ ਹੁੰਦਾ, ਘਰ-ਬਾਰ ਗਵਾ ਕੇ ਖਤਮ ਨਹੀਂ ਹੁੰਦਾ, ਨੀਹਾਂ 'ਚ ਚਣਾ ਕੇ ਵੀ ਖਤਮ ਨਾ ਹੋਇਆ, ਇਹ ਉਹ ਸੁੱਖ ਹੈ। ਇਹ ਸੁੱਖ ਸਾਨੂੰ ਬਚਣਾ ਚਾਹੀਦਾ, ਸਦੀਵ ਸੁੱਖ। ਇਹ ਪਾਤਸ਼ਾਹ ਸਭ ਕੁਝ ਚਲਾ ਜਾਏ, ਸਭ ਕੁਝ ਉੱਜੜ ਜਾਏ, ਘਰ ਚਲਾ ਜਾਏ, ਪਰਿਵਾਰ ਚਲਾ ਗਿਆ, ਬੱਚੇ ਚਲੇ ਗਏ, ਸਾਹਿਬਜ਼ਾਦੇ ਚਲੇ ਗਏ, ਸਿੱਖ ਚਲੇ ਗਏ, ਜਾਨੋ ਪਿਆਰੀ ਸਿੰਘ ਚਲੇ ਗਏ, ਆਨੰਦਪੁਰੀ ਦੀ ਨਗਰੀ ਚਲੇ ਗਈ, ਕਮਾਲ ਹੈ। ਪਰ ਅੰਦਰ ਦਾ ਸੁੱਖ ਨਹੀਂ ਜਾਣ ਦਿੱਤਾ, ਅੰਦਰ ਦੀ ਅਡੋਲਤਾ ਬਣੀ ਰਹੀ। ਅਡੋਲ ਜਿਹੜਾ ਸੁੱਖ ਸਾਡੇ ਮਨ ਨੂੰ ਅਡੋਲ ਕਰਦਾ ਹੈ, ਡੋਲਣ ਨਾ ਦਿੰਦਾ ਸਾਨੂੰ, ਇਹ ਸਾਡੀ ਮੰਜ਼ਿਲ ਹੈ। ਇਹਨੂੰ ਇਸੇ ਸੁੱਖ ਨੂੰ ਆਨੰਦ ਕਿਹਾ। ਸੁੱਖ ਖੱਖੇ ਨੂੰ ਔਂਕੜ ਮਤਲਬ ਆਨੰਦ ਦੀ ਅਵਸਥਾ। ਇਹ ਕਦੋਂ ਮਿਲਦਾ ਹੈ? ਜਦੋਂ ਪੂਰਨ ਤੌਰ ਤੇ ਸਾਡਾ ਮਨ ਸ਼ਬਦ ਨੂੰ ਸਮਰਪਿਤ ਹੋ ਜਾਂਦਾ ਹੈ, ਮਨ ਦੀ ਮੈਲ, ਮਨ ਦਾ ਅਗਿਆਨ ਮਿਟ ਜਾਂਦਾ ਹੈ, ਧਰਮ ਖੋਖਲੇ ਸੰਸ਼ੇ ਦੂਰ ਹੋ ਜਾਂਦੇ ਨੇ, ਉੱਥੇ ਜਾ ਕੇ ਇਹ ਸੁੱਖ ਆ ਜਾਂਦਾ ਹੈ। ਭਾਏ ਹਰ ਕਾ ਨਾਮ ਮਨ ਨੇ ਵਸਾਏ, ਹਰੀ ਦੇ ਨਾਮ ਨੂੰ, ਗੁਰੂ ਦੇ ਗਿਆਨ ਨੂੰ, ਸੱਚੀ ਮੱਤ ਨੂੰ ਆਪਣੇ ਮਨ ਦੇ ਅੰਦਰ ਵਸਾ ਲਏ। ਮਨ ਦੇ ਨੰਨੇ ਨੂੰ ਸਿਆਰੀ, ਮਨ ਦੇ ਵਿੱਚ, ਮਨ ਦੇ ਅੰਦਰ ਵਸਾਏ, ਨਾਨਕ ਨਜ਼ਰ ਕਰੇ ਸੋ ਪਾਏ। ਆਏਗਾ ਕੌਣ? ਜਿੱਤੇ ਉਹਦੀ ਨਜ਼ਰ ਹੋ ਜਾਏਗੀ। ਹੁਣ ਦੇਖੋ, ਨਜ਼ਰ ਦੀ ਗੱਲ ਬਾਰ-ਬਾਰ ਆ ਰਹੀ ਹੈ, ਆਏਗੀ, ਆਉਂਦੀ ਰਹੇਗੀ, ਕਿਉਂਕਿ ਨਜ਼ਰ ਤੋਂ ਬਿਨਾਂ ਗੁਰਮਤ ਅੱਗੇ ਤੁਰਦੀ ਨਹੀਂ ਹੈ। ਕਿਰਪਾ ਤੋਂ ਬਿਨਾਂ ਇੱਥੇ ਕੁਛ ਵੀ ਨਹੀਂ ਹੈ। ਉਹ ਪੰਕਤੀ ਫੇਰ ਯਾਦ ਕਰ ਲੈਣੀ ਆਪਾਂ ਨੇ ਪੌੜੀ, ਵੀ ਭਾਵੇਂ ਅਸੀਂ ਆਪਣੇ ਤੌਰ ਤੇ ਆਪਣੀ ਅਕਲ ਮਤ ਨਾਲ, ਸਿਆਣਪ ਨਾਲ, ਸੰਸਾਰੀ ਪੱਖ ਤੋਂ ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ ਕਰ ਲਈਏ, ਪਰ ਨਾਨਕ ਨਜ਼ਰ ਕਰੇ ਸੋ ਪਾਏ। ਉਹੀ ਪਾਏਗਾ, ਤੇ ਉਹ ਪਾਏਗਾ ਜਿਹੜਾ ਉਹ ਨਜ਼ਰ ਨਾਲ, ਕਿਰਪਾ ਨਾਲ ਦੇ ਦੇਗਾ। ਹੁਣ ਅੱਗੇ ਕੀ ਕਹਿੰਦੇ? ਆਸ ਅੰਦੇਸ਼ੇ ਤੇ ਨੇਹ ਕੇਵਲ, ਹਉਮੈ ਸ਼ਬਦ ਜਲਾਏ। ਆਸ ਅੰਦੇਸ਼ੇ ਤੇ ਨੇਹ ਕੇਵਲ। ਨੇਹ ਕੇਵਲ ਕੌਣ ਨੇ? ਨੇਹ ਕੇਵਲ ਅਰਥ ਹੋ ਗਿਆ ਜੀ ਨਿਰਲੇਪ। ਨਿਰਲੇਪ ਹੋ ਗਏ ਜਿਹੜੇ। ਕਿਤੋਂ ਨਿਰਲੇਪ ਹੋ ਗਏ? ਆਸ ਤੇ ਅੰਦੇਸ਼ੇ ਤੋਂ। ਆਸ ਹੁੰਦੀ ਹੈ ਪਦਾਰਥ ਦੀ, ਸੰਸਾਰ ਦੀ, ਮਾਇਆ ਦੀ, ਕੁਛ ਲੈਣ ਦੀ, ਹਨਾ, ਕੁਛ ਮਿਲਣ ਦੀ, ਪ੍ਰਾਪਤੀ ਦੀ, ਮੈਨੂੰ ਆਹ ਮਿਲ ਜਾਏ। ਆਸ ਕਹਿੰਦੇ ਵੀ ਆਸ ਹੈ ਸਾਨੂੰ, ਆਹ ਹੋ ਜਾਏ, ਆਹ ਮਿਲ ਜਾਏ, ਪਦਾਰਥ ਦੀ, ਮਾਇਆ। ਅੰਦੇਸ਼ਾ ਹੁੰਦਾ ਹੈ, ਜਿੱਥੇ ਆਸ ਹੁੰਦੀ ਹੈ ਨਾ, ਉੱਥੇ ਅੰਦੇਸ਼ਾ ਵੀ ਆ ਜਾਂਦਾ ਹੈ। ਅੰਦੇਸ਼ੇ ਦਾ ਅਰਥ ਹੁੰਦਾ ਵੀ ਸ਼ੰਕਾ, ਡਾਊਟ, ਵੀ ਹਾਏ ਮੇਰੀ ਆਸ ਪੂਰੀ ਹੋ ਜਾਊਗੀ, ਇਹ ਕੰਮ ਹੋ ਜਾਊਗਾ ਕਿ ਨਹੀਂ, ਇਹ ਮੰਗ ਪੂਰੀ ਹੋ ਜਾਊਗੀ ਕਿ ਨਹੀਂ, ਇਹ ਕੰਮ ਮੇਰਾ ਬਣ ਜਾਊਗਾ ਕਿ ਨਹੀਂ, ਇਹ ਰਿਸ਼ਤਾ ਹੋ ਜਾਊਗਾ ਕਿ ਨਹੀਂ, ਬੱਚਾ ਬਾਹਰ ਚਲਾ ਜਾਊਗਾ ਕਿ ਨਹੀਂ। ਸਾਡੀਆਂ ਆਸਾਂ ਤਾਂ ਇਹੀ ਨੇ ਸੰਸਾਰੀ ਜੀਵਾਂ ਦੀਆਂ। ਨੌਕਰੀ ਮਿਲ ਜੂ ਕਿ ਨਹੀਂ, ਬਹੂ ਵਸ ਜੂ ਕਿ ਨਹੀਂ, ਮੁੰਡਾ ਹੋ ਜਾਊਗਾ ਕਿ ਨਹੀਂ। ਹੁਣ ਆਸ ਸੀ, ਆਸ ਦੇ ਨਾਲ ਅੰਦੇਸ਼ਾ ਵੀ ਖੜਾ ਹੋ ਗਿਆ। ਅੰਦੇਸ਼ਾ ਮੀਨ ਸ਼ੰਕਾ, ਡਾਊਟ ਕਿਉਂ ਖੜਾ ਹੋਇਆ? ਕਿਉਂਕਿ ਪੂਰਨ ਭਰੋਸਾ ਨਹੀਂ ਸੀ। ਭਰੋਸਾ ਨਾਲ ਆਏਗਾ ਤੇ ਅੰਦੇਸ਼ਾ ਖਤਮ ਹੋ ਜਾਏਗਾ। ਪਰ ਗੁਰੂ ਸਾਹਿਬ ਕਹਿੰਦੇ ਜਿਹਨੇ ਆਸ ਖਤਮ ਕਰਤੀ, ਉੱਥੇ ਅੰਦੇਸ਼ਾ ਹੈ ਹੀ ਨਹੀਂ। ਦੇਖੋ, ਆਸ ਨੇ ਅੰਦੇਸ਼ੇ ਨੂੰ ਜਨਮ ਦਿੱਤਾ ਹੈ। ਪਹਿਲਾਂ ਆਸ ਬਣੀ, ਫਿਰ ਆਸ ਤੋਂ ਬਾਅਦ ਸ਼ੰਕਾ ਬਣੂ, ਪਰ ਜੇ ਆਸ ਹੀ ਨਹੀਂ ਤਾਂ ਸ਼ੰਕਾ ਬਣਨਾ ਹੀ ਨਹੀਂ। ਉਹ ਕਹਿੰਦੇ ਜਿਹੜਾ ਆਸ ਤੇ ਅੰਦੇਸ਼ੇ ਤੋਂ ਨੇਹ ਕੇਵਲ ਹੋ ਗਿਆ, ਅਤੇ ਹਉਮੈ ਨੂੰ ਸ਼ਬਦ ਜਲਾਏ ਨਹੀਂ ਕਹਿਣਾ। ਹੁਣ ਧਿਆਨ ਵਿੱਚ ਰੱਖਿਓ, ਹਉਮੈ ਸ਼ਬਦ ਜਲਾਏ। ਹਉਮੈ ਸ਼ਬਦ ਜਲਾਏ, ਸ਼ਬਦ ਨਾਲ ਹਉਮੈ ਨੂੰ ਸਾੜ ਦੇ, ਸ਼ਬਦ ਨਾਲ ਹਉਮੈ ਮਿਟਾ ਦੇ। ਉਹ ਆਸ ਤੇ ਅੰਦੇਸ਼ੇ ਤੋਂ ਨਹੀਂ ਕੇਵਲ ਹੋ ਜਾਂਦਾ ਹੈ।
ਹੁਣ ਇਹਨੂੰ ਅਰਥ ਦੇ ਪਤਾ ਕਿਵੇਂ ਕਰਨੇ ਨੇ ਆਪਾਂ ਨੇ। ਹੁਣ ਹਉਮੈ ਸ਼ਬਦ ਜਲਾਏ, ਇਹਦੇ ਅਰਥ ਪਹਿਲਾਂ ਕਰੋ, ਆਸ ਅੰਦੇਸੇ ਤੇ ਨਹੀਂ ਕੇਵਲ, ਇਹਦੇ ਅਰਥ ਬਾਅਦ ਚ ਕਰੋ। ਜਿਹੜਾ ਜੀਵ ਮਾਲਕ ਦੀ ਨਜ਼ਰ ਪ੍ਰਾਪਤ ਕਰਕੇ ਉਹਦੇ ਸ਼ਬਦ ਨੂੰ ਲੈ ਕੇ, ਗਿਆਨ ਲੈ ਕੇ, ਮੱਤ ਲੈ ਕੇ, ਸੂਝੀ ਲੈ ਕੇ ਹਉਮੈ ਨੂੰ ਸਾੜ ਦਿੱਤਾ, ਉਹ ਆਸ ਅੰਦੇਸੇ ਤੋਂ ਨਹੀਂ ਕੇਵਲ ਹੋ ਜਾਂਦਾ ਹੈ। ਉਹਦੇ ਅੰਦਰ ਆਸ ਰਹਿੰਦੀ ਨਹੀਂ, ਹਉ ਖਤਮ ਹੋ ਗਈ, ਮੈਂ ਮੇਰੀ ਖਤਮ ਹੋ ਗਈ। ਜੇ ਮੈਂ ਨਹੀਂ ਤਾਂ ਮੇਰਾ ਵੀ ਕੁਛ ਨਹੀਂ, ਮੇਰੀ ਆਸ ਵੀ ਕੁਛ ਨਹੀਂ। ਮੈਂ ਹੀ ਨਹੀਂ ਆ ਤਾਂ ਮੇਰੀ ਆਸ ਵੀ ਕਿੱਥੇ ਗਈ, ਖਤਮ ਹੋ ਗਈ ਸਾਰਾ ਕੁਝ। ਆਸ ਵੀ ਤਾਂ ਅੰਦੇਸਾ ਵੀ ਮਿਟ ਗਿਆ, ਨਹੀਂ ਕੇਵਲ ਹੋ ਗਿਆ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਹਉਮੈ ਚੋਂ ਬਾਹਰ ਕੱਢਣ ਦੀ ਜੁਗਤੀ ਦੱਸੀ ਹੈ। ਇਹ ਸ਼ਬਦ ਵਿੱਚ ਉਹਨਾਂ ਸਾਰੇ ਕਰਮਾਂ ਦਾ, ਜੋ ਕਰਮ ਕਰਦੇ ਕਰਦੇ ਸੱਚ ਤੋਂ ਬਿਨਾਂ ਕਰਮ ਕਾਂਡ ਬਣ ਗਏ, ਉਹਨਾਂ ਦੀ ਇੱਕ ਪੂਰੀ ਲਿਸਟ ਦੇ ਦਿੱਤੀ। ਤੇ ਜਿਹੜਾ ਜਿਹੜਾ ਜੀਵ ਕਿਸੇ ਨਾ ਕਿਸੇ ਅਗਿਆਨ ਕਰਕੇ, ਨਾ ਸਮਝੀ ਕਰਕੇ ਜਾਂ ਜਾਣਬੁੱਝ ਕੇ ਐਸਾ ਕਰਮ ਕਰਦਾ, ਮਹਾਰਾਜ ਕਹਿੰਦੇ ਕਰਮ ਕਾਂਡੀ ਹੈ, ਉਹ ਸੁੱਤਾ ਹੋਇਆ, ਉਹਨੂੰ ਜਾਗਦਾ ਨਹੀਂ ਮੰਨਣਾ। ਤੇ ਇਸ ਤਰ੍ਹਾਂ ਸੁੱਤਿਆਂ ਦੇ ਕਈ ਜਨਮ ਬੀਤ ਜਾਂਦੇ ਹਨ। ਪਰ ਜਦੋਂ ਕਿਤੇ ਸੁਰਤ ਥੋੜੀ ਜਿਹੀ ਜਾਗੇ, ਇਤੇ ਕਿਰਪਾ ਹੋਏ, ਇਹ ਆਪਣੇ ਮਨ ਨੂੰ ਉਸ ਪਾਸੇ ਤੋਰਨ ਦੇ ਯਤਨ ਵਿੱਚ ਸੱਚੇ ਸਤਿਗੁਰ ਦੀ ਸੇਵਾ ਵਿੱਚ ਤੁਰੇ, ਜੁਟੇ, ਸ਼ਬਦ ਨਾਲ ਸਾਂਝ ਬਣਾਏ, ਫਿਰ ਹੌਲੀ ਹੌਲੀ ਉਹਦੀ ਕਿਰਪਾ ਦਾ ਪਾਤਰ ਬਣਦਾ। ਤੇ ਕਿਰਪਾ ਦਾ ਪਾਤਰ ਬਣ ਕੇ ਸ਼ਬਦ ਨਾਲ, ਮੱਤ ਨਾਲ, ਸ਼ਬਦ ਦਾ ਅਰਥ ਮੱਤ, ਉਹ ਗਿਆਨ, ਉਹ ਗੁਰਮਤ ਦੀ ਵਿਵੇਕ ਬੁੱਧੀ ਜਿਹੜੀ ਸਾਡੀ ਹਉਮੈ ਦਾ ਸਾੜਦੀ ਹੈ, ਨਾਸ਼ ਕਰਦੀ ਹੈ, ਤੇ ਉਸ ਤੋਂ ਬਾਅਦ ਆਸ ਅੰਦੇਸੇ ਗਵਾ ਕੇ ਇਹ ਨਿਰਲੇਪ ਹੋ ਜਾਂਦਾ ਹੈ। ਹੁਣ ਇੱਕ ਬੇਨਤੀ ਮੇਰੇ ਯਾਦ ਆ ਗਿਆ ਜੀ, ਜਿਹੜੀ ਆਪਾਂ ਕੀਤੀ ਸੀ। ਹੁਣ ਇਹ ਮੈਂ ਤੁਹਾਨੂੰ ਅਮਜ ਕੀਤਾ ਸੀ, ਵੀ ਬੇਨਤੀ ਕੀਤੀ ਸੀ, ਆ ਪੂਰਾ ਸ਼ਬਦ ਪੜ੍ਹਨ ਤੋਂ ਬਾਅਦ ਸਾਨੂੰ ਇੱਕ ਚੀਜ਼ ਸਮਝ ਆਉਣੀ ਚਾਹੀਦੀ ਹੈ, ਕਈਆਂ ਨੂੰ ਆ ਗਈ ਹੋਏਗੀ। ਹੁਣ ਤੁਸੀਂ ਦੱਸ ਸਕਦੇ ਹੋ ਵੀ ਕੀ ਹੈ, ਤੁਹਾਡੇ ਚੋਂ ਕੋਈ ਸੰਗਤ ਚੋਂ ਕਿਸੇ ਨੂੰ ਪੂਰਨ ਤੌਰ ਤੇ ਪਤਾ ਲੱਗ ਸਮਝ ਪਈ ਵੀ ਸ਼ਬਦ ਦੇ ਵਿੱਚ ਇੱਕ ਪ੍ਰਮੁੱਖ ਜਿਹੜਾ ਮੈਸੇਜ ਹੈ ਉਹ ਕੀ ਹੈ। ਚਲੋ ਸੌਖਾ ਕਰ ਦਿੰਦੇ ਆ, ਕਿਹਦੇ ਵਾਸਤੇ ਹੈ, ਥੋੜਾ ਸੌਖਾ ਕਿਹਦੇ ਵਾਸਤੇ ਹੈ। ਕਿਸੇ ਨੂੰ ਨਹੀਂ ਪਤਾ, ਸਾਰੇ ਮੇਰੇ ਵਰਗੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ। ਹਾਂ ਜੀ, ਸਰਬਜੋਤ ਸਿੰਘ ਜੀ। ਇਹ ਜਿਹੜੇ ਆਪਣੇ ਪ੍ਰਚਾਰਕ ਨੇ, ਇਹ ਉਹਨਾਂ ਵਾਸਤੇ। ਹਾਂ ਬਿਲਕੁਲ, ਸ਼ਾਰਟ ਦੇ ਵਿੱਚ ਇਹਦਾ ਆਨਸਰ ਇੰਨਾ ਹੀ ਹੈ। ਬਹੁਤ ਵਧੀਆ ਆਨਸਰ ਹੈ, ਬਿਲਕੁਲ ਠੀਕ ਹੈ। ਆਪਾਂ ਜਿਹੜੀ ਬੇਨਤੀ ਪਿਛਲੇ ਕਈ ਦਿਨਾਂ ਤੋਂ ਆਪਾਂ ਲਗਾਤਾਰ ਸਾਂਝੀ ਕਰਦੇ ਆ ਰਹੇ ਹਾਂ ਵੀ ਗੁਰਬਾਣੀ ਦਾ ਬਹੁਤਾਤ ਰੂਪ ਚ ਜਿਹੜਾ ਉਪਦੇਸ਼ ਹੈ, ਧਾਰਮਿਕ ਮੁਖੀਆਂ, ਮੋਢੀਆਂ, ਆਗੂਆਂ, ਲੀਡਰਾਂ ਵਾਸਤੇ, ਜਿਹੜੇ ਧਰਮ ਦੇ ਲੀਡਰ ਨੇ, ਧਰਮ ਦੇ ਆਗੂ ਨੇ। ਕਿਉਂਕਿ ਇਹ ਸਾਰਾ ਕੁਛ ਨਾ ਜਿਹੜਾ ਇਹਦੇ ਚੋਂ 90% ਕਰਮ ਜਿਹੜੇ ਗੁਰੂ ਸਾਹਿਬ ਨੇ ਦੱਸੇ ਨੇ, ਕਰਮ ਕਾਂਡ, ਉਹ ਇੱਕ ਧਰਮ ਦਾ ਆਗੂ ਕਰਦਾ। ਵਸਤਰ ਨਾ ਪੈ ਰਿਹਾ, ਆਮ ਬੰਦਾ ਰਹਿ ਸਕਦਾ ਬਿਨਾਂ ਵਸਤਰਾਂ ਤੋਂ, ਆਪਾਂ ਸੰਸਾਰੀ ਜੀਵਨ, ਅਸੀਂ ਗਰਮੀਆਂ ਚ ਬਿਨਾਂ ਵਸਤਰਾਂ ਤੋਂ ਰਹਿ ਸਕਦੇ ਹਾਂ, ਸਰਦੀਆਂ ਚ। ਪਰ ਇੱਕ ਕਹਿੰਦਾ ਜੀ ਮੈਂ ਰੱਬ ਨੂੰ ਮਿਲਣਾ, ਮੈਂ ਵਸਤਰ ਨਹੀਂ ਪਾਉਣੇ ਹੈਗੇ, ਮੈਂ ਵਰਤ ਰੱਖ ਲਿਆ ਜੀ 40 ਦਿਨ ਦਾ, ਮੈਂ ਮੌਨ ਧਾਰਨਾ, ਮੈਂ ਤੀਰਥਾਂ ਤੇ ਭਟਕਣਾ ਲੰਮਾ ਸਮਾਂ, ਮੈਂ ਲਿਖਣ ਭਗਤੀ ਕਰਨੀ ਹੈ, ਮੈਂ ਪੜ੍ਹਨ ਦੀ ਭਗਤੀ ਕਰਨੀ ਹੈ। ਇਹ ਸਾਰਾ ਕੁਝ ਕੌਣ ਕਰਦਾ ਹੈ? ਇਹ ਇੱਕ ਧਾਰਮਿਕ ਪੁਜਾਰੀ, ਧਾਰਮਿਕ ਆਗੂ ਕਰਦਾ ਹੈ। ਉਦੋਂ ਇਹ ਪ੍ਰਮੁੱਖ ਤੌਰ ਤੇ ਉਹਨੂੰ ਟਾਰਗੇਟ ਕਰਕੇ ਸ਼ਬਦ ਗੁਰੂ ਸਾਹਿਬ ਨੇ ਉਚਾਰੇ। ਜਿਹੜੇ ਇਸ ਤਰ੍ਹਾਂ ਦੇ ਕਰਮ ਕਰਦੇ ਸੀ, ਮੈਂ ਬੇਨਤੀ ਬਹੁਤ ਵਾਰੀ ਕੀਤੀ, ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਆਮ ਸੰਗਤ ਨੂੰ ਗੁਰੂ ਸਾਹਿਬ ਨੇ ਦੋਸ਼ੀ ਨਹੀਂ ਮੰਨਿਆ। ਹਾਂ ਅਸੀਂ ਅਗਿਆਨੀ ਆ, ਪਰ ਅਸੀਂ ਉਤਨੇ ਦੋਸ਼ੀ ਨਹੀਂ ਆ ਜਿੰਨਾ ਦੋਸ਼ੀ ਇੱਕ ਧਰਮ ਦਾ ਆਗੂ। ਇਹਨੂੰ ਇੰਝ ਕਹਿ ਸਕਦੇ ਵੀ ਦੇਖੋ, ਸਕੂਲ ਹੈ, ਸਕੂਲ ਦੇ ਵਿੱਚ 1000 ਬੱਚਾ ਪੜ੍ਹਦਾ ਹੈ, ਟੀਚਰ 1000 ਨਹੀਂ ਹੋਣਗੇ, ਟੀਚਰ ਉੱਥੇ 20, 30, 40 ਜਾਂ 50 ਹੋਣਗੇ। ਹੁਣ ਜੇ ਸਕੂਲ ਦੇ ਵਿੱਚ ਬੱਚੇ ਨਲਾਇਕ ਨੇ, ਬੱਚੇ ਪੜ੍ਹ ਨਹੀਂ ਪਾ ਰਹੇ, ਬੱਚੇ ਬਾਹਰ ਜਾਂਦੇ ਨੇ, ਕਿਤੇ ਕੰਪੀਟੀਸ਼ਨ ਜਾ ਰਹੇ ਨੇ, ਲੜ ਨਹੀਂ ਪਾ ਰਹੇ ਕੰਪੀਟੀਸ਼ਨ, ਜਾਂ ਕੰਪੀਟੀਸ਼ਨ 'ਚ ਫੇਲ ਹੋ ਜਾਂਦੇ ਨੇ, ਪਿੱਛੇ ਰਹਿ ਜਾਂਦੇ ਨੇ, ਕਸੂਰ ਕਿਹਦਾ ਮੰਨਿਆ ਜਾਏਗਾ? ਟੀਚਰਾਂ ਦਾ ਮੰਨਿਆ ਜਾਏਗਾ, ਸਕੂਲ ਦੇ ਸਿਸਟਮ ਦਾ ਮੰਨਿਆ ਜਾਏਗਾ। ਉੱਥੋਂ ਦੀ ਪੜ੍ਹਾਈ ਤੇ ਉਂਗਲ ਉੱਠੇਗੀ, ਉੱਥੋਂ ਦੇ ਪ੍ਰਿੰਸੀਪਲ ਤੇ ਉਂਗਲ ਉੱਠੇਗੀ। ਬਿਲਡਿੰਗ ਭਾਵੇਂ ਲੱਖ ਵਧੀਆ ਬਣਾ ਦਿਓ, ਜੇ ਹੁਣ ਸਾਨੂੰ ਕੋਈ ਅਸੀਂ ਆਪਾਂ ਮੰਨ ਲਓ ਉਹਨੂੰ ਧਰਮ ਨਾਲ ਤੁਸੀਂ ਜੋੜ ਲਿਓ, ਸਮਝ ਤੁਹਾਨੂੰ ਸਾਰੀ ਆ ਜਾਣੀ ਆ। ਸਾਡਾ ਬੱਚਾ ਫੇਲ ਹੋ ਗਿਆ, 1 ਮਿੰਟ ਮਿੱਕੀ ਵੀਰ ਜੀ, 1 ਮਿੰਟ ਦਿਓ ਮੈਨੂੰ ਗੱਲ ਨਾ ਵਿਸਰ ਜਾਓ, ਤੁਸੀਂ ਆਪਣੀ ਗੱਲ ਯਾਦ ਰੱਖਿਓ, ਮੈਂ ਤੁਹਾਨੂੰ ਲੈ ਲਾਂ ਲਾਈਨ ਤੇ। ਬੱਚਾ ਫੇਲ ਹੋ ਜਾਏ, ਸਕੂਲ ਵਾਲੇ ਅਸੀਂ ਜਾਈਏ ਸਕੂਲ 'ਚ ਵੀ ਸਾਡਾ ਬੱਚਾ ਫੇਲ ਕਿਉਂ ਆ ਜੀ? ਸਾਡੇ ਬੱਚੇ ਨੇ ਪੜ੍ਹਿਆ ਨਹੀਂ ਜੀ ਕੁਛ, ਸਾਡੇ ਬੱਚੇ ਨੂੰ ਤਾਂ ਕੁਛ ਪਤਾ ਹੀ ਨਹੀਂ।
ਸਕੂਲ ਵਾਲੇ ਕਹਿਣ ਨਾ ਜੀ ਨਾ, ਅਸੀਂ ਤੇ ਬਿਲਡਿੰਗ ਬਹੁਤ ਵੱਡੀ ਬਣਾਈ ਆ, ਅਸੀਂ ਤੇ ਬਿਲਡਿੰਗ ਨੂੰ ਸੰਗਮਰਮਰ ਲਾਇਆ, ਅਸੀਂ ਤੇ ਰੂਮ ਏਸੀ ਬਣਾਏ ਹੋਏ ਨੇ, ਹਨਾ, ਸਾਡੇ ਰੂਮ ਦੇ ਵਿੱਚ ਤੇ ਮਿਊਜ਼ਿਕ ਵੀ ਚੱਲਦਾ, ਕੰਪਿਊਟਰ ਲੱਗੇ ਨੇ, ਬੱਚਿਆਂ ਦੀਆਂ ਚੇਅਰਸ ਬਹੁਤ ਵਧੀਆ ਨੇ, ਇੱਥੇ ਖੇਡਾਂ ਦਾ ਇੰਤਜ਼ਾਮ ਕੀਤਾ ਹੋਇਆ। ਤੁਸੀਂ ਉਹਨਾਂ ਗੱਲਾਂ ਤੇ ਸੰਤੁਸ਼ਟ ਹੋ ਜਾਓਗੇ? ਅਸੀਂ ਇਹ ਕਹਿਣਾ ਸਾਨੂੰ ਕੋਈ ਮਤਲਬ ਨਹੀਂ ਜੀ, ਤੁਸੀਂ ਇਹ ਦੱਸੋ ਸਾਡੇ ਬੱਚੇ ਨੂੰ ਕੁਝ ਪੜ੍ਹਿਆ ਕਿਉਂ ਨਹੀਂ, ਇਹਨੂੰ ਪੜ੍ਹਾਇਆ ਕਿਉਂ ਨਹੀਂ ਗਿਆ, ਇਹਨੂੰ ਸਿੱਖਿਆ ਕਿਉਂ ਨਹੀਂ ਮਿਲੀ, ਇਹ ਪਿੱਛੇ ਕਿਉਂ ਰਹਿ ਗਿਆ, ਪਛੜ ਕਿਉਂ ਗਿਆ? ਸਕੂਲ ਦੀ ਬਿਲਡਿੰਗ ਤੁਸੀਂ ਕੀ ਕਰਾਉਣਾ? ਪਰ ਹੁਣ ਹੁੰਦਾ ਕੀ ਹੈ, ਸਕੂਲ ਵਿੱਚ ਤੇ ਅੱਗੇ ਨਿਕਲ ਗਏ ਅਸੀਂ ਬਾਹਰੀ ਪੜ੍ਹਾਈ ਤੇ, ਧਰਮ ਦੇ ਵਿੱਚ ਅਸੀਂ ਪਿੱਛੇ ਆ ਗਏ, ਪਰ ਧਰਮ ਦੇ ਵਿੱਚ ਸਾਡੀਆਂ ਬਿਲਡਿੰਗਾਂ ਅੱਗੇ ਨਿਕਲ ਗਈਆਂ, ਇਮਾਰਤਾਂ ਨੂੰ ਸੋਨਾ ਲੱਗ ਗਿਆ, ਇਮਾਰਤਾਂ ਨੂੰ ਸੰਗਮਰਮਰ ਲੱਗ ਗਏ, ਏਸੀ ਹਾਲ ਹੋ ਗਏ, ਕਰੋੜਾਂ ਦੀਆਂ ਜ਼ਮੀਨਾਂ ਹੋ ਗਈਆਂ। ਪੜ੍ਹਾਈ ਗੁਰਮਤ ਕਿੱਥੇ ਹੈ, ਕਿਹਦੇ ਪੱਲੇ ਆ? ਪ੍ਰਬੰਧਕਾਂ ਦੀਆਂ ਲੜਾਈਆਂ ਕੁਰਸੀਆਂ ਪਿੱਛੇ ਹੋ ਰਹੀਆਂ ਨੇ। ਗ੍ਰੰਥੀ ਵਿਚਾਰਾ ਮੇਰੇ ਵਰਗਾ ਅਨਪੜ੍ਹ ਹੁੰਦਾ, ਉਹ ਕਹਿੰਦਾ ਜੀ ਮੈਂ ਤਾਂ ਸਿਰਫ ਪਾਠ ਕਰ ਸਕਦਾ ਜਾਂ ਗੁਰਦੁਆਰੇ ਦੇ ਵਿੱਚ ਪ੍ਰਸ਼ਾਦ ਬਣਾ ਵਰਤਾ ਦੂ, ਮੈਨੂੰ ਨਹੀਂ ਪਤਾ ਕਿ ਤੁਸੀਂ ਕਹੋ ਗੁਰਬਾਣੀ ਸਮਝਾਦੇ, ਕਿੱਥੋਂ ਸਮਝਾਵਾਂ? ਉਹ ਪ੍ਰਬੰਧਕ ਕਹਿੰਦੇ ਸੀ ਰੱਖਣਾ ਹੀ ਉਹ ਬੰਦਾ ਵੀ ਜਿਹੜਾ ਘੱਟ ਪੈਸਿਆਂ ਚ ਆਵੇ। ਘੱਟ ਪੈਸੇ ਵਾਲਾ ਕਹਿੰਦਾ ਮੈਂ ਪੜ੍ਹਾ ਨਹੀਂ ਸਕਦਾ। ਜਿਹਨੇ ਹੁਣ ਕੁਝ ਤੁਹਾਨੂੰ ਦੱਸਣਾ, ਉਹ ਕਹਿੰਦੇ ਮੈਂ ਮਿਹਨਤ ਕੀਤੀ ਹੈ, ਮੇਰੀਆਂ ਜ਼ਿੰਮੇਵਾਰੀਆਂ ਨੇ, ਮੈਂ ਸਟੱਡੀ ਕੀਤੀ ਹੈ, ਵੀ ਚਲੋ ਮੇਰੀ ਉਨੀ ਲੋੜ ਕੋਈ, ਉਹ ਕਹਿੰਦੇ ਵੀ ਨਹੀਂ ਅਸੀਂ ਦੇਣਾ ਕੋਈ ਨਹੀਂ। ਇਹ ਮਸਲਾ ਵੀ ਉੱਥੇ ਫਿਰ ਨਾਲ ਐਡ ਹੋਏਗਾ। ਕਾਰਨ ਕੀ ਹੈ? ਮੁੜ ਕੇ ਗੱਲ ਆਏਗੀ ਵੀ ਪ੍ਰਚਾਰ ਵਾਲੇ ਪਾਸੇ ਸਾਡਾ ਧਿਆਨ ਹੀ ਨਾ, ਅਸੀਂ ਬਿਲਡਿੰਗਾਂ ਬਣਾਤੀਆਂ, ਬਿਲਡਿੰਗਾਂ ਬਣਾਈ ਜਾ ਰਹੇ ਹਾਂ, ਗੁਰਦੁਆਰੇ ਧੜਾ ਬਣੇ ਜਾ ਰਹੇ ਨੇ, ਪੜ੍ਹਾਈ ਹੈ ਨਹੀਂ, ਸਟੱਡੀ ਹੈ ਬਿਲਕੁਲ ਵੀ। ਨਤੀਜਾ ਕੀ ਹੈ? ਸੰਗਤ ਰੂਪ ਵਿਦਿਆਰਥੀ ਆਪਾਂ ਜਿੰਨੇ ਆ, ਸੰਗਤ ਰੂਪ ਸਟੂਡੈਂਟ, ਸੰਗਤ ਰੂਪ ਬੱਚੇ, ਅਸੀਂ ਧਰਮ ਦੇ ਪੱਖੋਂ ਕੋਰੇ ਆ, ਅਨਪੜ੍ਹ ਆ, ਨਹੀਂ ਪਤਾ। ਸਾਡੀ ਕੁਆਲਿਟੀ ਖਤਮ ਹੋ ਗਈ ਧਰਮ ਵਾਲੀ, ਅਧਿਆਤਮਿਕ ਪੱਖ ਤੋਂ ਅਸੀਂ ਸਾਹਮਣੇ ਰਹਿ ਗਏ। ਹੁਣ ਕਸੂਰ ਕਿਹਦਾ? ਕਸੂਰ ਧਰਮ ਦੇ ਮੋਢੀਆਂ ਦਾ। ਕਿਉਂ? ਉਹ ਹੋਰ ਬਹੁਤ ਕੁਝ ਕਰਦੇ ਰਹੇ, ਅਡੰਬਰ, ਆ ਸਾਰੇ ਸ਼ਬਦ ਵਾਲੇ, ਸੰਗਰਾਂਦਾਂ ਮਨਾਉਣੀਆਂ, ਪੂਰਨਮਾਸ਼ੀ ਮਨਾ ਲਓ ਜੀ, ਇੱਥੇ ਮੱਸਿਆ ਮਨਾਈ ਜਾਂਦੀ ਹੈ, ਇੱਥੇ ਆਹ ਹੁੰਦਾ, ਇੱਥੇ ਆਹ ਹੁੰਦਾ, ਇੱਥੇ ਮਨੋਕਾਮਨਾ ਪੂਰੀ, ਇੱਥੇ ਨਹਾ ਲਓ ਆ ਕੇ, ਇੱਥੇ ਚੌਂਕੜੀ ਲਾ ਲਓ, ਹੱਦ ਹੋ ਗਈ। ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਕਦੇ ਵਾਸਤੇ ਰੱਖਿਆ ਹੈ? ਰਮਾਲੇ ਪਾਉਣ ਨੇ ਰੱਖਿਆ ਬਸ ਗੱਲਾਂ। ਇਸ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਵੀ ਦੇਖੀ ਵੀ ਅਸੀਂ ਕਿੱਥੇ ਖੜੇ ਹਾਂ। ਸੰਗਤ ਥੋੜਾ ਜਿਹਾ ਜਾਗਰੂਕ ਜਿੱਥੇ ਹੈਗੀ ਆ, ਉਹ ਫਿਰ ਗੁਰਦੁਆਰਿਆਂ ਕਮੇਟੀਆਂ ਤੋਂ ਆਪਾਂ ਨੂੰ ਕਹਿਤਾ ਉਮੀਦ ਨਹੀਂ ਰੱਖਣੀ ਚਾਹੀਦੀ, ਉੱਥੇ ਆਪ ਹੀ ਸਾਨੂੰ ਫਿਰ ਨਿੱਜੀ ਤੌਰ ਤੇ ਯਤਨਸ਼ੀਲ ਹੋਣਾ ਪਏਗਾ। ਜਿਵੇਂ ਕਿ ਚਲੋ ਹੁਣ ਸਮਾਂ ਬਦਲਿਆ, ਮੀਡੀਆ ਦੇ ਵਿੱਚ ਬਹੁਤ ਤੌਰ ਤਰੀਕੇ ਨਾਲ ਕਲਾਸਿਸ ਲੱਗ ਰਹੀਆਂ ਨੇ, ਸੰਗਤਾਂ ਆਪ ਵੀ ਜਾਣ ਰਹੀਆਂ ਨੇ, ਸਮਝ ਰਹੇ ਆ। ਇਹੀ ਤਰੀਕਾ ਹੈ ਧਰਮ ਨੂੰ ਪੜ੍ਹਨ ਦਾ, ਧਾਰਮਿਕ ਤੌਰ ਤੇ ਅਵੇਅਰ ਹੋਣ ਦਾ, ਆਪਣੇ ਅੰਦਰ ਨੂੰ ਜਗਾਉਣ ਦਾ। ਧੰਨਵਾਦ ਜੀ ਸਾਰਿਆਂ ਦਾ। ਅਮਿਕੀ ਵੀਰ ਜੀ ਤੁਸੀਂ ਆਓ। ਆਵਾਜ਼ ਦਿਓ ਵੀਰ ਜੀ, ਥੋੜੀ ਜਿਹੀ ਆਵਾਜ਼, ਮਾਈਕ ਨੇੜੇ ਆਓ। ਹਾਂਜੀ, ਉਹ ਮੈਂ ਐਕਚੁਅਲੀ ਬਲੂਟੂਥ ਜੁਆਇਨ ਕੀਤਾ ਸੀਗਾ ਨਾ। ਓਕੇ, ਇੱਥੇ ਠੀਕ ਹੈ। ਮੈਂ ਨਾ ਜੀ ਥੋੜਾ ਜਿਹਾ ਅਗੇਂਸਟ ਬੋਲਾਂਗਾ ਤੁਸੀਂ ਕਿ ਗੁਰਬਾਣੀ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ ਸਾਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ ਨੂੰ ਠੀਕ। ਹਾਂਜੀ, ਸਭ ਤੋਂ ਪਹਿਲਾਂ ਇਹ ਜੀ ਮੇਰੀ ਰਿਸਪੌਂਸਿਬਿਲਿਟੀ ਵੀ ਬਣਦੀ। ਦੇਖੋ ਜਿਸ ਤਰ੍ਹਾਂ ਅੱਜ ਅਸੀਂ ਤੁਹਾਡੇ ਨਾਲ ਜੁੜੇ ਹਾਂ, ਇੱਧਰ ਬੈਠ ਕੇ ਵਿਚਾਰ ਬਣਾਉਂਦਾ ਅੱਜ ਜੋ ਕਰ ਰਹੇ ਅਸੀਂ, ਹੈ ਨਾ ਜੀ, ਤੇ ਸਾਨੂੰ ਉਸ ਤਰ੍ਹਾਂ ਦੇ ਟਿਊਸ਼ਨ ਟੀਚਰ ਢੂੰਢਣ ਦੀ ਲੋੜ ਹੈ, ਨਾ ਕਿ ਗੁਰਦੁਆਰਿਆਂ ਤੇ ਡਿਪੈਂਡ ਕਰਨ ਦੀ। ਮੇਰੀ ਸਾਰੀ ਮੈਂ ਤੁਹਾਡੀ ਸਾਥ ਗੱਲ ਕਰ ਵੀ ਜਾਵਾਂਗਾ। ਤੁਹਾਡਾ ਆਪਣਾ ਐਕਸਪੀਰੀਅੰਸ, ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਵੀ ਹਨ ਵੀ, ਉਹ ਵੀ ਮੇਰੇ ਵਰਗੇ ਮੇਰੇ ਤੋਂ ਹੀ ਹੋਣਗੇ, ਜਿਨ੍ਹਾਂ ਨੇ ਅੱਜ ਤੱਕ ਸਿਰਫ ਉਧਰ ਬਿਜ਼ਨਸ ਹੀ ਦੇਖਿਆ ਹੈ, ਨਾ ਕਿ ਪ੍ਰਚਾਰ ਦੇਖਿਆ ਹੈ ਨਾ। ਤੇ ਉਹ ਫਿਰ ਸਾਨੂੰ ਦੂਜੇ ਪਾਸੇ ਵੀ ਲਗਾ ਦਿੰਦੇ ਨੇ, ਪਰ ਅਸੀਂ ਬਲਾਈਂਡਲੀ ਉਹਨਾਂ ਨੂੰ ਫੋਲੋ ਵੀ ਕਰ ਰਹੇ ਹਾਂ। ਕਿਉਂਕਿ ਦੇਖੋ ਅਸੀਂ ਕੋਈ ਸੂਟ ਲੈਣ ਜਾਈਏ ਜਾਂ ਸ਼ੂ ਲੈਣ ਜਾਈਏ ਨਾ, ਤੇ 10 ਦੁਕਾਨਾਂ ਢੂੰਡਦੇ ਆ, ਸਾਡਾ ਕਲਰ ਪਸੰਦ ਨਹੀਂ, ਸਾਡੀ ਲੇਸ ਪਸੰਦ ਨਹੀਂ, ਸਾਡਾ ਸੋਲ ਪਸੰਦ ਨਹੀਂ, ਸਾਡਾ ਰੇਟ ਪਸੰਦ ਨਹੀਂ। ਲੇਕਿਨ ਧਾਰਮਿਕ ਤਰ੍ਹਾਂ ਤੋਂ ਅਸੀਂ ਬਿਲਕੁਲ ਅਵੇਸਲੇ ਹੋ ਜਾਂਦੇ ਹਾਂ, ਨਹੀਂ ਕੁਛ ਵੀ ਚੱਲ ਜਾਏਗਾ ਯਾਰ, ਬਸ ਐਸਾ ਹੀ ਚੱਲੇਗਾ। ਸਾਨੂੰ ਰਿਸਪੌਂਸਿਬਿਲਿਟੀ ਲੈਣ ਦੀ ਬਹੁਤ ਜ਼ਰੂਰੀ ਹੈ। ਮੈਂ ਸ਼ੁਰੂ ਫੀਲ ਕਰ ਸਕਦਾ, ਮੈਨੂੰ ਮੇਰੀ ਤਰਫ, ਮੇਰੇ ਘਰ ਦੇ ਵਿੱਚ ਮੇਰੇ ਬੱਚਿਆਂ ਦੇ ਨਾਲ, ਮੇਰੀ ਫੈਮਿਲੀ ਦੇ ਨਾਲ ਡਿਸਕਸ ਕਰਨਾ ਜ਼ਰੂਰੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਭੇਜੀਏ ਕਿ ਮੈਂ ਕਿਧਰ ਉਸ ਲੋਲੀਪੌਪ ਕਲਚਰ ਦੇ ਵਿੱਚ ਤਾਂ ਨਹੀਂ ਪੈ ਰਿਹਾ
ਜਿੱਧਰੋਂ ਮੈਨੂੰ ਕਹਿ ਰਹੇ ਨੇ ਕਿ ਤੂੰ ਇਹ ਕਰੇਗਾ ਤਾਂ ਤੈਨੂੰ ਇਹ ਹੋ ਜਾਏਗਾ, ਤੂੰ ਇਹ ਕਰੇਗਾ ਤਾਂ ਤੈਨੂੰ ਇਹ ਹੋ ਜਾਏਗਾ। ਮੈਨੂੰ ਉਹ ਚੀਜ਼ ਸਮਝ ਨਹੀਂ ਪਏਗੀ। हाँ, मैं इग्नोरेंट नहीं, हाँ मैं इनोसेंट, हाँ मैं संगत इनोसेंट जरूर है, इग्नोरेंट नहीं है, लेकिन वो इनोसेंट ही बात पे फिर इग्नोरेंस बन जाती है। तो सानू अपने इनोसेंट को समझ के विवेकता की तरफ लाना बहुत जरूरी है। मैंने इस तरह लगता है। मेरी सॉरी, ਬਿਲਕੁਲ ਨਹੀਂ, ਤੁਹਾਡੀ ਗੱਲ ਵੀਰ ਜੀ ਬਿਲਕੁਲ ਸਹੀ ਆ। ਮੈਂ ਅਖੀਰ ਚ ਉਹੀ ਬੇਨਤੀ ਕੀਤੀ ਸੀ ਵੀ ਉੱਥੋਂ ਅਸੀਂ ਉਮੀਦ ਛੱਡੀਏ, ਸਾਨੂੰ ਆਪਣੇ ਤੌਰ ਤੇ ਪਰਸਨਲੀ ਸਾਨੂੰ ਯਤਨਸ਼ੀਲ ਹੋਣਾ ਪਏਗਾ, ਹਨਾ। ਹਾਲਾਂਕਿ ਮੇਨ ਜ਼ਿੰਮੇਵਾਰੀ ਤੇ ਬਣਦੀ ਆ ਪ੍ਰਬੰਧਕਾਂ ਦੀ, ਐਸੀ ਗੱਲ ਨਹੀਂ ਵੀ ਗੁਰੂ ਘਰ ਦਾ ਮਕਸਦ ਕੇਵਲ ਜਿਵੇਂ ਤੁਸੀਂ ਗੱਲ ਕੀਤੀ ਬਿਜ਼ਨਸ ਪਰਪਸ ਨਹੀਂ ਹੋਣਾ ਚਾਹੀਦਾ, ਪਰ ਹੁਣ ਇਸ ਤਰ੍ਹਾਂ ਮਾਹੌਲ ਹੀ ਸਾਰੇ ਪਾਸੇ ਇਸ ਤਰ੍ਹਾਂ ਦਾ ਬਣ ਗਿਆ ਵੀ ਅਸੀਂ ਕੁਝ ਕਰ ਨਹੀਂ ਸਕਦੇ। ਨਿੱਜੀ ਤੌਰ ਤੇ ਪਰਸਨਲੀ ਆਪਾਂ ਯਤਨਸ਼ੀਲ ਹੋਈਏ। ਗੁਰਬਾਣੀ ਸਾਰੇ ਪੜ੍ਹ ਸਕਦੇ ਨੇ, ਸਾਰੇ ਸਿੱਖ ਸਕਦੇ ਨੇ, ਨਿੱਜੀ ਸਿੱਖ ਸਕਦੇ ਆ, ਸਮਝ ਸਕਦੇ ਆ, ਕੋਈ ਪਾਬੰਦੀ ਨਹੀਂ ਹੈ। ਬਟ ਸਟਾਰਟਿੰਗ ਵਿੱਚ ਇੱਕ ਲੋੜ ਹੁੰਦੀ ਹੈ ਨਾ। ਹੁਣ ਜਦੋਂ ਕੋਈ ਸਾਨੂੰ ਕਿਸੇ ਵੀ ਕਿਸਮ ਦੀ ਸਾਨੂੰ ਕੋਈ ਸਮੱਸਿਆ ਆਵੇ ਜਾਂ ਅਸੀਂ ਕੁਛ, ਸਾਡਾ ਇੱਕਦਮ ਧਿਆਨ ਕਿੱਥੇ ਜਾਏਗਾ? ਗੁਰਦੁਆਰਾ ਸਾਹਿਬ ਵੱਲ। ਕੋਈ ਗੱਲ ਹੈ, ਚਲੋ ਬਾਬਾ ਜੀ ਕੋਲ ਚੱਲੀਏ, ਬਾਬਾ ਜੀ ਨੂੰ ਪੁੱਛੀਏ, ਬਾਬਾ ਨਾਲ ਸਲਾਹ ਕਰ ਲਈ, ਹਨਾ। ਇਹ ਸਾਡੀ ਬੇਸਿਕ ਹੋ ਗਈ, ਬੇਸਿਕ ਨੀਡ ਸਾਡੀ ਉੱਥੇ ਹੀ ਪੂਰੀ ਹੋਣੀ ਆ। ਉਹਨਾਂ ਨੇ ਮਤਲਬ ਸਾਨੂੰ ਚਲਾਉਣਾ, ਇੱਕ ਵਾਰ ਚਲਾਏਗਾ ਤਾਂ ਸਹੀ ਨਾ। ਸਾਨੂੰ ਕੋਈ ਬੱਚਾ ਇੱਕਦਮ ਆਪੇ ਵੀ ਉੱਠ ਕੇ ਭੱਜਣ ਲੱਗ ਜਾਂਦਾ। ਮਾਂ-ਬਾਪ ਉਹਨੂੰ ਤੁਰਨਾ ਤਾਂ ਸਿਖਾਉਂਦੇ ਹੀ ਆ ਨਾ। ਧਰਮ ਦੇ ਵਿੱਚ ਇਹ ਸਾਡੇ ਮਾਂ-ਬਾਪ ਨੇ। ਜਿਵੇਂ ਅਸੀਂ ਬੱਚੇ ਨੂੰ ਸਕੂਲ ਪਾਉਂਦੇ ਹਾਂ, ਇੱਥੇ ਵੀ ਅਸੀਂ ਸਕੂਲ ਪੈਣਾ, ਇਹ ਸਾਡਾ ਧਰਮ ਦਾ ਸਕੂਲ ਹੈ। ਪਰ ਉਹ ਇੰਨੇ ਕੁ ਜ਼ਿਆਦਾ ਮਤਲਬ ਉਹਨਾਂ ਨੂੰ ਇੰਗਲਿਸ਼ ਪਤਾ ਨਹੀਂ ਕੀ ਕਹਿੰਦਾ, ਗੈਰ ਜ਼ਿੰਮੇਵਾਰਾਨਾ ਹੋ ਚੁੱਕੇ ਨੇ ਵੀ ਉਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ ਉੱਥੇ ਫਿਰ ਮਤਲਬ ਸਾਡੀ ਜ਼ਿੰਮੇਵਾਰੀ ਹੁਣ ਜ਼ਿਆਦਾ ਵੱਧ ਜਾਏਗੀ। ਬੱਚੇ ਨੂੰ, ਮੈਂ ਕਹਿ ਰਹੀ ਵੀ ਬੱਚੇ ਨੂੰ ਭਾਰ ਜ਼ਿਆਦਾ ਚੁੱਕਣਾ ਪਏਗਾ ਤਾਂ ਸਾਡਾ ਕੁਝ ਬਣੇਗਾ। ਉਹ ਵੀ ਗੱਲ ਠੀਕ ਹੈ ਤੁਹਾਡੀ, ਬਿਲਕੁਲ ਮੈਂ ਸਹਿਮਤ ਹਾਂ। ਆਪਾਂ ਨੂੰ ਵੀ ਆਪਣੀ ਨਿੱਜੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਹੈ। ਧੰਨਵਾਦ ਵੀਰ ਜੀ। ਹਾਂਜੀ, ਬਹੁਤ ਵਧੀਆ। ਤੇ ਹੋਰ ਜੀ ਕੋਈ ਸੱਜਣ? ਭੁਪਿੰਦਰ ਜੀ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭੈਣ ਜੀ, ਪਰਮਜੀਤ। ਜਸਵੀਰ ਸਿੰਘ, ਮੈਂ ਇਸ ਚੀਜ਼ ਚ ਐਗਰੀ ਜਿਹੜੀ ਤੁਸੀਂ ਵੀ ਕਹੀ, ਜਿਹੜੇ ਦੂਸਰੇ ਵੀਰ ਜੀ ਵੀ ਕਹਿ ਕੇ ਉਹ ਵੀ ਠੀਕ ਹੈ। ਪਰ ਸਭ ਤੋਂ ਪਹਿਲਾਂ ਜੇ ਸਾਨੂੰ ਧਾਰਮਿਕ ਅਦਾਰਿਆਂ ਤੋਂ ਚੰਗੀ ਸਿੱਖਿਆ ਮਿਲਦੀ, ਅੱਜ ਅਸੀਂ ਸਾਰੇ ਸਿੱਖ ਹੁੰਦੇ। ਕਿਆ ਬਾਤ, ਵਾਹ, ਬਿਲਕੁਲ। ਜੇ ਪਹਿਲਾਂ ਤਾਂ ਜਨਮ ਤੋਂ ਸਾਨੂੰ ਇਹ ਸਿੱਖਿਆ ਮਿਲੀ ਹੁੰਦੀ, ਅੱਜ ਸਾਨੂੰ ਕਲਾਸਾਂ ਲਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਤੁਸੀਂ ਇਸ ਗੱਲ ਤੇ ਰਾਈਟ ਆ। ਜਿਹੜੇ ਸਾਨੂੰ ਧਾਰਮਿਕ ਸਿੱਖਿਆ ਪ੍ਰੋਪਰ ਮਿਲੀ ਹੁੰਦੀ ਤਾਂ ਵਧੀਆ ਸੀ, ਗੁਰਦੁਆਰੇ ਤੋਂ ਜਾਂ ਸਾਡੇ ਜਿਹੜੇ ਧਾਰਮਿਕ ਆਗੂ ਆ ਉਹਨਾਂ ਤੋਂ ਕੱਲੀਆਂ ਸਟੋਰੀਆਂ ਨਾ ਸੁਣਾਈਆਂ ਹੁੰਦੀਆਂ। ਅਸੀਂ ਸਟੋਰੀਆਂ ਨਾਲ ਜੁੜਿਆ ਹਾਂ। ਇਹ ਵੱਡੀ ਕਮੀ ਸਾਡੇ ਸਮਾਜ ਚ ਆਈ, ਸਿੱਖੀ ਸਮਾਜ ਚ ਆਈ ਉਹ ਆ, ਹਾਲੇ ਵੀ ਹੈ। ਪਰ ਹੁਣ ਜਿਹੜੇ ਜਾਗਰਿਤ ਹੋ ਰਹੇ ਆ, ਜਿੱਦਾਂ ਹੁਣ ਤੁਸੀਂ ਚੰਗੀ ਤਰ੍ਹਾਂ ਸਾਨੂੰ ਐਕਸਪਲੇਨ ਕੀਤਾ, ਜਾਗੇ, ਜਿਹੜੇ ਜਾਗ ਜਾਂਦੇ ਆ ਉਹਨਾਂ ਨੂੰ ਸਮਝ ਆ ਗਈ ਤੇ ਸਾਡਾ ਵੀ ਫਰਜ਼ ਬਣਦਾ ਹੁਣ, ਜੇ ਸਾਨੂੰ ਸੋਝੀ ਆਉਂਦੀ ਆ, ਆਲੇ ਦੁਆਲੇ ਨੂੰ ਵੀ ਸੋਝੀ ਗਈ ਹੋਵੇ। ਹਾਂ ਬਿਲਕੁਲ। ਦੇਖੋ, ਜਿਹੜਾ ਇੱਕ ਜਾਗਿਆ ਹੁੰਦਾ ਨਾ ਭੈਣ ਜੀ, ਬਹੁਤ ਧੰਨਵਾਦ, ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ। ਇੱਕ ਜਦੋਂ ਘਰ ਦਾ ਇੱਕ ਮੈਂਬਰ ਵੀ ਜਾਗ ਜਾਏ ਨਾ, ਉਹ ਸਾਰੇ ਪਰਿਵਾਰ ਨੂੰ ਜਗਾ ਲੈਂਦਾ ਜੀ, ਹਨਾ। ਵੀ ਜਿਵੇਂ ਹੁਣ ਇੱਕ ਜਣੇ ਨੂੰ ਵੀ ਸੋਚੀ ਆ ਗਈ, ਚਲੋ ਘੱਟੋ ਘੱਟ ਅਸੀਂ ਬਹੁਤਾ ਨਹੀਂ, ਆਪਣਾ ਪਰਿਵਾਰ ਜਾਂ ਆਪਣੇ ਜਿਹੜਾ ਸਾਡਾ ਫਰੈਂਡ ਸਰਕਲ ਕਹਿ ਲਓ, ਥੋੜਾ ਬਹੁਤਾ ਚਲੋ 2-4 ਸੱਜਣਾਂ ਨੂੰ ਤੇ ਆਪਾਂ ਜਗਾ ਹੀ ਸਕਦੇ ਹਾਂ ਨਾ ਜੀ, ਹਨਾ। ਤੇ ਉਹ ਅੱਗੇ ਹਰੇਕ ਦਾ ਇੰਨਾ ਕੁ ਸਰਕਲ ਹੁੰਦਾ ਹੀ ਆ ਵੀ 2-4 ਸੱਜਣ ਸਾਡੇ ਫਰੈਂਡ ਸਰਕਲ ਚ ਸਾਡੇ ਕੋਈ ਨੇੜਤਾ ਚ ਹੁੰਦੇ ਨੇ, ਜਿਹੜੇ ਇਸ ਪਾਸੇ ਤੁਰਨ ਦੇ ਚਾਹਵਾਨ ਹੁੰਦੇ ਨੇ ਜੀ। ਇੱਕ ਲੋੜ ਹੁੰਦੀ, ਇੱਕ ਸਹੀ ਗਾਈਡਲਾਈਨ ਦੀ ਲੋੜ ਹੈ ਸਾਨੂੰ, ਇੱਕ ਸਾਰਿਆਂ ਨੂੰ। ਹਾਂਜੀ, ਉਹੀ ਚੀਜ਼ ਹੈ। ਸਾਡਾ ਗੁਰੂ ਘਰ ਹੀ ਸੀਗਾ। ਹਾਂਜੀ ਹਾਂਜੀ, ਸਾਡੀ ਸਾਰਿਆਂ ਨੂੰ ਉੱਥੋਂ ਹੀ ਹੋਣੀ ਸੀ। ਪਰ ਹੁਣ ਉੱਥੇ ਹੁਣ ਦੇਖਦਾ, ਉੱਥੇ ਤੇ ਧੁੱਪ ਹਨੇਰਾ ਛਾਇਆ ਹੋਇਆ ਵੀ ਉੱਥੇ ਕੋਈ ਉਮੀਦ ਹੀ ਨਹੀਂ ਰਹਿ ਗਈ, ਆਸ ਹੀ ਨਹੀਂ ਰਹਿ ਗਈ ਹੁਣ। ਇਸ ਕਰਕੇ ਚਲੋ ਉੱਪਰ ਪਰਮੇਸ਼ਰ ਨੇ ਬਿੱਦੇ ਬਣਾਤੇ, ਉਹਨੇ ਕਿਹਾ ਵੀ ਤੁਸੀਂ ਉੱਧਰ ਛੱਡੋ, ਹੁਣ ਆਪਣਾ ਤੇ ਆਪਣਾ ਆਪੇ ਹੀ ਕਾਜ। ਉਹੀ ਚੀਜ਼ ਹੋ ਗਈ, ਅਸੀਂ ਪਰ ਗੱਡੀ ਲੱਦੀਏ, ਅਸੀਂ ਉਹ ਕੰਮ ਕਰ ਲਿਆ। ਸਾਨੂੰ ਧਾਰਮਿਕ ਦੁਆਰਿਆਂ ਚੋਂ ਮਿਲਿਆ, ਉਹ ਚੀਜ਼ ਮਿਲੀ ਆ। ਧਾਰਮਿਕ ਦੁਆਰਿਆਂ ਚੋਂ ਸਾਨੂੰ ਉਹੀ ਚੀਜ਼ ਮਿਲੀ ਆ। ਸਵੇਰੇ ਉੱਠੋ, ਇਸ਼ਨਾਨ ਕਰੋ, 5 ਬਾਣੀਆਂ ਦਾ ਪਾਠ ਕਰੋ, ਤਕਾਲ ਰਹਿ-ਰਸ ਕਰ ਲਓ, ਸੌਣ ਲੱਗੇ ਸੋਹਿਲਾ ਸਾ। ਅਸੀਂ ਉਸ ਤੱਕ ਸੀਮਤ ਰਹਿ ਗਏ। ਆਹ ਨਹੀਂ ਵਾਚਿਆ ਵੀ 1430 ਆਂਗੇ, ਇਹ ਵੀ ਅਸੀਂ ਦੇਖਣੇ ਆ। ਇਹ ਸਾਨੂੰ ਧਾਰਮਿਕ ਦੁਆਰਿਆਂ ਚ ਸਾਨੂੰ ਮਿਲਿਆ ਕੁਛ ਨਹੀਂ, ਇਹਦੇ ਬਾਰੇ ਨੌਲੇਜ ਨਹੀਂ ਮਿਲੀ। ਇਹ ਚੀਜ਼ ਬਹੁਤ ਵੱਡੀ ਹੈ। ਥੈਂਕ ਯੂ, ਤੁਸੀਂ ਇਹਦੇ ਬਾਰੇ ਚਾਨਣਾ ਪਾਇਆ। ਪਰ ਹੁਣ ਜਿੱਦਾਂ ਤੁਸੀਂ ਦੱਸਦੇ, ਸਾਨੂੰ ਆਪ ਵੀ ਉੱਠਣਾ ਪੈਣਾ ਆ, ਜਦੋਂ ਸਾਨੂੰ ਜਾਗਰਿਤ ਅੰਦਰੋਂ ਹੁੰਨੇ ਆ ਤਾਂ। ਥੈਂਕ ਯੂ ਜੀ। ਹਾਂਜੀ ਬਿਲਕੁਲ, ਆਪ ਤਾਂ ਬਹੁਤ ਜ਼ਰੂਰੀ ਹੈ ਜੀ। ਆਪਣੇ ਉੱਦਮ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੈ।
ਸੁੱਖਣ ਦੇਖੋ ਬਹੁਤ ਕੁਝ ਸੁਣੋ ਜਾਂ ਸਮਝਣ ਤੋਂ ਬਾਅਦ ਵੀ ਉਹ ਤੋਂ ਬਾਅਦ ਇੱਕ ਤੁਹਾਡੀ ਆਪਣੀ ਸੈਲਫ ਸਟੱਡੀ ਜਿਹਨੂੰ ਅਸੀਂ ਕਹਿੰਦੇ ਹਾਂ ਐਨਾਲਿਸਿਸ ਕਹਿੰਦੇ ਹਾਂ ਸੈਲਫ, ਉਹ ਬਹੁਤ ਜ਼ਰੂਰੀ ਆ। ਉਹ ਅਸਲ 'ਚ ਅਸਲੀ ਸਿੱਖਿਆ ਉਹ ਆ ਸਾਡੀ ਸੈਲਫ ਐਨਾਲਿਸਿਸ, ਜਿਹੜਾ ਅਸੀਂ ਕਰਾਂਗੇ ਨਾ ਸੁਣਨ ਸਮਝਣ ਤੋਂ ਬਾਅਦ ਅਸੀਂ ਆਪ ਰਿੜਕਣਾ ਮੰਥਨ ਕਰਨਾ, ਉਹ ਸਾਨੂੰ ਅਸਲੀ ਤੱਤ ਤੱਕ ਲੈ ਕੇ ਜਾਏਗਾ। ਬਿਲਕੁਲ, ਬਹੁਤ ਧੰਨਵਾਦ। ਤੇ ਇਸ ਤਰ੍ਹਾਂ ਆਪਾਂ ਸਾਰਿਆਂ ਨੇ ਜੁੜਨਾ ਹੈਗਾ, ਸਮਝਣਾ ਹੈਗਾ। ਹਾਂਜੀ, ਹੋਰ ਜੀ ਕੋਈ ਕੋਈ ਵੀਰ ਜੀ? ਹਾਂਜੀ ਭਾਈ ਸਾਹਿਬ ਜੀ, ਆਪਾਂ ਇੱਕ ਗੱਲ ਆਈ ਸੀ ਕਿ ਜਿਨ੍ਹਾਂ ਨੇ ਵੇਦਾਂ ਤੋਂ ਸ਼ੂਦਰਾਂ ਨੂੰ ਵੇਦਾਂ ਤੋਂ ਸੁਣਨਾ ਕਹਿਤਾ ਸੀ ਕਿ ਤੁਸੀਂ ਵੇਦ ਨਹੀਂ ਸੁਣ ਸਕਦੇ, ਤੁਸੀਂ ਅਧਿਕਾਰੀ ਨਹੀਂ ਗੇ। ਉਹਨੇ ਹੁਣ ਜਿਹੜੇ ਅੱਜ ਦੇ ਸਾਡੇ ਕਈ ਪ੍ਰਚਾਰਕ ਨੇ, ਹੁਣ ਜਿਵੇਂ ਟਕਸਾਲ ਦੇ ਪ੍ਰਚਾਰਕ ਨੇ ਤੇ ਗਿਆਨੀ ਠਾਕੁਰ ਸਿੰਘ, ਉਹਨੇ ਆਪਣੇ ਮਤਲਬ ਮੂੰਹੋਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਦਾ ਵੀ ਅਧਿਕਾਰੀ ਹੋਣਾ ਹੁੰਦਾ ਹੈ, ਤੇ ਈਵਨ ਕਿ ਗੁਰੂ ਗ੍ਰੰਥ ਸਾਹਿਬ ਦਾ 4 ਰੁਪਏ ਵਾਲਾ ਤੇ ਤਾਬਿਆਂ ਤੇ ਬੈਠਣ ਵਾਲਾ ਵੀ ਅਧਿਕਾਰੀ। ਤੇ ਹੁਣ ਆਪਾਂ ਮਤਲਬ ਇਹੀ ਮੰਨ ਕੇ ਚੱਲਾਂਗੇ ਕਿ ਇਹ ਤਾਂ ਉਹਨਾਂ ਪੰਡਤਾਂ ਦੇ ਖੂਨ ਨੇ, ਖੂਨ ਉਹਨਾਂ ਦੇ, ਇਹ ਗੰਦਾ ਖੂਨ ਜਿਹੜਾ ਸਾਡੇ ਚ ਆਇਆ। ਇਹਨਾਂ ਨੂੰ ਜੇ ਅਸੀਂ ਠੀਕ ਆ ਆਪਾਂ ਆਪਣਾ ਆਤਮ ਚਿੰਤਨ ਕਰਦੇ ਹੋਏ ਜਦੋਂ ਚੱਲਾਂਗੇ, ਤੇ ਜੇ ਆਪਾਂ ਨੂੰ ਅੰਦਰੋਂ ਕੁਛ ਆਉਂਦਾ ਤੁਰਨਾ, ਤਾਂ ਆਪਾਂ ਜਿਨ੍ਹਾਂ ਨੇ ਇੰਨਾ ਭੱਠਾ ਬਿਠਾਤਾ ਪ੍ਰਚਾਰ ਦਾ, ਇਹਨਾਂ ਵਿਰੁੱਧ ਬੋਲ ਕੇ ਵੀ ਆਪਾਂ ਇਹਨਾਂ ਨੂੰ ਸਗੋਂ ਜਾਗਰੂਕ ਕਰ ਸਕਦੇ ਹਾਂ ਬੰਦਿਆਂ ਨੂੰ, ਸਗੋਂ ਉਹ ਜਾਗਰੂਕ ਹੋ ਕੇ ਸਾਡੀ ਗੱਲ ਸੁਣਨ ਵੱਲ ਤਾਂ ਆਉਣਗੇ ਘੱਟੋ ਘੱਟ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਨਹੀਂ, ਉਹ ਵੀਰ ਜੀ ਇਹ ਤਾਂ ਰਹਿ ਨਹੀਂ ਸਕਦਾ। ਦੇਖੋ, ਉਹ ਕਹਿੰਦੇ ਵੀ ਝੂਠ ਕਦੇ ਪੂਰਾ ਨਹੀਂ ਮਰਦਾ, ਸੱਤ ਨਹੀਂ ਮਰਦਾ, ਮਰਦਾ ਸੱਚ ਵੀ ਨਹੀਂ ਹੁੰਦਾ। ਬਟ ਇਹ ਵੀ ਉਹਨਾਂ ਦੀ ਬਹੁਤ ਗਿਣਤੀ ਜ਼ਿਆਦਾ ਹੁੰਦੀ ਹੈ। ਉਹੀ ਆ, ਉਹਨਾਂ ਕੋਲ ਹੁਣ ਭੇਖ ਹੈ, ਇਕੱਲਾ ਵਿਚਾਰਧਾਰ ਵਾਲੀ ਗੱਲ ਤੇ ਖਤਮ ਹੈ, ਉਹਨਾਂ ਕੋਲ ਭੇਖ ਆ। ਹੁਣ ਗੱਲ ਮੁਸ਼ਕਿਲ ਇਹ ਆ ਕਿ ਭੇਖ ਦਾ ਪ੍ਰਚਾਰ ਇੰਨਾ ਹੋ ਗਿਆ, ਭੇਖ ਨੂੰ ਹਾਈਲਾਈਟ ਇੰਨਾ ਕਰ ਦਿੱਤਾ ਗਿਆ। ਹੁਣ ਆਮ ਪਬਲਿਕ ਜਿਹੜੀ ਬਹੁਤ ਗਿਣਤੀ ਹੈ ਸਾਡੀ ਸਿੱਖ ਵਸੋਂ ਭੇਖ ਨਾਲ ਜੁੜ ਗਈ। ਉਹ ਐਸੀਆਂ ਪ੍ਰਪੰਚਾਂ ਨਾਲ, ਰਵਾਇਤੀ ਕਰਮਕਾਂਡੀ ਗੱਲਾਂ ਨਾਲ ਜੁੜ ਗਏ। ਉਹਨਾਂ ਦੀ ਮਾਨਤਾ ਉਹੀ ਸੁਣਦੇ ਰਹੇ, ਉਹੀ ਕਈ ਸਦੀਆਂ ਤੱਕ ਸੁਣਦੇ ਰਹੇ, ਸੁਣਾਉਂਦੇ ਰਹੇ, ਉਹੀ ਸੱਚ ਬਣ ਗਿਆ, ਝੂਠ ਹੀ ਸੱਚ ਬਣ ਗਿਆ। ਪਰ ਕੋਈ ਗੱਲ ਨਹੀਂ, ਜਾਗਰਤੀ ਆਉਂਦੀ, ਐਸੀ ਗੱਲ ਨਹੀਂ। ਪਰ ਹੁਣ ਗੱਲ ਇਹ ਵੀ ਜਾਗੂਗਾ ਤਾਂ ਉਹ ਕਿਰਪਾ ਵਾਲਾ ਹੀ ਜਾਗੂਗਾ, ਭਾਗਾਂ ਵਾਲਾ। ਹਰ ਬੰਦਾ ਤੇ ਜਾਗ ਵੀ ਨਹੀਂ ਸਕਦਾ। ਜੀ ਜੀ, ਜਗਾਇਆ ਥੈਂਕਸ ਟੂ, ਮਤਲਬ ਜਿੰਨਾ ਕਹਿ ਲਈਏ ਥੈਂਕਸ ਹੀ ਥੈਂਕਸ ਆ ਉਹਦਾ, ਵੀ ਆਪਾਂ ਜਾਗ ਲਈ। ਹਾਂਜੀ, ਆਪਾਂ ਇੱਕ ਵਾਰੀ ਪਹਿਲਾਂ ਵੀ ਇੱਕ ਵਾਰੀ ਆਪਣੀ ਗੱਲ ਹੁੰਦੀ ਸੀ ਵੀ ਆਪਾਂ ਜਨਮਾਂ ਤੋਂ ਚੱਲੇ ਆ ਗਏ ਹਾਂ। ਇਹ ਜਿਹੜੇ ਧੜੇ ਨੇ, ਇਹ ਵੀ ਮਤਲਬ ਕਈ ਜਨਮਾਂ ਤੋਂ ਚੱਲੇ ਆ ਰਹੇ ਸੀ, ਇਹ ਸਾਨੂੰ ਇੱਧਰ ਦੇ ਪਾਸੇ ਲਾਇਆ। ਸਾਡੇ ਵੀ ਪਿਛਲੇ ਜਨਮਾਂ 'ਚ ਅਸੀਂ ਵੀ ਕੁਛ ਇਹਦੇ ਸ਼ਾਇਦ ਇਸੇ ਧੜੇ 'ਚ ਕਿਤੇ ਹੋਈਏ, ਉਹਨਾਂ ਨੂੰ ਲਾਇਆ ਉਹ ਵੀ ਸਾਡੀ ਤਾਂ ਜੀ। ਇਹ ਮੈਨੂੰ ਤਾਂ ਇੰਝ ਲੱਗਦਾ ਵੀ ਸਾਡੇ ਜਿਹੜੇ ਇਹ ਧੜੇ ਨੇ, ਸਾਡੀ ਤਾਂ ਸ਼ੁਰੂ ਤੋਂ ਹੀ ਖੜਕਦੀ ਆਈ ਹੈ ਤੇ ਖੜਕਦੀ ਰਹਿਣੀ ਜਦ ਤੱਕ ਇਹ ਸੱਚ ਤੇ ਨਹੀਂ ਆਉਂਦੇ। ਪਰ ਮੈਂ ਤਾਂ ਇਹ ਹੈਰਾਨ ਹੁੰਦਾ ਕਿ ਇਹ ਪੂਰਾ ਗੁਰੂ ਗ੍ਰੰਥ ਸਾਹਿਬ, ਚਲੋ ਇਹਨਾਂ ਨੇ ਤਾਂ ਪੜ੍ਹਿਆ ਹੋਇਆ ਹੈ, ਜਿਹੜੇ ਮਹਾਂਧਰੋਹੀ, ਇਹਨਾਂ ਨੂੰ ਇਹ ਨਹੀਂ ਪਤਾ ਵੀ ਅੱਗੇ ਜਾ ਕੇ ਸਜ਼ਾ ਕਿਹੜੀ ਮਿਲਣੀ ਆ। ਤੇ 10ਵੇਂ ਪਾਤਸ਼ਾਹ ਨੇ ਜਿਹੜੇ ਮਸੰਦ ਸਾੜੇ ਸੀ, ਇਹਨਾਂ ਨੂੰ ਇੰਨਾ ਨਹੀਂ ਪਤਾ। ਮਤਲਬ ਮੈਂ ਤਾਂ ਹੈਰਾਨ ਹੁੰਦਾ, ਇਹ ਆਤਮ ਚਿੰਤਨ ਭੋਰਾ ਵੀ ਨਹੀਂ ਕਰਦੇ। ਚਲੋ, ਉਹ ਮਹਾਰਾਜ ਦਾ ਹਲੇ ਹੁਕਮ ਨਹੀਂ ਹੈ, ਇਹੀ ਕਹਿ ਸਕਦੇ ਹਾਂ ਜੀ। ਅੱਖਰ ਕੀ ਗੱਲ ਤੁਧ ਪੈ ਸਾਰੀ ਤੁਧ ਜੇ ਵਟਰ ਨਾ ਕੋਈ ਨੀ। ਸਮਾਂ ਹੋਊਗਾ, ਮਹਾਰਾਜ ਉਹਨਾਂ ਨੂੰ ਸਮਝਾ ਲੈਣਾ ਕਿ ਕੋਈ ਨੀ, ਗੁਰੂ ਮਿਹਰ ਕਰੇ, ਆਪਾਂ ਸਾਡੇ ਤੁਰੀਏ, ਥੋੜਾ ਜਿਹਾ ਹੋਰ ਯਤਨਸ਼ੀਲ ਹੋਈਏ, ਆਪਾਂ ਚੰਗੀ ਤਰ੍ਹਾਂ ਸਮਝੀਏ। ਆਪਾਂ ਇਹ ਸ਼ੁਕਰ ਕਰੇ ਮਹਾਰਾਜ ਨੇ ਸਾਨੂੰ ਇਸ ਪਾਸੇ ਲਾਇਆ, ਤੁਸੀਂ ਸਮਝੋ, ਹਨਾ। ਜਦੋਂ ਉਹਨਾਂ ਦੇ ਭਾਗ ਜਾਗਣਗੇ ਉਹ ਸਮਝਣਗੇ। ਤੇ ਅੱਛਾ, ਇੱਕ ਬੇਨਤੀ ਸੀ, ਆਪਾਂ ਜਿੰਨੇ ਸੰਗਤ ਜੁੜੇ ਸੁਝਾਅ ਦੇ ਦਿਓ ਇੱਕ ਛੋਟਾ ਜਿਹਾ। 15 ਮਿੰਟ ਦਾ ਵਕਫਾ ਪਾਉਣ ਦਾ ਮੇਰਾ ਵਿਚਾਰ ਬਣ ਰਿਹਾ ਸੀਗਾ ਵੀ 15 ਮਿੰਟ ਪਹਿਲਾਂ ਕਰਕੇ ਭਾਵ ਰਾਈਟ 9 ਵਜੇ ਸ਼ੁਰੂ ਕਰ ਲਿਆ ਕਰੀਏ ਆਪਾਂ, ਕਿਉਂਕਿ 10 ਵਜੇ ਤੋਂ ਬਾਅਦ ਫਿਰ ਪਿੰਡਾਂ ਵਾਲੀ ਸੰਗਤ ਆਪਣੇ ਨਾਲ ਕਾਫੀ ਜੁੜਦੀ ਹੈ, ਫਿਰ ਉਹ ਲੇਟ ਹੋ ਜਾਂਦੇ ਨੇ। 10:30 ਵਜੇ ਤੱਕ ਕਾਫੀ ਨਿਕਲ ਗਏ ਨੇ, ਵੀ 9 ਵਜੇ ਸਹੀ ਸ਼ੁਰੂ ਕਰ ਲਿਆ ਕਰੀਏ। ਕੈਨੇਡਾ ਦੇ ਵਿੱਚ ਭੈਣ ਜੀ ਤੁਹਾਡੇ ਕੋਲ ਸਵੇਰ ਦੇ 8:30 ਹੋਣਗੇ, ਤੇ ਬਲਵਿੰਦਰ ਕੌਰ ਭੈਣ ਜੀ ਤੁਹਾਡੇ ਕੋਲ ਹੋਣਗੇ 4:30 ਸ਼ਾਮ ਦੇ। ਤੁਹਾਨੂੰ ਠੀਕ ਹੈ ਜੀ, ਕੋਈ ਦਿੱਕਤ ਨਹੀਂ ਆਏਗੀ? I think ਸਾਡੇ ਲਈ ਤਾਂ ਠੀਕ ਆ, ਮੇਰੇ ਖਿਆਲ ਹੈ 8:30 ਠੀਕ ਆ। ਹਾਂ, 8:30 ਠੀਕ ਆ ਨਾ। ਹਾਂਜੀ ਜੀ। ਤੇ ਬਲਵਿੰਦਰ ਕੌਰ ਭੈਣ ਜੀ ਤੁਸੀਂ ਦੱਸਿਓ 4:30 ਠੀਕ ਹੈ ਜੀ? ਬਲਵਿੰਦਰ ਕੌਰ ਭੈਣ ਜੀ ਠੀਕ ਹੈ, ਠੀਕ ਠੀਕ ਹੈ। ਹੈ, 4:30 ਠੀਕ ਹੈ, ਆਪਾਂ ਨੂੰ ਵੀ ਠੀਕ ਹੈ ਨਾ 9 ਵਜੇ। ਫਿਰ ਆਪਾਂ 10:10 ਤੱਕ ਫ੍ਰੀ ਹੋ ਜਾ ਕਰਾਂਗੇ।
ਹਾਂਜੀ ਬਸ ਠੀਕ ਹੈ, ਕੱਲ ਤੋਂ ਜਾਂ ਕੱਲ ਇੱਕ ਦੋ ਦਿਨ ਕਿਉਂਕਿ ਹੁਣ ਸੰਗਤ ਆਪਣੇ ਨਾਲ ਜੁੜੀ ਨੇ ਕਿ ਪਰਸੋਂ ਤੋਂ ਮੇਰੇ ਹਿਸਾਬ ਨਾਲ ਕਰ ਲਾਂਗੇ ਆਪਾਂ 9 ਤੋਂ ਸ਼ੁਰੂ ਕਰ ਲਿਆ ਕਰਾਂਗੇ, ਠੀਕ ਹੈ ਜੀ। ਹਾਂਜੀ ਠੀਕ ਹੈ ਠੀਕ ਨਿੱਕੀ ਵੀਰ ਜੀ ਠੀਕ ਹੈ 9 ਵਜੇ, ਬਿਲਕੁਲ ਠੀਕ ਹੈ, ਮਾਤਾ ਵੀ ਹੋਏਗਾ ਨਹੀਂ ਤੇ ਫਿਰ ਉਹੀ ਰਿਚੁਅਲ ਹੋ ਜਾਏਗਾ ਵੀ ਅਸੀਂ ਕਲਾਸ ਜਾ ਰਹੇ ਹਾਂ, ਅਟੈਂਡ ਕਰ ਰਹੇ ਹਾਂ, ਜਿਸ ਤਰ੍ਹਾਂ ਗੁਰਦੁਆਰੇ ਜਾ ਰਹੇ ਹਾਂ, ਮੱਥਾ ਟੇਕ ਕੇ ਵਾਪਸ ਆ ਰਹੇ ਹਾਂ, ਹੈ ਨਾ। ਆਪਣਾ ਸਜਾਓ